ਅੱਜ ਦੀ ਇਸ ਆਡੀਓ ਪੋਡਕਾਸਟ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੀ ਕਿਤਾਬ ਦੇ ਬਾਰੇ ਜਿਹਨੇ ਸਾਨੂੰ ਦੁਨੀਆ ਨੂੰ ਇੱਕ ਨਵੇਂ ਨਜ਼ਰੀਏ ਨਾਲ ਦੇਖਣ ਦਾ ਮੌਕਾ ਦਿੱਤਾ ਹੈ। ਕਿਤਾਬ ਦਾ ਨਾਮ ਹੈ ਨੈਕਸਸ, ਅ ਬਰੀਫ ਹਿਸਟਰੀ ਆਫ ਇਨਫੋਰਮੇਸ਼ਨ ਨੈਟਵਰਕ ਫਰੋਮ ਦ ਸਟੋਨ ਏਜ ਟੂ AI, ਤੇ ਇਸ ਨੂੰ ਲਿਖਿਆ ਹੈ ਯੁਵਾਲ ਨੋਹ ਹਰਾਰੀ ਨੇ। ਜਿਵੇਂ ਅਸੀਂ ਜਾਣਦੇ ਹਾਂ ਕਿ ਹਰਾਰੇ ਦੀਆਂ ਇਸ ਤੋਂ ਪਹਿਲੀਆਂ ਆਈਆਂ ਕਿਤਾਬਾਂ ਸੇਪੀਅੰਸ, ਹੋਮੋਡਸ ਤੇ 21 ਲੈਸਨ ਫॉर द 21st ਸੈਂਚੁਰੀ, ਇਹਨਾਂ ਕਿਤਾਬਾਂ ਨੇ ਵੀ ਸਾਨੂੰ ਬਹੁਤ ਸਾਰੀਆਂ ਸਿਆਣੀਆਂ ਗੱਲਾਂ ਦੱਸੀਆਂ ਸੀ ਤੇ ਸਾਨੂੰ ਆਪਣੇ ਚਗਿਰਦੇ ਦੇ ਵਰਤਮਾਨ ਤੇ ਅਤੀਤ ਬਾਰੇ ਜਾਣੂ ਕਰਵਾਇਆ ਸੀ। ਨੈਕਸਸ ਇਸੇ ਲੜੀ ਵਿੱਚ ਅਗਲੀ ਕਿਤਾਬ ਹੈ। ਇਸ ਕਿਤਾਬ ਵਿੱਚ ਹਰਾਰੇ ਉਸ ਸੂਤਰ ਦੀ ਗੱਲ ਕਰਦੇ ਆ ਜਿਹੜਾ ਪੂਰੇ ਮਨੁੱਖੀ ਇਤਿਹਾਸ ਵਿੱਚ ਅੱਜ ਤੱਕ ਸਾਂਝਾ ਰਿਹਾ ਹੈ, ਤੇ ਉਹ ਹੈ ਇਨਫੋਰਮੇਸ਼ਨ ਨੈਟਵਰਕ, ਭਾਵ ਜਾਣਕਾਰੀ ਦੇ ਨੈਟਵਰਕ। ਇਹ ਨੈਟਵਰਕ ਕਦੇ ਸਾਡੇ ਕੋਲ ਕਹਾਣੀਆਂ ਤੇ ਦਸਤਾਵੇਜ਼ਾਂ ਦੇ ਰੂਪ 'ਚ ਹੁੰਦੇ ਸੀ। ਅੱਜ ਦੇ ਟਾਈਮ 'ਚ ਜਦੋਂ ਡਿਜੀਟਲ ਤੇ AI ਸਾਡੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਿਆ ਹੈ, ਤਾਂ ਨੈਕਸਸ ਕਿਤਾਬ ਸਾਨੂੰ ਇਹ ਸਮਝਾਉਂਦੀ ਹੈ ਕਿ ਕਿਸ ਤਰ੍ਹਾਂ ਇਨਸਾਨਾਂ ਨੇ ਇਨਫੋਰਮੇਸ਼ਨ ਦੇ ਵੱਡੇ ਵੱਡੇ ਨੈਟਵਰਕ ਬਣਾਏ ਤੇ ਫਿਰ ਉਹਨਾਂ ਨੈਟਵਰਕਾਂ ਨੇ ਦੁਨੀਆ ਨੂੰ ਬਦਲਣ ਦਾ ਕੰਮ ਕੀਤਾ। ਇਹ ਕਿਤਾਬ ਪੱਥਰ ਯੁੱਗ ਤੋਂ ਲੈ ਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਯੁੱਗ ਤੱਕ ਦੀ ਇੱਕ ਕਹਾਣੀ ਹੈ, ਤੇ ਇਸ ਕਿਤਾਬ ਦੇ ਵਿੱਚ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਸਾਡੇ ਆਲੇ ਦੁਆਲੇ ਸਮਾਜ ਤੇ ਤਕਨੀਕ ਨੇ ਇਸ ਦੁਨੀਆ ਨੂੰ ਬਦਲਿਆ। ਇਹ ਕਿਤਾਬ ਸਾਨੂੰ ਦੱਸਦੀ ਹੈ ਕਿ ਮਨੁੱਖੀ ਇਤਿਹਾਸ ਦੇ ਹਰ ਯੁੱਗ ਵਿੱਚ ਸਭ ਤੋਂ ਵੱਡੀ ਸ਼ਕਤੀ ਸਾਡੇ ਇਹੀ ਇਨਫੋਰਮੇਸ਼ਨ ਨੈਟਵਰਕ ਰਹੇ ਨੇ। ਹਰਾਰੇ ਦੱਸਦੇ ਨੇ ਕਿ ਭਾਵੇਂ ਕਹਾਣੀ ਪੁਰਾਣੀ ਹੋਵੇ ਜਾਂ ਕਿਸੇ ਖਾਸ ਸਮੇਂ ਦੇ ਯਥਾਰਥ ਦੀ ਜਾਂ ਅੱਜ ਦੇ AI ਸਿਸਟਮ ਦੀ, ਇਹਨਾਂ ਸਾਰੇ ਨੈਟਵਰਕਾਂ ਦਾ ਕੰਮ ਜਾਣਕਾਰੀ ਨੂੰ ਸਿਰਜਣਾ, ਫੈਲਾਉਣਾ ਤੇ ਉਸ ਨੂੰ ਨਿਯੰਤਰਣ ਕਰਨਾ ਹੈ, ਤੇ ਇਹੀ ਗੱਲ ਦੁਨੀਆ ਵਿੱਚ ਤਾਕਤ ਤੇ ਨਿਯੰਤਰਣ ਦੇ ਕੇਂਦਰ ਸਥਾਪਿਤ ਕਰਦੀ ਹੈ। ਅੱਜ ਜੇਕਰ ਅਸੀਂ ਉਸ ਦੁਨੀਆ ਨੂੰ ਸਮਝਣਾ ਚਾਹੁੰਦੇ ਹਾਂ ਜਿਸ ਦੁਨੀਆ 'ਚ AI ਤੇ ਮਸ਼ੀਨ ਲਰਨਿੰਗ ਆਪਣਾ ਅਸਰ ਸਥਾਪਿਤ ਕਰ ਚੁੱਕੀ ਹੋਵੇ, ਤਾਂ ਸਾਨੂੰ ਪਹਿਲਾਂ ਇਹ ਸਮਝਣਾ ਪਏਗਾ ਕਿ ਇਹ ਇਨਫੋਰਮੇਸ਼ਨ ਨੈਟਵਰਕ ਕੰਮ ਕਿਵੇਂ ਕਰਦੇ ਨੇ, ਤੇ ਇਸ ਪੱਖੋਂ ਇਸ ਕਿਤਾਬ ਵਿੱਚ ਬੜੀ ਤਸੱਲੀ ਬਖਸ਼ ਗੱਲਬਾਤ ਕੀਤੀ ਗਈ ਹੈ। ਇਸ ਕਿਤਾਬ ਦੇ ਹਵਾਲੇ ਨਾਲ ਅਸੀਂ ਸਭ ਤੋਂ ਪਹਿਲਾਂ ਸਮਝਾਂਗੇ ਕਿ ਇਨਫੋਰਮੇਸ਼ਨ ਜਾਂ ਸੂਚਨਾ ਜਾਂ ਜਾਣਕਾਰੀ ਹੈ ਕੀ, ਤੇ ਕਿਸ ਤਰ੍ਹਾਂ ਇੱਕ ਸਧਾਰਨ ਜਿਹੀ ਦਿਖਣ ਵਾਲੀ ਜਾਣਕਾਰੀ ਇੰਨੇ ਵੱਡੇ ਵੱਡੇ ਨੈਟਵਰਕਾਂ ਨੂੰ ਜਨਮ ਦੇ ਦਿੰਦੀ ਹੈ, ਤੇ ਕਿਸ ਤਰ੍ਹਾਂ ਸਧਾਰਨ ਜਿਹੇ ਦਿਖਣ ਵਾਲੇ ਡਾਕੂਮੈਂਟ ਜਾਂ ਬਿਊਰੋਕ੍ਰੇਸੀ ਵੱਡੇ ਵੱਡੇ ਸਮਾਜਾਂ ਤੇ ਉਹਨਾਂ ਨੂੰ ਢਾਂਚੇ ਦਿੰਦੇ ਨੇ। ਇਸ ਤੋਂ ਬਾਅਦ AI ਤੇ ਕੰਪਿਊਟਰ ਦੇ ਨੈਟਵਰਕਾਂ ਦੀ ਗੱਲ ਕਰਾਂਗੇ। ਜਿਵੇਂ ਪ੍ਰਿੰਟਿੰਗ ਪ੍ਰੈਸ ਨੇ ਸੂਚਨਾ ਤਕਨਾਲੋਜੀ ਨੂੰ ਜਨਮ ਦਿੱਤਾ ਸੀ, ਉਸੇ ਤਰ੍ਹਾਂ ਦਾ ਕੁਝ ਅੱਜ ਕੰਪਿਊਟਰਾਂ ਨਾਲ ਵੀ ਹੋ ਰਿਹਾ। ਸਾਨੂੰ ਸਮਝਣਾ ਪਵੇਗਾ ਕਿ AI ਨੈਟਵਰਕਾਂ ਦਾ ਸਾਡੀ ਜ਼ਿੰਦਗੀ ਤੇ ਕੀ ਅਸਰ ਹੋ ਸਕਦਾ ਹੈ, ਨਾ ਸਿਰਫ ਸਾਡੇ ਰਾਜਸੀ ਪ੍ਰਬੰਧਾਂ ਤੇ, ਸਗੋਂ ਸਾਡੀਆਂ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਤੇ ਸਾਡੇ ਨਿੱਜੀ ਫੈਸਲਿਆਂ ਦੇ ਉੱਪਰ ਵੀ। ਇਸ ਵੀਡੀਓ ਦੇ ਆਖਰ ਤੱਕ ਅਸੀਂ ਦੇਖਾਂਗੇ ਕਿ AI ਦੇ ਆਉਣ ਦੇ ਨਾਲ ਦੁਨੀਆ ਵਿੱਚ ਕਿਸ ਤਰ੍ਹਾਂ ਦੀਆਂ ਨਵੀਆਂ ਤੰਦਾਂ ਤੇ ਨਵੇਂ ਮੌਕੇ ਪੈਦਾ ਹੋ ਰਹੇ ਨੇ। ਕਿ AI ਡੈਮੋਕ੍ਰੇਸੀ ਨੂੰ ਹੋਰ ਮਜ਼ਬੂਤ ਕਰ ਰਹੀ ਹੈ ਜਾਂ ਫਿਰ ਇੱਕ ਤਰ੍ਹਾਂ ਦੇ ਟੋਟਲਟੇਰੀਅਨ ਸਿਸਟਮ ਨੂੰ। ਕਿ AI ਦੇ ਆਉਣ ਨਾਲ ਵੱਖ-ਵੱਖ ਤਰ੍ਹਾਂ ਦੇ ਪੱਖ ਦੁਨੀਆ ਨੂੰ ਦੋ ਹਿੱਸਿਆਂ ਵਿੱਚ ਵੰਡ ਦੇਣਗੇ, ਜਿੱਥੇ ਇੱਕ ਪਾਸੇ ਮੁਕਤ ਧਾਰਾ ਦੇ ਵਿੱਚ ਚੱਲ ਰਹੀ ਸੂਚਨਾ ਦਾ ਪ੍ਰਵਾਹ ਹੋਵੇਗਾ ਤੇ ਦੂਜੇ ਪਾਸੇ ਬੜੇ ਹੀ ਕੰਟਰੋਲਡ ਤਰੀਕੇ ਨਾਲ ਚੱਲ ਰਹੇ AI ਸਿਸਟਮ। ਤੇ ਚਲੋ ਆਓ ਸ਼ੁਰੂ ਕਰਦੇ ਹਾਂ ਗੱਲਬਾਤ ਤੇ ਜਾਣਦੇ ਹਾਂ ਕਿ ਨੈਕਸਸ ਕਿਤਾਬ ਇਸ ਹਵਾਲੇ ਨਾਲ ਕੀ ਕਹਿੰਦੀ ਹੈ। ਕਿਤਾਬ ਦੀ ਭੂਮਿਕਾ। ਪ੍ਰੋਲੋਗ। ਕਿਤਾਬ ਦੀ ਭੂਮਿਕਾ ਦੇ ਵਿੱਚ ਹਰਾਰੇ ਸਵਾਲ ਕਰਦਾ ਹੈ ਕਿ ਅਸੀਂ ਇਨਸਾਨ ਜਿਹੜੇ ਆਪਣੇ ਆਪ ਨੂੰ ਇਸ ਕਾਇਨਾਤ ਦੀ ਸਭ ਤੋਂ ਸਿਆਣੀ ਪ੍ਰਜਾਤੀ ਦੱਸਦੇ ਹਾਂ, ਤਾਂ ਕੀ ਅਸੀਂ ਸੱਚਮੁੱਚ ਹੀ ਇੰਨੇ ਸਿਆਣੇ ਹਾਂ ਜਿੰਨਾ ਸਾਨੂੰ ਲੱਗਦਾ ਹੈ? ਇਸ ਸਵਾਲ ਦੇ ਜ਼ਰੀਏ ਉਹ ਮਨੁੱਖ ਦੀ ਅਸਲ ਸਿਆਣਪ ਤੇ ਮਸ਼ੀਨੀ ਸਿਆਣਪ ਵਿਚਕਾਰ ਇੱਕ ਫਰਕ ਸਥਾਪਿਤ ਕਰਨਾ ਚਾਹੁੰਦਾ ਹੈ। ਤੇ ਅੱਜ ਦੀ ਦੁਨੀਆ ਦੇ ਵਿੱਚ ਬਹੁਤ ਵੱਡੇ ਵੱਡੇ ਮੁੱਦੇ ਜਿਵੇਂ ਜਲਵਾਯੂ ਤਬਦੀਲੀ, ਆਰਟੀਫਿਸ਼ੀਅਲ ਇੰਟੈਲੀਜੈਂਸ, ਇੰਟਰਨੈਸ਼ਨਲ ਕੌਨਫਲਿਕਟ, ਪੋਲੀਟੀਕਲ ਸਟ੍ਰੈਟਜੀ, ਇਹਨਾਂ ਸਾਰੇ ਵਿਸ਼ਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਮਨੁੱਖੀ ਇਤਿਹਾਸ ਦੇ ਵਿੱਚ ਅਸੀਂ ਬੜਾ ਕੁਝ ਇਜਾਦ ਕੀਤਾ, ਬੜੀਆਂ ਖੋਜਾਂ ਕੀਤੀਆਂ ਤੇ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਨਵੇਂ-ਨਵੇਂ ਤਰੀਕੇ ਲੱਭੇ। ਪਰ ਜਿਵੇਂ-ਜਿਵੇਂ ਅਸੀਂ ਇਹ ਸਾਰਾ ਕੁਝ ਹਾਸਲ ਕਰਦੇ ਗਏ, ਅਸੀਂ ਦੁਨੀਆ ਨੂੰ ਖੁਦ ਬਖੁਦ ਇੱਕ ਤਰ੍ਹਾਂ ਦੇ ਪਛਾਣ ਸੰਕਟ ਦੇ ਵਿੱਚ ਝੋਕ ਦਿੱਤਾ। ਜਲਵਾਯੂ ਤਬਦੀਲੀ ਦੀ ਵਜ੍ਹਾ ਦੇ ਨਾਲ ਸਾਡਾ ਇਕੋਲੋਜੀਕਲ ਸਿਸਟਮ ਸੰਕਟਾਂ ਦੇ ਵਿੱਚ ਘਿਰ ਗਿਆ। AI ਜਿਹੀਆਂ ਟੈਕਨੋਲੋਜੀਆਂ ਦੇ ਵਿਕਾਸ ਦੇ ਨਾਲ ਸਾਨੂੰ ਇੱਕ ਐਸੇ ਭਵਿੱਖ ਦਾ ਡਰ ਪੈਦਾ ਹੋ ਗਿਆ ਜਿਹੜਾ ਹਾਲੇ ਸ਼ੁਰੂ ਹੋਣਾ। ਅਸੀਂ ਆਪਣੇ ਆਲੇ ਦੁਆਲੇ ਜਿਸ ਤਰ੍ਹਾਂ ਦਾ
ਵਿਸ਼ਵ ਦੇਖ ਰਹੇ ਹਾਂ, ਕਈ ਤਰ੍ਹਾਂ ਦੇ ਤਣਾਅ ਦੇਖ ਰਹੇ ਹਾਂ, ਤੇ ਵੀ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਹਰ ਦੇਸ਼ ਆਪਣੇ ਆਪ ਨੂੰ ਹੋਰ ਮਜ਼ਬੂਤ ਕਰਨ ਤੇ ਹਥਿਆਰਾਂ ਦੀ ਪੰਡ ਜਮ੍ਹਾਂ ਕਰਨ 'ਚ ਜੁਟਿਆ ਹੋਇਆ। ਇਹ ਸਾਰਾ ਕੁਝ ਸਾਨੂੰ ਇੱਕ ਨਵੀਂ ਵਿਸ਼ਵ ਜੰਗ ਦਾ ਖਤਰਾ ਸਾਡੇ ਸਿਰਾਂ ਦੇ ਉੱਤੇ ਲਿਆ ਛੱਡਦਾ ਹੈ। ਹਰਾਰੇ ਇਹ ਗੱਲ ਸਮਝਾਉਂਦਾ ਕਿ ਇੰਨੇ ਸਾਲਾਂ ਦੀ ਤਰੱਕੀ ਤੋਂ ਬਾਅਦ ਵੀ ਅਸੀਂ ਇੱਕ ਐਸੇ ਸਿਆਣਪ ਦੇ ਮਕਾਮ ਤੇ ਨਹੀਂ ਪਹੁੰਚ ਪਾਏ ਕਿ ਅਸੀਂ ਆਪਣੀ ਸਾਰੀ ਅਕਲ ਦੀ ਵਰਤੋਂ ਕਰਕੇ ਇਹ ਸਿੱਟਾ ਕੱਢ ਸਕੀਏ। ਇੰਨੀ ਸੋਚੀ ਦੇ ਬਾਵਜੂਦ ਵੀ ਅਸੀਂ ਆਪਣੇ ਆਪ ਨੂੰ ਇੰਨੇ ਸਧਾਰਨ ਜਿਹੇ ਸਵਾਲ ਪੁੱਛ ਰਹੇ ਹਾਂ ਕਿ ਅਸੀਂ ਹਾਂ ਕੌਣ, ਸਾਨੂੰ ਚਾਹੀਦਾ ਕੀ ਹੈ ਤੇ ਅਸੀਂ ਜੀ ਕਿਉਂ ਰਹੇ ਹਾਂ। ਹਰਾਰੇ ਦੱਸਦੇ ਨੇ ਕਿ ਪੂਰੇ ਮਨੁੱਖੀ ਇਤਿਹਾਸ ਦੇ ਵਿੱਚ ਅਸੀਂ ਹਮੇਸ਼ਾ ਮਿੱਥਾਂ ਦੀ ਕਲਪਨਾ ਦੇ ਸਹਾਰੇ ਜਿਉਂਦੇ ਰਹੇ। ਇਹ ਮਿੱਥਾਂ ਸਾਨੂੰ ਇੱਕ ਦੂਜੇ ਨਾਲ ਜੋੜਨ ਲਈ ਬਣਾਈਆਂ ਗਈਆਂ ਸੀ, ਪਰ ਕਈ ਵਾਰ ਇਹ ਸਾਨੂੰ ਗਲਤ ਦਿਸ਼ਾ ਦੇ ਵਿੱਚ ਵੀ ਲੈ ਗਈਆਂ। ਮਿੱਥਾਂ ਦੇ ਡਿਲੂਜ਼ਨ ਸਾਨੂੰ ਕਈ ਵਾਰ ਮਜ਼ਬੂਤ ਬਣਾਉਂਦੇ ਨੇ, ਪਰ ਇਹਨਾਂ ਨੇ ਹੀ ਕਈ ਵਾਰ ਮਨੁੱਖਤਾ ਨੂੰ ਬਹੁਤ ਵੱਡੇ ਖਤਰਿਆਂ ਦੇ ਵਿੱਚ ਵੀ ਪਾਇਆ ਹੈ। ਨਾਜ਼ੀਵਾਦ ਤੇ ਸਟਾਲਿਨਵਾਦ ਇਸ ਦੀਆਂ ਵੱਡੀਆਂ ਉਦਾਹਰਣਾਂ ਨੇ। ਨਾਜ਼ੀਵਾਦ ਇੱਕ ਅਜਿਹੇ ਭਰਮ ਦੇ ਉੱਤੇ ਆਧਾਰਿਤ ਸੀ ਜਿਸ ਵਿੱਚ ਇੱਕ ਨਸਲ ਆਪਣੇ ਆਪ ਨੂੰ ਹੋਰਨਾਂ ਨਾਲੋਂ ਬਹੁਤ ਉੱਚਾ ਮੰਨਦੀ ਸੀ। ਇਸ ਡਿਲੂਜ਼ਨਲ ਨੈਟਵਰਕ ਨੇ ਇੰਨੀ ਤਾਕਤ ਹਾਸਲ ਕਰ ਲਈ ਕਿ ਪੂਰੀ ਦੁਨੀਆ ਜੰਗ ਦੇ ਮੈਦਾਨ ਦੇ ਵਿੱਚ ਆ ਕੇ ਖੜੀ ਹੋ ਗਈ। ਸਟਾਲਿਨਵਾਦ ਵੀ ਇੱਕ ਇਸੇ ਤਰ੍ਹਾਂ ਦੇ ਨੈਟਵਰਕ ਦੀ ਮਿਸਾਲ ਹੈ, ਜਿਸ ਦੇ ਵਿੱਚ ਸੂਚਨਾ ਦੀ ਗਲਤ ਵਰਤੋਂ ਕਰਕੇ ਇੱਕ ਟੋਟਲਟੇਰੀਅਨ ਭਾਵ ਇੱਕ ਤਾਨਾਸ਼ਾਹੀ ਨਿਜ਼ਾਮ ਸਥਾਪਿਤ ਕੀਤਾ ਗਿਆ, ਜਿਹੜਾ ਲੋਕਾਂ ਨੂੰ ਵਸ ਦੇ ਵਿੱਚ ਕਰਨ ਲਈ ਝੂਠ ਤੇ ਫਰੇਬ ਦਾ ਇਸਤੇਮਾਲ ਕਰਦਾ ਸੀ। ਹਰਾਰੇ ਇਸ ਪ੍ਰੋਸੈਸ ਨੂੰ ਸਮਝਾਉਂਦਿਆਂ ਹੋਇਆ ਕਹਿੰਦਾ ਕਿ ਕਿਸ ਤਰ੍ਹਾਂ ਸੂਚਨਾ ਦੇ ਇਹ ਨੈਟਵਰਕ ਆਪਣੇ ਮੁੱਢ ਦੇ ਵਿੱਚ ਇੱਕ ਸਧਾਰਨ ਜਿਹੀ ਕਹਾਣੀ ਜਾਂ ਸਿਸਟਮ ਦੇ ਰੂਪ 'ਚ ਹੁੰਦੇ ਨੇ, ਪਰ ਇਹ ਹੌਲੀ-ਹੌਲੀ ਪੂਰੇ ਸਮਾਜ ਨੂੰ ਆਪਣੇ ਵੱਸ ਵਿੱਚ ਕਰਨ ਲੱਗਦੇ ਨੇ। ਮਿੱਥਾਂ ਦਾ ਕੰਮ ਸੁਸਾਇਟੀ ਦੇ ਲੋਕਾਂ ਨੂੰ ਇੱਕ ਦੂਜੇ ਨਾਲ ਜੋੜਨਾ ਹੁੰਦਾ, ਪਰ ਜਦੋਂ ਇਹ ਮਿੱਥਾਂ ਭਰਮ ਬਣ ਜਾਣ ਤਾਂ ਇਹ ਅਰਥਾਂ ਦਾ ਅਨਰਥ ਕਰ ਦਿੰਦੀਆਂ ਨੇ। ਅਧਿਆਇ ਪਹਿਲਾ, ਵਾਟ ਇਜ਼ ਇਨਫੋਰਮੇਸ਼ਨ? ਸੂਚਨਾ ਕੀ ਹੈ? ਕਿਹਾ ਜਾਂਦਾ ਹੈ ਕਿ ਇਨਫੋਰਮੇਸ਼ਨ ਇਜ਼ ਪਾਵਰ, ਯਾਨੀ ਕਿ ਸੂਚਨਾ ਇੱਕ ਸ਼ਕਤੀ ਹੈ। ਪਰ ਹਰਾਰੇ ਕਹਿੰਦਾ ਕਿ ਇਨਫੋਰਮੇਸ਼ਨ ਕਿਸੇ ਤੱਥ ਜਾਂ ਹਕੀਕਤ ਨੂੰ ਪੇਸ਼ ਕਰਨ ਦਾ ਕੰਮ ਨਹੀਂ ਕਰਦੀ। ਇਸ ਦਾ ਅਸਲੀ ਕੰਮ ਹੁੰਦਾ ਹੈ ਕਨੈਕਸ਼ਨ ਬਣਾਉਣਾ, ਭਾਵ ਲੋਕਾਂ ਦੇ ਵਿਚਾਰਾਂ ਨੂੰ ਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਨੂੰ ਇੱਕ ਦੂਜੇ ਨਾਲ ਜੋੜਨਾ। ਸੂਚਨਾ ਨੂੰ ਸਮਝਣਾ ਕਿਸੇ ਤੱਥ ਜਾਂ ਸੱਚਾਈ ਨੂੰ ਸਮਝਣਾ ਨਹੀਂ, ਸਗੋਂ ਇਹ ਸਮਝਣਾ ਹੁੰਦਾ ਹੈ ਕਿ ਉਹ ਸੂਚਨਾ ਕਿਸ ਤਰ੍ਹਾਂ ਸਾਡੀ ਸੋਚ ਤੇ ਸਮਾਜ ਨੂੰ ਬਦਲਦੀ ਹੈ। ਹਰਾਰੇ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਅਕਸਰ ਅਸੀਂ ਇਨਫੋਰਮੇਸ਼ਨ ਨੂੰ ਸਿਰਫ ਹਕੀਕਤ ਦੀ ਪੇਸ਼ਕਾਰੀ ਸਮਝ ਲੈਂਦੇ ਹਾਂ, ਜਿਵੇਂ ਕੋਈ ਖਬਰ ਜਾਂ ਇਸ ਤਰ੍ਹਾਂ ਦਾ ਡਾਟਾ ਜਿਹੜਾ ਸਾਨੂੰ ਕਿਸੇ ਘਟਨਾ ਦਾ ਪਤਾ ਦੇ ਰਿਹਾ ਹੋਵੇ। ਇਸ ਕਨੈਕਸ਼ਨ ਦੀ ਇੱਕ ਬੜੀ ਖੂਬਸੂਰਤ ਤੇ ਨਿੱਕੀ ਜਿਹੀ ਉਦਾਹਰਣ ਹੈ ਇੱਕ ਕਬੂਤਰ, ਚੇਰ ਆਮੀ ਨਾਂ ਦਾ ਇੱਕ ਕਬੂਤਰ। ਪਹਿਲਾਂ ਦੇ ਸਮਿਆਂ ਦੇ ਵਿੱਚ ਲੜਾਈਆਂ ਯੁੱਧਾਂ ਦੇ ਸਮੇਂ ਕਬੂਤਰਾਂ ਨੂੰ ਛੋਟੇ-ਛੋਟੇ ਸੁਨੇਹੇ ਭੇਜਣ ਲਈ ਵਰਤਿਆ ਜਾਂਦਾ ਸੀ। ਇੱਕ ਛੋਟੇ ਜਿਹੇ ਕਾਗਜ਼ ਦੇ ਟੁਕੜੇ ਕੁਝ ਅੱਖਰ ਇੱਕ ਪੂਰੀ ਬਟਾਲੀਅਨ ਦੀ ਜਾਨ ਬਚਾ ਜਾਂਦੇ ਸੀ। ਚੇਰ ਆਮੀ ਕਬੂਤਰ ਨੂੰ ਵੀ ਪਹਿਲੀ ਵਿਸ਼ਵ ਜੰਗ ਦੇ ਦੌਰਾਨ ਬੰਦੀ ਬਣਾਈ ਗਈ ਇੱਕ ਬਟਾਲੀਅਨ ਦੀ ਜ਼ਿੰਦਗੀ ਬਚਾਉਣ ਲਈ ਵਰਤਿਆ ਗਿਆ। ਉਸ ਨਿੱਕੇ ਜਿਹੇ ਕਬੂਤਰ ਦੇ ਪੈਰਾਂ ਦੇ ਵਿੱਚ ਇੱਕ ਕਾਗਜ਼ ਦਾ ਟੁਕੜਾ ਵੱਜਿਆ ਗਿਆ ਸੀ, ਜਿਸ ਤੇ ਲਿਖਿਆ ਸੀ, ਤੁਹਾਨੂੰ ਰੱਬ ਦਾ ਵਾਸਤਾ, ਕਿਰਪਾ ਕਰਕੇ ਯੁੱਧ ਰੋਕ ਦਿਓ। ਇਸ ਤਰ੍ਹਾਂ ਕਾਗਜ਼ ਇੱਕ ਪ੍ਰਤੀਕ ਬਣ ਗਿਆ, ਇੱਕ ਖਾਸ ਇਨਫੋਰਮੇਸ਼ਨ ਦਾ। ਇਸ ਸੁਨੇਹੇ ਨੇ ਪੂਰੀ ਜੰਗ ਦੇ ਪ੍ਰਬੰਧ ਨੂੰ ਬਦਲ ਦਿੱਤਾ। ਇਹ ਇੱਕ ਉਦਾਹਰਣ ਹੈ ਕਿ ਪ੍ਰਤੀਕ ਕਿਸ ਤਰ੍ਹਾਂ ਨਵੇਂ ਕਨੈਕਸ਼ਨ ਤੇ ਨਵੀਆਂ ਹਕੀਕਤਾਂ ਨੂੰ ਜਨਮ ਦੇ ਦਿੰਦੇ ਨੇ। ਕਾਗਜ਼ ਤੇ ਲਿਖੇ ਕੁਝ ਸ਼ਬਦਾਂ ਨੇ ਲੋਕਾਂ ਦੀ ਜਾਨ ਬਚਾ ਲਈ, ਕਿਉਂਕਿ ਇਸ ਨਾਲ ਇੱਕ ਕਨੈਕਸ਼ਨ ਬਣ ਗਿਆ ਸੀ ਜ਼ਮੀਨ ਤੇ ਬੈਠੇ ਫੌਜੀਆਂ ਤੇ ਕਮਾਨ ਸੈਂਟਰ ਦੇ ਵਿਚਕਾਰ। ਕਬੂਤਰ ਦੇ ਪੈਰਾਂ 'ਚ ਵੱਜੇ ਕਾਗਜ਼ ਦੇ ਟੁਕੜੇ ਦੇ ਬੇਸ਼ੱਕ ਇੱਕ ਨਿੱਕਾ ਜਿਹਾ ਸੁਨੇਹਾ ਲਿਖਿਆ ਸੀ, ਜਿਹੜਾ ਕਿ ਅਸਲ ਦੇ ਵਿੱਚ ਇੱਕ ਸੂਚਨਾ ਸੀ, ਪਰ ਇਹ ਸੂਚਨਾ ਇੱਕ ਅਜਿਹੀ ਚੀਜ਼ ਸੀ ਜੋ ਹਜ਼ਾਰਾਂ ਫੌਜੀਆਂ ਨੂੰ ਇੱਕ ਪ੍ਰਬੰਧ ਨਾਲ ਜੋੜਦੀ ਸੀ। ਇਸ ਦਾ ਮਤਲਬ ਇਹ ਹੈ ਕਿ ਕਿਸੇ ਛੋਟੀ ਜਿਹੀ ਚੀਜ਼ ਵੀ ਜਦੋਂ ਕਿਸੇ ਖਾਸ ਪ੍ਰਸੰਗ ਦੇ ਵਿੱਚ ਵਰਤੀ ਜਾਵੇ ਤਾਂ ਉਹ ਇਨਫੋਰਮੇਸ਼ਨ ਬਣ ਜਾਂਦੀ ਹੈ। ਹਰਾਰੇ ਕਹਿੰਦਾ ਕਿ ਹਰ ਚੀਜ਼ ਇਨਫੋਰਮੇਸ਼ਨ ਹੋ ਸਕਦੀ ਹੈ, ਪਰ ਜਦੋਂ ਅਸੀਂ ਉਸ ਇਨਫੋਰਮੇਸ਼ਨ ਨੂੰ ਕਿਸੇ ਖਾਸ ਨੈਟਵਰਕ ਦੇ ਵਿੱਚ ਵਰਤਦੇ ਹਾਂ ਤਾਂ ਉਸ ਦਾ ਅਸਰ ਕਈ ਗੁਣਾ ਵੱਧ ਜਾਂਦਾ ਹੈ। ਇਸ ਤਰ੍ਹਾਂ ਮਨੁੱਖੀ ਸਮਾਜ ਦੇ ਵਿੱਚ ਮਿੱਥਾਂ ਤੇ ਕਹਾਣੀਆਂ ਦਾ ਕੰਮ ਸਿਰਫ ਸੱਚਾਈ ਨੂੰ ਪੇਸ਼ ਕਰਨਾ ਨਹੀਂ ਹੁੰਦਾ, ਸਗੋਂ ਕਈ ਨਵੇਂ ਵਿਚਾਰਾਂ ਨੂੰ ਜਨਮ ਦੇਣਾ ਵੀ ਹੁੰਦਾ, ਨਵੇਂ ਕਨੈਕਸ਼ਨ ਬਣਾਉਣਾ ਵੀ ਹੁੰਦਾ ਤੇ ਨਵੇਂ ਸਮਾਜਿਕ ਢਾਂਚੇ ਸਥਾਪਿਤ ਕਰਨਾ ਵੀ ਹੁੰਦਾ। ਇਸੇ ਕਰਕੇ ਕਹਾਣੀਆਂ ਕਦੇ-ਕਦੇ ਸੱਚ ਜਾਂ ਝੂਠ ਤੋਂ ਪਰਾਂ ਹੁੰਦੀਆਂ ਨੇ, ਪਰ ਉਹਨਾਂ ਦਾ ਅਸਰ ਸੱਚ ਹੁੰਦਾ। ਇੱਕ ਮਿੱਥ ਜੇਕਰ ਕਿਸੇ ਭਾਈਚਾਰੇ ਨੂੰ ਆਪਸ 'ਚ ਜੋੜ ਕੇ ਰੱਖਦੀ ਹੈ ਤਾਂ ਉਸ ਮਿੱਥ ਦਾ ਅਸਰ ਉਸ ਦੇ ਸੱਚ ਜਾਂ ਝੂਠ ਹੋਣ ਤੇ ਨਿਰਭਰ ਨਹੀਂ ਕਰਦਾ। ਜਿਵੇਂ ਕਿ ਸਾਡੇ ਧਾਰਮਿਕ ਗ੍ਰੰਥ ਲੋਕਾਂ ਦੇ ਵਿਚਕਾਰ ਇੱਕ ਗਹਿਰਾ ਤੇ ਗੂੜਾ ਕਨੈਕਸ਼ਨ ਬਣਾਉਂਦੇ ਨੇ ਤੇ ਫਿਰ ਉਹਨਾਂ ਕਨੈਕਸ਼ਨਾਂ ਦੇ ਰਾਹੀਂ ਹੀ ਅਸੀਂ ਆਪਣੇ ਚਿਗਰਦੇ ਨੂੰ ਸਮਝਦੇ ਹਾਂ।
ਹਰਾਰੇ ਇਸ ਗੱਲ ਨੂੰ ਹਾਈਲਾਈਟ ਕਰਦਾ ਹੋਇਆ ਕਹਿੰਦਾ ਹੈ ਕਿ ਕਹਾਣੀਆਂ ਤੇ ਪ੍ਰਤੀਕ ਬਹੁਤੀ ਵਾਰ ਇੱਕ ਨਵੇਂ ਤਰੀਕੇ ਦੀ ਦੁਨੀਆ ਨੂੰ ਸਿਰਜਣ ਦਾ ਕੰਮ ਕਰਦੇ ਨੇ। ਜੇਕਰ ਅਸੀਂ ਆਪਣੇ ਇਤਿਹਾਸ ਨੂੰ ਦੇਖੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਹਰ ਇੱਕ ਪ੍ਰਾਚੀਨ ਕਥਾ ਮਨੁੱਖੀ ਇਤਿਹਾਸ ਦੇ ਅੰਦਰ ਹੀ ਇੱਕ ਨਵੇਂ ਵਰਲਡ ਵਿਊ ਨੂੰ ਕ੍ਰੀਏਟ ਕਰਨ ਦੀ ਕੋਸ਼ਿਸ਼ ਵਿੱਚ ਹੈ। ਇਹ ਕਹਾਣੀਆਂ ਸਾਨੂੰ ਸਮਾਜ ਦੇ ਨਾਲ ਬੰਨ੍ਹ ਕੇ ਰੱਖਦੀਆਂ ਨੇ। ਇਹ ਮਨੁੱਖੀ ਵਿਕਾਸ ਦਾ ਇੱਕ ਅਭਿੰਨ ਹਿੱਸਾ ਨੇ। ਇਹ ਸਾਨੂੰ ਦੱਸਦੀਆਂ ਨੇ ਕਿ ਅੱਜ ਅਸੀਂ ਜਿਸ ਤਰ੍ਹਾਂ ਦੇ ਡਿਜੀਟਲ ਯੁੱਗ ਦੇ ਵਿੱਚ ਰਹਿ ਰਹੇ ਹਾਂ ਤਾਂ ਸਾਡੇ ਇਨਫੋਰਮੇਸ਼ਨ ਨੈਟਵਰਕ ਵੀ ਉਹੀ ਕੰਮ ਕਰ ਰਹੇ ਨੇ ਜੋ ਕਦੇ ਇਹ ਕਹਾਣੀਆਂ ਕਰਦੀਆਂ ਸੀ। ਸੋਸ਼ਲ ਮੀਡੀਆ ਦੇ ਐਲਗੋਰਿਦਮ ਇਹਨਾਂ ਕਹਾਣੀਆਂ ਨੂੰ ਕਿਊਰੇਟ ਕਰਦੇ ਨੇ, ਭਾਵ ਸਿਰਜਦੇ ਨੇ, ਤੇ ਫਿਰ ਉਹਨਾਂ ਨੂੰ ਇੱਕ ਕ੍ਰਮ ਦੇ ਵਿੱਚ ਬੰਨ੍ਹਦੇ ਨੇ। ਇਹ ਕ੍ਰਮ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਵੱਖ-ਵੱਖ ਲੋਕ ਆਪੋ ਆਪਣੀਆਂ ਕਹਾਣੀਆਂ ਦੇ ਵਿੱਚ ਰੁੱਝੇ ਰਹਿੰਦੇ ਨੇ। ਇਹ ਕਹਾਣੀਆਂ ਸਿਰਫ ਖਬਰਾਂ ਨਹੀਂ ਹੁੰਦੀਆਂ, ਸਗੋਂ ਇੱਕ ਖਾਸ ਕਿਸਮ ਦੀ ਸੋਸ਼ਲ ਰਿਐਲਿਟੀ ਨੂੰ ਵੀ ਘੜ ਰਹੀਆਂ ਹੁੰਦੀਆਂ ਨੇ, ਜਿੱਥੇ ਲੋਕ ਇੱਕ ਖਾਸ ਤਰ੍ਹਾਂ ਦੇ ਨਜ਼ਰੀਏ ਦੇ ਨਾਲ ਆਪਣੇ ਆਲੇ ਦੁਆਲੇ ਦੀ ਦੁਨੀਆ ਨੂੰ ਦੇਖਦੇ ਨੇ। ਇਸ ਦਾ ਮਤਲਬ ਇਹ ਹੋਇਆ ਕਿ ਜਦੋਂ ਅਸੀਂ ਇਨਫੋਰਮੇਸ਼ਨ ਦੇ ਬਾਰੇ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਸਮਝਣਾ ਪੈਂਦਾ ਕਿ ਇਨਫੋਰਮੇਸ਼ਨ ਦਾ ਕੰਮ ਸਿਰਫ ਰਿਐਲਿਟੀ ਦੱਸਣਾ ਨਹੀਂ, ਸਗੋਂ ਸਾਨੂੰ ਇੱਕ ਨਵੇਂ ਤਰੀਕੇ ਨਾਲ ਸੋਚਣ ਤੇ ਸਮਝਣ ਦਾ ਜ਼ਰੀਆ ਦੇਣਾ ਹੈ। ਇਹ ਗੱਲ ਕਈ ਹੋਰ ਥਾਵਾਂ ਤੇ ਵੀ ਫਿੱਟ ਹੁੰਦੀ ਹੈ, ਭਾਵੇਂ ਉਹ ਇਤਿਹਾਸ ਨੂੰ ਸਮਝਣਾ ਹੋਵੇ ਜਾਂ ਅੱਜ ਦੇ AI ਸਿਸਟਮ ਨੂੰ। ਇਹ AI ਸਿਸਟਮ ਵੀ ਤੁਹਾਡੇ ਨਿੱਜੀ ਡਾਟੇ ਦੇ ਆਧਾਰ ਉੱਤੇ ਤੁਹਾਡੀ ਡਿਜੀਟਲ ਯੁੱਗ ਦੇ ਵਿਚਲੀ ਹੋਣੀ ਨੂੰ ਘੜਦੇ ਨੇ। ਹਰਾਰੇ ਚੈਪਟਰ ਦੇ ਮੁੱਕਦਿਆਂ ਇਹ ਦੱਸਦਾ ਹੈ ਕਿ ਸਾਨੂੰ ਇਨਫੋਰਮੇਸ਼ਨ ਨੂੰ ਇੱਕ ਸਟੈਟਿਕ ਰਿਐਲਿਟੀ ਦੀ ਝਲਕ ਵਜੋਂ ਨਹੀਂ ਦੇਖਣਾ ਚਾਹੀਦਾ, ਸਗੋਂ ਸਾਨੂੰ ਇਸ ਨੂੰ ਇੱਕ ਡਾਇਨਾਮਿਕ ਫੋਰਸ ਵਜੋਂ ਸਮਝਣਾ ਚਾਹੀਦਾ ਹੈ। ਇੱਕ ਐਸੀ ਸ਼ਕਤੀ ਜਿਹੜੀ ਲਗਾਤਾਰ ਕਨੈਕਸ਼ਨ ਬਣਾ ਰਹੀ ਹੈ ਤੇ ਲਗਾਤਾਰ ਨਵੇਂ ਸਿਸਟਮਾਂ ਨੂੰ ਜਨਮ ਦੇ ਰਹੀ ਹੈ। ਅਧਿਆਇ ਦੂਜਾ, ਸਟੋਰੀਜ਼ ਅਨਲਿਮਿਟਿਡ ਕਨੈਕਸ਼ਨਸ, ਕਹਾਣੀਆਂ ਤੇ ਉਹਨਾਂ ਦੇ ਅਣਗਿਣਤ ਕਨੈਕਸ਼ਨ। ਮਨੁੱਖ ਹਮੇਸ਼ਾ ਤੋਂ ਹੀ ਕਹਾਣੀਆਂ ਸੁਣਦਾ ਸੁਣਾਉਂਦਾ ਆਇਆ ਹੈ। ਕਹਾਣੀਆਂ ਸਿਰਫ ਮਨੋਰੰਜਨ ਵਾਸਤੇ ਨਹੀਂ ਹੁੰਦੀਆਂ, ਸਗੋਂ ਸਾਨੂੰ ਇੱਕ ਦੂਜੇ ਨਾਲ ਜੋੜਦੀਆਂ ਵੀ ਨੇ। ਹਰਾਰੇ ਕਹਿੰਦਾ ਹੈ ਕਿ ਮਨੁੱਖੀ ਜੀਵਨ ਦੀ ਅਸਲ ਜੀਵਨ ਜਾਂਚ ਜਾਂ ਇਸ ਦੀ ਅਸਲ ਫਾਊਂਡੇਸ਼ਨ ਇਹਨਾਂ ਕਹਾਣੀਆਂ ਤੇ ਹੀ ਖੜੀ ਹੈ। ਇਹ ਉਹੀ ਕਹਾਣੀਆਂ ਨੇ ਜਿਹੜੀਆਂ ਵੱਖ-ਵੱਖ ਸਮਾਜਾਂ, ਦੇਸ਼ਾਂ ਤੇ ਉਹਨਾਂ ਦੇ ਅੰਦਰਲੇ ਕਾਰਪੋਰੇਸ਼ਨਾਂ ਨੂੰ ਆਪਸ ਵਿੱਚ ਜੋੜ ਕੇ ਰੱਖਦੀਆਂ ਨੇ, ਫਿਰ ਭਾਵੇਂ ਉਹ ਸਾਰੀਆਂ ਮਿੱਥਾਂ ਹੀ ਕਿਉਂ ਨਾ ਹੋਣ। ਕਹਾਣੀਆਂ ਸਾਡੇ ਸਮਾਜ ਤੇ ਸਾਡੀ ਸੋਝੀ ਨੂੰ ਇੱਕ ਹਾਇਰਾਰਕੀ ਦਿੰਦੀਆਂ ਨੇ, ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਨੂੰ ਇੱਕ ਸਾਂਝੀ ਜਾਂ ਮਿਸ਼ਰਤ ਪਛਾਣ ਨਾਲ ਬੰਨ੍ਹ ਕੇ ਰੱਖਦੀਆਂ ਨੇ। ਤੁਸੀਂ ਗੌਰ ਕਰੋ ਕਿ ਦੁਨੀਆ ਦੇ ਹਰ ਵੱਡੇ ਮਨੁੱਖੀ ਨੈਟਵਰਕ ਦੀ ਨੀਂਹ ਕਿਸੇ ਸ਼ੇਅਰਡ ਬਿਲੀਵ ਸਿਸਟਮ, ਭਾਵ ਕਿਸੇ ਸਾਂਝੇ ਵਿਸ਼ਵਾਸ ਤੇ ਹੀ ਆਧਾਰਿਤ ਹੈ। ਇਹ ਸਾਂਝੇ ਵਿਸ਼ਵਾਸ ਬਣਦੇ ਕਿਵੇਂ ਨੇ, ਇਹ ਵੀ ਸਾਨੂੰ ਕਹਾਣੀਆਂ ਦੇ ਰਾਹੀਂ ਹੀ ਪਤਾ ਲੱਗਦਾ ਹੈ। ਕਹਾਣੀਆਂ ਹੀ ਸਾਨੂੰ ਇਹਨਾਂ ਵੱਡੇ ਵੱਡੇ ਨੈਟਵਰਕਾਂ ਨਾਲ ਜੋੜਦੀਆਂ ਨੇ। ਇਸ ਦੀ ਇੱਕ ਬਹੁਤ ਵੱਡੀ ਮਿਸਾਲ ਹੈ ਧਰਮ। ਹਰ ਧਰਮ ਇੱਕ ਕਹਾਣੀ ਦੇ ਉੱਤੇ ਆਧਾਰਿਤ ਹੈ। ਜਿਵੇਂ ਸਾਡੇ ਧਾਰਮਿਕ ਗ੍ਰੰਥਾਂ ਦੀਆਂ ਕਹਾਣੀਆਂ ਲੋਕਾਂ ਨੂੰ ਇੱਕ ਅਧਿਆਤਮਕ ਤੇ ਇੱਕ ਨੈਤਿਕ ਸੇਧ ਦਿੰਦੀਆਂ ਨੇ, ਜੋ ਉਹਨਾਂ ਨੂੰ ਇੱਕ ਭਾਈਚਾਰੇ ਦੇ ਵਿੱਚ ਬੰਨ੍ਹਣ ਦਾ ਕੰਮ ਕਰਦੀਆਂ। ਬੇਸ਼ੱਕ ਹਰੇਕ ਧਰਮ ਦੀ ਕਹਾਣੀ ਵੱਖੋ-ਵੱਖ ਹੋਵੇ, ਪਰ ਇਹਨਾਂ ਸਾਰਿਆਂ ਦੇ ਵਿੱਚ ਇੱਕੋ ਸਾਂਝਾ ਤੱਤ ਇਹੀ ਹੈ ਕਿ ਲੋਕਾਂ ਦੇ ਵਿੱਚ ਸਾਂਝੀਵਾਲਤਾ ਤੇ ਇਕਜੁੱਟਤਾ ਨੂੰ ਵਧਾਵਾ ਦਿੰਦੇ ਨੇ। ਇਸੇ ਤਰ੍ਹਾਂ ਨਾਲ ਵੱਖ-ਵੱਖ ਰਾਸ਼ਟਰ ਵੀ ਇਸੇ ਤਰ੍ਹਾਂ ਦੀਆਂ ਕਹਾਣੀਆਂ ਤੇ ਟਿਕੇ ਹੋਏ ਨੇ। ਹਰ ਦੇਸ਼ ਦੀ ਇੱਕ ਆਪਣੀ ਕਹਾਣੀ ਹੁੰਦੀ ਹੈ ਜੋ ਉਸ ਦੇਸ਼ ਦੇ ਲੋਕਾਂ ਨੂੰ ਏਕੇ ਤੇ ਆਪਣੇਪਨ ਦੀ ਭਾਵਨਾ ਦਿੰਦੀ ਹੈ। ਜੇਕਰ ਅਮਰੀਕਾ ਦੀ ਮਿਸਾਲ ਲਈਏ ਤਾਂ ਉੱਥੇ ਅਮਰੀਕਨ ਡ੍ਰੀਮ ਨਾਂ ਦੀ ਇੱਕ ਕਹਾਣੀ ਹੈ ਜਿਹੜੀ ਸਾਰੇ ਅਮਰੀਕੀ ਲੋਕਾਂ ਨੂੰ ਇਹ ਪ੍ਰੇਰਨਾ ਦਿੰਦੀ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਤੇ ਲਗਨ ਨਾਲ ਕੁਝ ਵੀ ਹਾਸਲ ਕਰ ਸਕਦੇ ਨੇ। ਇਹ ਕਹਾਣੀ ਇੱਕ ਵੱਡੇ ਨੈਟਵਰਕ, ਭਾਵ ਪੂਰੇ ਦੇਸ਼ ਨੂੰ ਆਪਸ 'ਚ ਜੋੜਨ ਦਾ ਕੰਮ ਕਰਦੀ ਹੈ। ਇੱਥੋਂ ਤੱਕ ਕਿ ਉੱਥੋਂ ਦੀਆਂ ਸਾਰੀਆਂ ਕਾਰਪੋਰੇਸ਼ਨਾਂ ਵੀ ਇਸੇ ਤਰ੍ਹਾਂ ਦੀਆਂ ਕਹਾਣੀਆਂ ਸਿਰਜਦੀਆਂ ਨੇ। ਹਰ ਵੱਡੇ ਵਪਾਰ ਦੀ ਇੱਕ ਕਹਾਣੀ ਹੁੰਦੀ ਹੈ ਜਿਹੜੀ ਉਸ ਦੇ ਦ੍ਰਿਸ਼ਟੀਕੋਣ ਨੂੰ, ਸੋਚ ਨੂੰ ਤੇ ਕਦਰਾਂ ਕੀਮਤਾਂ ਨੂੰ ਪਰਿਭਾਸ਼ਿਤ ਕਰਦੀ ਹੈ। ਜਿਵੇਂ ਐਪਲ ਕੰਪਨੀ ਦੇ ਚਰਚਿਤ ਹੋਣ ਪਿੱਛੇ ਤੇ ਉਸ ਦੀ ਸਿਰਜਣਾ ਪਿੱਛੇ ਇੱਕ ਕਹਾਣੀ ਹੈ। ਇਸ ਕਹਾਣੀ ਨੇ ਦੁਨੀਆ ਦੇ ਭਰ ਦੇ ਲੋਕਾਂ ਦੇ ਵਿੱਚ ਇੱਕ ਬ੍ਰਾਂਡ ਦੇ ਨਾਲ ਲੋਕਾਂ ਦਾ ਵਿਸ਼ਵਾਸ ਬੱਝਣ ਦੀ ਇੱਕ ਕਹਾਣੀ ਘੜੀ ਹੈ, ਇੱਕ ਗਲੋਬਲ ਪੱਧਰ ਦਾ ਨੈਟਵਰਕ ਤਿਆਰ ਕੀਤਾ ਹੈ। ਕਹਾਣੀਆਂ ਸਿਰਫ ਇੱਕ ਭਾਈਚਾਰੇ ਜਾਂ ਸਮੂਹ ਤੱਕ ਸੀਮਤ ਨਹੀਂ ਹੁੰਦੀਆਂ, ਸਗੋਂ ਇਹ ਸਮੇਂ ਤੇ ਸਥਾਨ ਦੀਆਂ ਹੱਦਾਂ ਨੂੰ ਪਾਰ ਕਰਕੇ ਲੋਕਾਂ ਨੂੰ ਜੋੜਦੀਆਂ ਨੇ। ਹਰਾਰੇ ਕਹਿੰਦਾ ਕਿ ਇਹ ਕਹਾਣੀਆਂ ਜਿਓਗ੍ਰਾਫੀਕਲ ਤੇ ਭੂਖੰਡੀ ਹੱਦੀ ਸਰਹੱਦਾਂ ਤੋਂ ਪਰਾਂ ਜਾ ਕੇ ਇੱਕ ਸਾਂਝੀ ਪਛਾਣ ਨੂੰ ਸਿਰਜਦੀਆਂ ਨੇ। ਜੇਕਰ ਤੁਸੀਂ ਧਾਰਮਿਕ ਕਹਾਣੀਆਂ ਨੂੰ ਦੇਖੋ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਇੱਕੋ ਹੀ ਕਹਾਣੀ ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ ਜਾਂ ਦੇਸ਼ਾਂ 'ਚ ਰਹਿ ਰਹੇ ਲੋਕਾਂ ਨੂੰ ਇੱਕ ਸਾਂਝੇ ਸੂਤਰ ਦੇ ਵਿੱਚ ਜੋੜਦੀ ਹੈ।
ਫਿਰ ਭਾਵੇਂ ਉਹ ਕਿਸੇ ਵੀ ਦੇਸ਼ ਜਾਂ ਮਹਾਦੀਪ ਦਾ ਵਿੱਚ ਕਿਉਂ ਨਾ ਰਹਿ ਰਿਹਾ ਹੋਵੇ। ਇੱਕ ਅਮਰੀਕੀ ਈਸਾਈ ਤੇ ਇੱਕ ਭਾਰਤੀ ਈਸਾਈ ਦੇ ਵਿੱਚ ਕੁਦਰਤੀ ਇੱਕ ਸਾਂਝ ਬਣ ਜਾਂਦੀ ਹੈ, ਕਿਉਂਕਿ ਦੋਵੇਂ ਖੁਦ ਨੂੰ ਇੱਕ ਸਾਂਝੀ ਕਹਾਣੀ ਦਾ ਹਿੱਸਾ ਮਹਿਸੂਸ ਕਰਦੇ ਨੇ। ਇਸੇ ਤਰ੍ਹਾਂ ਦੇਸ਼ਾਂ ਦੀਆਂ ਕਹਾਣੀਆਂ ਵੀ ਲੋਕਾਂ ਨੂੰ ਇੱਕ ਮਜ਼ਬੂਤ ਕਨੈਕਸ਼ਨ 'ਚ ਬੰਨ੍ਹਦੀਆਂ ਨੇ। ਭਾਰਤ ਦੇ ਆਜ਼ਾਦੀ ਦੇ ਘੋਲ ਦੀ ਕਹਾਣੀ ਮਿਸਾਲ ਵਜੋਂ ਅਸੀਂ ਲੈਂਦੇ ਹਾਂ। ਇਹ ਕਹਾਣੀ ਹਰ ਇੱਕ ਭਾਰਤੀ ਨੂੰ ਇੱਕ ਗੌਰਵ ਦੀ ਭਾਵਨਾ ਤੇ ਏਕਤਾ ਦਾ ਸੁਨੇਹਾ ਦਿੰਦੀ ਹੈ, ਫਿਰ ਭਾਵੇਂ ਉਹ ਭਾਰਤ ਦੇ ਕਿਸੇ ਵੀ ਰਾਜ ਤੋਂ ਹੋਵੇ। ਇਹ ਇੱਕ ਸ਼ੇਅਰਡ ਬਿਲੀਫ ਹੈ, ਇੱਕ ਕਲੈਕਟਿਵ ਨੈਰੇਟਿਵ ਹੈ ਜਿਹੜਾ ਲੋਕਾਂ ਨੂੰ ਆਪਸ 'ਚ ਜੋੜੀ ਰੱਖਦਾ ਤੇ ਵੱਖ-ਵੱਖ ਰਾਜਾਂ ਵਿੱਚ ਰਹਿੰਦੇ ਹੋਣ ਦੇ ਬਾਵਜੂਦ ਇੱਕ ਰਾਸ਼ਟਰੀ ਪਛਾਣ ਨੂੰ ਮਜ਼ਬੂਤ ਕਰਦਾ। ਇਸ ਕੰਟੈਕਸਟ ਦੇ ਵਿੱਚ ਅਸੀਂ ਕਹਾਣੀਆਂ ਨੂੰ ਇੱਕ ਤਰ੍ਹਾਂ ਦਾ ਸੋਸ਼ਲ ਗਲੂ ਜਾਂ ਸਮਾਜਿਕ ਗੂੰਦ ਕਹਿ ਸਕਦੇ ਹਾਂ, ਜਿਹੜਾ ਲੋਕਾਂ ਨੂੰ ਇੱਕ ਦੂਜੇ ਨਾਲ ਬੰਨ੍ਹ ਕੇ ਰੱਖਦਾ। ਬਿਨਾਂ ਕਿਸੇ ਕਹਾਣੀ ਤੋਂ ਕੋਈ ਵੀ ਵੱਡਾ ਮਨੁੱਖੀ ਨੈਟਵਰਕ ਲੰਮੇ ਸਮੇਂ ਤੱਕ ਟਿਕ ਨਹੀਂ ਸਕਦਾ, ਜਾਂ ਕਹੀਏ ਕਿ ਆਪਣੀ ਹੋਂਦ ਸ਼ੁਰੂ ਵੀ ਨਹੀਂ ਕਰ ਸਕਦਾ। ਜਦੋਂ ਅਸੀਂ ਕਹਾਣੀਆਂ ਨੂੰ ਸਾਂਝਾ ਕਰਦੇ ਹਾਂ ਤਾਂ ਅਸੀਂ ਇੱਕ ਸਾਂਝੀ ਪਛਾਣ ਦਾ ਨਿਰਮਾਣ ਕਰ ਰਹੇ ਹੁੰਦੇ ਹਾਂ। ਇਹ ਪਛਾਣ ਇੱਕ ਭਾਈਚਾਰੇ ਦੇ ਨਾਲ, ਇੱਕ ਦੇਸ਼ ਦੇ ਨਾਲ, ਇੱਕ ਦ੍ਰਿਸ਼ਟੀਕੋਣ ਦੇ ਨਾਲ ਸਾਨੂੰ ਜੁੜਨ 'ਚ ਮਦਦ ਕਰਦਾ ਹੈ। ਹਰਾਰੇ ਮੁਤਾਬਕ ਇਹਨਾਂ ਕਹਾਣੀਆਂ ਦੇ ਰਾਹੀਂ ਅਸੀਂ ਨਾ ਸਿਰਫ ਇੱਕ ਦੂਜੇ ਨਾਲ ਕਨੈਕਟਡ ਫੀਲ ਕਰਦੇ ਹਾਂ, ਸਗੋਂ ਆਪਣੇ ਚਗਿਰਦੇ ਨੂੰ ਵੀ ਇਸੇ ਨਜ਼ਰੀਏ ਨਾਲ ਸਮਝਣ ਲੱਗ ਜਾਂਦੇ ਹਾਂ। ਜਦੋਂ ਅਸੀਂ ਧਰਮ ਦੀਆਂ ਕਹਾਣੀਆਂ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਤਾਂ ਸਾਡਾ ਨਜ਼ਰੀਆ ਇੱਕ ਅਧਿਆਤਮਕ ਨਜ਼ਰੀਏ ਤੋਂ ਘੜਨਾ ਸ਼ੁਰੂ ਹੁੰਦਾ ਹੈ। ਜਦੋਂ ਅਸੀਂ ਕਿਸੇ ਦੇਸ਼ ਦੀ ਕਹਾਣੀ ਸੁਣਦੇ ਹਾਂ ਤਾਂ ਸਾਨੂੰ ਸਾਡੀ ਪਛਾਣ ਉਸ ਦੇਸ਼ ਦੇ ਨਾਗਰਿਕ ਦੇ ਰੂਪ 'ਚ ਮਹਿਸੂਸ ਹੋਣ ਲੱਗ ਜਾਂਦੀ ਹੈ, ਤੇ ਜਦੋਂ ਅਸੀਂ ਕਿਸੇ ਵਪਾਰਕ ਅਦਾਰੇ ਦੀ ਕਹਾਣੀ ਸੁਣਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਉਸ ਕੰਪਨੀ ਦੇ ਬ੍ਰਾਂਡ ਜਾਂ ਉਪਭੋਗਤਾ ਵਜੋਂ ਮਹਿਸੂਸ ਕਰਨ ਲੱਗ ਜਾਂਦੇ ਹਾਂ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਹਨਾਂ ਕਹਾਣੀਆਂ ਦਾ ਅਸਰ ਕਿਸੇ ਖਾਸ ਸਮੇਂ ਜਾਂ ਸਥਾਨ ਤੱਕ ਨਹੀਂ ਹੁੰਦਾ। ਇਹ ਕਹਾਣੀਆਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਵੀ ਜਾਂਦੀਆਂ ਨੇ ਤੇ ਆਪਣਾ ਅਸਰ ਬਣਾਈ ਰੱਖਦੀਆਂ ਨੇ। ਜਿਵੇਂ ਰਾਮਾਇਣ ਮਹਾਭਾਰਤ ਜਿਹੇ ਮਹਾਕਾਵ ਅੱਜ ਵੀ ਲੋਕਾਂ ਨੂੰ ਜੋੜਨ ਦਾ ਕੰਮ ਕਰਦੇ ਨੇ। ਉਹਨਾਂ ਵਿਚਲੀਆਂ ਕਹਾਣੀਆਂ ਸਿਰਫ ਕੋਈ ਇਤਿਹਾਸਕ ਜਾਂ ਮਿਥਿਹਾਸਕ ਕਥਾ ਸੰਸਾਰ ਨਹੀਂ, ਸਗੋਂ ਇਹ ਅੱਜ ਵੀ ਲੋਕਾਂ ਨੂੰ ਇੱਕ ਸਾਂਝੇ ਸੱਭਿਆਚਾਰਕ ਤੇ ਨੈਤਿਕ ਜੀਵਨ ਜਾਂਚ ਦਾ ਸਬਕ ਦੇ ਰਹੇ ਨੇ। ਇਸ ਨੁਕਤੇ ਰਾਹੀਂ ਹਰਾਰੇ ਇਹ ਸਮਝਾਉਣਾ ਚਾਹੁੰਦਾ ਹੈ ਕਿ ਅੱਜ ਦੇ ਆਧੁਨਿਕ ਯੁੱਗ ਦੇ ਵਿੱਚ ਵੀ ਜਦੋਂ ਅਸੀਂ ਡਿਜੀਟਲ ਮੀਡੀਆ ਦੇ ਕਿਸੇ ਰੂਪ ਰਾਹੀਂ ਕਿਸੇ ਸੂਚਨਾ ਨੂੰ ਸਾਂਝਾ ਕਰ ਰਹੇ ਹੁੰਦੇ ਹਾਂ ਤਾਂ ਉਸ ਸੂਚਨਾ ਵਿੱਚ ਲੁਕੀ ਕਹਾਣੀ, ਉਸ ਸੂਚਨਾ ਦੇ ਪਿੱਛੇ ਪਈ ਕਹਾਣੀ ਉਹੀ ਕੰਮ ਕਰ ਰਹੀ ਹੁੰਦੀ ਹੈ ਜਿਹੜੀ ਪੁਰਾਣੇ ਸਮਾਜ ਦੇ ਵਿੱਚ ਇਹ ਕਹਾਣੀਆਂ ਡਾਇਰੈਕਟ ਕਰਦੀਆਂ ਸੀ। ਅੱਜ ਸੋਸ਼ਲ ਮੀਡੀਆ ਤੇ ਜਿਹੜੇ ਬਿਰਤਾਂਤ ਘੜੇ ਜਾਂਦੇ ਨੇ ਉਹ ਲੋਕਾਂ ਦੇ ਸੋਚਣ ਦੇ ਢੰਗ ਨੂੰ ਘੜਦੇ ਨੇ ਤੇ ਕਈ ਵਾਰ ਪੂਰਾ ਸਮਾਜ ਇੱਕੋ ਤਰੀਕੇ ਨਾਲ ਸੋਚਣ ਤੇ ਮਜਬੂਰ ਕਰ ਦਿੱਤਾ ਜਾਂਦਾ ਹੈ। ਅਧਿਆਇ 3 ਡਾਕੂਮੈਂਟਸ ਦ ਬਾਈਟ ਆਫ ਪੇਪਰ ਟਾਈਗਰਸ, ਦਸਤਾਵੇਜ਼ ਤੇ ਦਸਤਾਵੇਜ਼ੀਕਰਨ ਦੀ ਪ੍ਰਕਿਰਿਆ। ਕਹਾਣੀਆਂ ਵਾਂਗ ਡਾਕੂਮੈਂਟ ਭਾਵ ਦਸਤਾਵੇਜ਼ ਭਾਵ ਲਿਖਤ ਰਿਕਾਰਡ ਵੀ ਮਨੁੱਖੀ ਸੱਭਿਅਤਾ ਦਾ ਇੱਕ ਜ਼ਰੂਰੀ ਹਿੱਸਾ ਰਹੇ ਨੇ। ਹਰਾਰੇ ਇਹ ਗੱਲ ਘੋਖਦਾ ਹੈ ਕਿ ਡਾਕੂਮੈਂਟਾਂ ਨੇ ਸਮਾਜ 'ਚ ਕਿਸ ਤਰ੍ਹਾਂ ਦੇ ਵੱਡੇ ਅੰਪਾਇਰ ਤੇ ਕਾਰਪੋਰੇਸ਼ਨ ਖੜੇ ਕਰ ਦਿੱਤੇ ਤੇ ਉਹਨਾਂ ਨੂੰ ਢਾਂਚਾਗਤ ਰੂਪ ਦਿੱਤਾ। ਜਦੋਂ ਸਮਾਜ ਵਿਕਾਸ ਕਰਨ ਲੱਗੇ ਤਾਂ ਮੌਖਿਕ ਪਰੰਪਰਾਵਾਂ ਭਾਵ ਮੂੰਹ ਤੋਂ ਬੋਲੀਆਂ ਜਾਣ ਵਾਲੀਆਂ ਗੱਲਾਂ ਤੇ ਕੰਮ ਕਾਫੀ ਨਹੀਂ ਸੀ। ਇੱਕ ਖਾਸ ਤਰੀਕੇ ਨਾਲ ਇੱਕ ਖਾਸ ਲੋੜ ਦੇ ਤਹਿਤ ਸਭ ਕੁਝ ਰਿਕਾਰਡ ਕਰਨਾ ਜ਼ਰੂਰੀ ਹੁੰਦਾ ਜਾ ਰਿਹਾ ਸੀ। ਲਿਖਣ ਜਾਂ ਲਿਖਤੀ ਦਸਤਾਵੇਜ਼ੀਕਰਨ ਦੀ ਪ੍ਰਕਿਰਿਆ ਨੇ ਇਸ ਜ਼ਰੂਰਤ ਨੂੰ ਪੂਰਾ ਕੀਤਾ। ਹਰਾਰੇ ਮੁਤਾਬਕ ਤਾਂ ਡਾਕੂਮੈਂਟ ਸਮਾਜਾਂ ਦੀ ਰੀੜ੍ਹ ਦੀ ਹੱਡੀ ਬਣ ਗਏ। ਜਦੋਂ ਤੱਕ ਮਨੁੱਖੀ ਸਮਾਜਾਂ ਦਾ ਆਕਾਰ ਛੋਟਾ ਸੀ ਤਾਂ ਮੌਖਿਕ ਪਰੰਪਰਾਵਾਂ ਇਹਨਾਂ ਸਮਾਜਾਂ ਦੀ ਪ੍ਰਤੀਨਿਧਤਾ ਕਰਨ ਲਈ ਕਾਫੀ ਸਨ, ਪਰ ਜਦੋਂ ਇਹਨਾਂ ਦਾ ਆਕਾਰ ਵਧਣ ਲੱਗਿਆ ਤੇ ਕਹਾਣੀਆਂ ਤੇ ਅੰਪਾਇਰਾਂ ਦਾ ਕੱਦ ਵੀ ਵਧਣ ਲੱਗਿਆ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਇਨਫੋਰਮੇਸ਼ਨ ਨੂੰ ਸਹੀ ਤਰੀਕੇ ਨਾਲ ਰਿਕਾਰਡ ਕਰਨਾ ਜ਼ਰੂਰੀ ਹੋ ਗਿਆ। ਸ਼ੁਰੂਆਤ ਦੇ ਵਿੱਚ ਡਾਕੂਮੈਂਟਾਂ ਦਾ ਕੰਮ ਸੀ ਕਿ ਜ਼ਮੀਨੀ ਪੱਧਰ ਦੇ ਉੱਤੇ ਪ੍ਰਬੰਧਾਂ ਨੂੰ ਆਪਣੇ ਵੱਸ 'ਚ ਰੱਖਣਾ ਤੇ ਮਨੁੱਖੀ ਜੀਵਨ ਜਾਂਚ ਦਾ ਮਿਆਰੀਕਰਨ ਕਰਨਾ। ਇੱਕ ਮਿਸਾਲ ਵਜੋਂ ਜਦੋਂ ਅਸੀਂ ਬਿਊਰੋਕਰੇਸੀ ਦਾ ਨਾਂ ਲੈਂਦੇ ਹਾਂ ਤਾਂ ਬਿਊਰੋਕਰੇਸੀ ਦਾ ਮਤਲਬ ਹੁੰਦਾ ਹੈ ਕਿ ਇੱਕ ਐਸਾ ਸਿਸਟਮ ਜਿਹਦੇ ਵਿੱਚ ਸਾਰਾ ਕੰਮ ਲਿਖਤੀ ਰੂਪ 'ਚ ਹੋ ਰਿਹਾ ਹੁੰਦਾ। ਹੁਣ ਜਦੋਂ ਅਸੀਂ ਕਿਸੇ ਵੱਡੇ ਸਮਾਜ ਜਾਂ ਅੰਪਾਇਰ ਨੂੰ ਦੇਖਦੇ ਹਾਂ ਤਾਂ ਸਾਨੂੰ ਉਹਦੇ ਵਿੱਚ ਵੀ ਇੱਕ ਤਰ੍ਹਾਂ ਨਾਲ ਇੱਕ ਐਸਾ ਵਿਵਸਥਿਤ ਪ੍ਰਬੰਧ ਦੇਖਣ ਨੂੰ ਮਿਲਦਾ ਜਿਹਦੇ ਵਿੱਚ ਸਭ ਕੁਝ ਲਿਖਤੀ ਪੱਧਰ ਤੇ ਸੰਭਾਲਿਆ ਜਾ ਰਿਹਾ ਹੁੰਦਾ। ਹੁਣ ਬਿਨਾਂ ਲਿਖਤ ਪੜ੍ਹਤ ਤੋਂ ਇਹ ਸੰਭਵ ਨਹੀਂ ਹੁੰਦਾ। ਜਿਵੇਂ ਅਸੀਂ ਰੋਮ ਸਾਮਰਾਜ ਨੂੰ ਦੇਖੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਉਸ ਸਾਮਰਾਜ ਦੇ ਵਿੱਚ ਉਹਨਾਂ ਨੇ ਜ਼ਮੀਨੀ ਅੰਕੜਿਆਂ ਨੂੰ, ਮਾਲੀਗੇ ਦੇ ਅੰਕੜਿਆਂ ਨੂੰ ਤੇ ਫੌਜ ਦੇ ਅੰਕੜਿਆਂ ਨੂੰ ਕਿਸ ਤਰ੍ਹਾਂ ਨਾਲ ਲਿਖਤੀ ਪ੍ਰਕਿਰਿਆ ਦਿੱਤੀ ਹੋਈ ਸੀ।
ਬਿਨਾਂ ਲਿਖਤੀ ਪ੍ਰਕਿਰਿਆ ਤੋਂ ਇੰਨੇ ਵੱਡੇ ਸਾਮਰਾਜ ਨੂੰ ਇੰਨੇ ਲੰਬੇ ਕਾਲਖੰਡ ਤੱਕ ਤੋਰੀ ਰੱਖਣਾ ਸੰਭਵ ਨਹੀਂ ਸੀ। ਇਸੇ ਤਰ੍ਹਾਂ ਨਾਲ ਮੁਗਲ ਰਾਜ ਨੂੰ ਜੇਕਰ ਸਮਝਣਾ ਹੋਵੇ ਤਾਂ ਸਾਨੂੰ ਪਹਿਲਾਂ ਇਹ ਸਮਝਣਾ ਪਵੇਗਾ ਕਿ ਇਸ ਸਾਮਰਾਜ ਦੇ ਵਿੱਚ ਜ਼ਮੀਨਾਂ ਦੇ ਮਾਲੀਆ ਇਕੱਠਾ ਕਰਨ ਦੇ ਪ੍ਰਬੰਧ ਨੂੰ ਕਿਵੇਂ ਰਿਕਾਰਡਾਂ ਦੇ ਵਿੱਚ ਲਿਆਂਦਾ ਗਿਆ। ਇਸ ਲਿਖਤ ਵਿਵਸਥਾ ਦਾ ਇੱਕ ਲਾਭ ਇਹ ਸੀ ਕਿ ਉਸ ਰਾਜ ਦੇ ਵਿੱਚ ਵਜ਼ੀਰਾਂ ਤੋਂ ਲੈ ਕੇ ਆਮ ਵਿਦੇਸ਼ੀ ਯਾਤਰੀਆਂ ਤੱਕ ਸਭ ਨੂੰ ਸਟੇਟ ਦੀ ਐਡਮਿਨਿਸਟ੍ਰੇਸ਼ਨ ਦਾ ਇੱਕੋ ਜਿਹਾ ਰਿਕਾਰਡ ਮਿਲਦਾ ਸੀ। ਇਸ ਵਿਵਸਥਾ ਨੇ ਉਸ ਸਾਮਰਾਜ ਨੂੰ ਇੱਕ ਸਿਸਟਮੈਟਿਕ ਸਟਰਕਚਰ ਦਿੱਤਾ। ਹੁਣ ਡਾਕੂਮੈਂਟਾਂ ਦਾ ਕੰਮ ਇਹੀ ਹੁੰਦਾ ਨਾ ਕਿ ਹਰ ਚੀਜ਼ ਨੂੰ ਸਿਸਟਮੈਟਿਕ ਢਾਂਚੇ ਵਿੱਚ ਬਣਾਈ ਰੱਖਣਾ। ਹੁਣ ਸੂਚਨਾ ਜਦੋਂ ਤੱਕ ਮੌਖਿਕ ਹੁੰਦੀ ਹੈ ਤਾਂ ਉਸ ਦਾ ਫਾਇਦਾ ਵੀ ਸੀਮਿਤ ਹੁੰਦਾ, ਪਰ ਜਦੋਂ ਅਸੀਂ ਉਸ ਨੂੰ ਲਿਖ ਲੈਂਦੇ ਹਾਂ ਤਾਂ ਉਹ ਹੋਰ ਸੁਰੱਖਿਅਤ ਤੇ ਵਿਵਸਥਿਤ ਰੂਪ ਧਾਰਨ ਕਰ ਲੈਂਦੀ ਹੈ। ਕਿਸੇ ਵੱਡੇ ਅਦਾਰੇ ਜਾਂ ਦੇਸ਼ ਨੂੰ ਚਲਾਉਣ ਦੇ ਲਈ ਇਹ ਲਿਖਤੀ ਰੂਪ ਬਹੁਤ ਜ਼ਰੂਰੀ ਹੁੰਦਾ ਹੈ। ਅੱਜ ਦੇ ਸਮੇਂ ਦੇ ਵਿੱਚ ਵੀ ਡਾਕੂਮੈਂਟਾਂ ਦਾ ਰੋਲ ਉਹੀ ਹੈ ਜੋ ਪਹਿਲਾਂ ਸੀ, ਬਸ ਉਹਨਾਂ ਦਾ ਸਰੂਪ ਬਦਲ ਗਿਆ। ਪਹਿਲਾਂ ਹੱਥ ਲਿਖਤੀ ਰਿਕਾਰਡਾਂ ਦੀ ਵਰਤੋਂ ਹੁੰਦੀ ਸੀ, ਪਰ ਹੁਣ ਅਸੀਂ ਡਿਜੀਟਲ ਡਾਕੂਮੈਂਟਾਂ ਦੀ ਵਰਤੋਂ ਕਰਨ ਲੱਗ ਪਏ ਹਾਂ। ਪਰ ਇਹਨਾਂ ਦਾ ਕੰਮ ਫਿਰ ਵੀ ਉਹੀ ਹੈ, ਸੂਚਨਾ ਦਾ ਪ੍ਰਬੰਧਨ ਕਰਨਾ ਤੇ ਇੱਕ ਸਟਰਕਚਰਡ ਸਿਸਟਮ ਨੂੰ ਬਣਾਈ ਰੱਖਣਾ। ਹਰਾਰੇ ਮੁਤਾਬਕ ਅੱਜ ਦੇ ਯੁੱਗ ਦੇ ਵਿੱਚ ਬਿਊਰੋਕ੍ਰੇਸੀ ਇਸੇ ਲਿਖਤੀ ਦਸਤਾਵੇਜ਼ੀਕਰਨ ਦੇ ਪੈਮਾਨੇ ਤੇ ਚੱਲਦੀ ਹੈ। ਹਰ ਸਰਕਾਰੀ ਦਫ਼ਤਰ ਵਿੱਚ ਕਾਗਜ਼ੀ ਲਿਖਤ ਪੜ੍ਹਨ ਦਾ ਇੱਕ ਤਰੀਕਾ ਹੁੰਦਾ ਹੈ। ਬਿਨਾਂ ਦਸਤਾਵੇਜ਼ੀਕਰਨ ਤੋਂ ਬਿਨਾਂ ਕਿਸੇ ਡਾਕੂਮੈਂਟੇਸ਼ਨ ਤੋਂ ਨਾ ਤਾਂ ਸਰਕਾਰ ਚੱਲ ਸਕਦੀ ਹੈ ਤੇ ਨਾ ਹੀ ਕੋਈ ਆਰਥਿਕ ਪ੍ਰਬੰਧ ਕੰਮ ਕਰ ਸਕਦਾ। ਜੇਕਰ ਤੁਸੀਂ ਕਾਰਪੋਰੇਸ਼ਨਾਂ ਦੀ ਗੱਲ ਕਰੋ ਤਾਂ ਉੱਥੇ ਵੀ ਡਾਕੂਮੈਂਟਾਂ ਦਾ ਰੋਲ ਬੜਾ ਅਹਿਮ ਹੁੰਦਾ। ਕੋਈ ਸੌਦਾ ਜਾਂ ਕੋਈ ਕਾਰਵਾਈ ਜੇਕਰ ਲਿਖਤੀ ਰੂਪ 'ਚ ਨਾ ਹੋਵੇ ਤਾਂ ਉੱਥੇ ਕੀਤਾ ਜਾ ਰਿਹਾ ਸਾਰਾ ਕੰਮ ਫਰਜ਼ੀ ਤੇ ਗੈਰ ਸੁਰੱਖਿਅਤ ਹੋ ਜਾਂਦਾ। ਅੱਜ ਜਿਵੇਂ ਅਸੀਂ ਕੋਈ ਬੈਂਕ ਟ੍ਰਾਂਜੈਕਸ਼ਨ ਕਰਦੇ ਹਾਂ ਤਾਂ ਉਸ ਦੀ ਵੀ ਇੱਕ ਪ੍ਰੋਪਰ ਡਾਕੂਮੈਂਟੇਸ਼ਨ ਹੁੰਦੀ ਹੈ। ਇਹ ਡਾਕੂਮੈਂਟੇਸ਼ਨ ਫਿਊਚਰ ਦੇ ਵਿੱਚ ਹੋਣ ਵਾਲੇ ਕਿਸੇ ਝਗੜੇ ਨੂੰ ਸੁਲਝਾਉਣ ਦੀ ਸੰਭਾਵਨਾ ਬਣਾਉਂਦੀ ਹੈ ਤੇ ਇੱਕ ਕਾਨੂੰਨੀ ਮਦਦ ਦੀ ਆਸ ਵੀ ਜਗਾਈ ਰੱਖਦੀ ਹੈ। ਸਕੂਲਾਂ ਤੇ ਯੂਨੀਵਰਸਿਟੀਆਂ ਦੇ ਰਿਕਾਰਡ, ਸਟੂਡੈਂਟਾਂ ਦੇ ਅਕਾਦਮੀ ਨਤੀਜੇ, ਉਹਨਾਂ ਦੇ ਖੋਜ ਪੱਤਰ, ਉਹਨਾਂ ਦੇ ਖੋਜ ਪ੍ਰਬੰਧ, ਉਹਨਾਂ ਦੀਆਂ ਡਿਗਰੀਆਂ, ਇਹਨਾਂ ਸਭ ਦਾ ਰਿਕਾਰਡ ਰੱਖਣਾ ਇਹੀ ਦਰਸਾਉਂਦਾ ਹੈ ਕਿ ਅਸੀਂ ਜਿੰਨੇ ਮਰਜ਼ੀ ਸੱਭਿਅ ਹੋਈ ਜਾਈਏ, ਅਸੀਂ ਜਿੰਨੀ ਮਰਜ਼ੀ ਪਦਾਰਥਕ ਤਰੱਕੀ ਕਰਦੇ ਜਾਈਏ, ਡਾਕੂਮੈਂਟਾਂ ਤੇ ਰਿਕਾਰਡਾਂ ਦਾ ਰੋਲ ਹਮੇਸ਼ਾ ਕੇਂਦਰੀ ਰਹੇਗਾ। ਡਾਕੂਮੈਂਟ ਮਨੁੱਖੀ ਸਮਾਜ ਦੇ ਵਿੱਚ ਮਨੁੱਖ ਦਾ ਭਰੋਸਾ ਬਣਾਉਣ ਦਾ ਤੇ ਬਣਾਏ ਰੱਖਣ ਦਾ ਕੰਮ ਕਰਦੇ ਨੇ ਤੇ ਡਿਜੀਟਲ ਯੁੱਗ ਦੇ ਵਿੱਚ ਭਰੋਸੇ ਦੀ ਇਹ ਭਾਵਨਾ ਹੋਰ ਮਜ਼ਬੂਤ ਹੋ ਗਈ ਹੈ, ਕਿਉਂਕਿ ਡਿਜੀਟਲ ਡਾਕੂਮੈਂਟ ਨੂੰ ਕ੍ਰੀਏਟ ਕਰਨਾ, ਉਸ ਨੂੰ ਮੈਨੇਜ ਕਰਨਾ ਤੇ ਵੈਰੀਫਾਈ ਕਰਨਾ, ਭਾਵ ਉਸ ਨੂੰ ਸਿਰਜਣਾ, ਸੰਭਾਲਣਾ ਤੇ ਉਸ ਨੂੰ ਪੁਸ਼ਟੀਕ੍ਰਿਤ ਕਰਨਾ ਹੋਰ ਵੀ ਸੌਖਾ ਹੁੰਦਾ ਹੈ। ਅਧਿਆਇ 4 ਐਰਰਸ, ਦ ਫੈਂਟੇਸੀ ਆਫ ਇਨਫੈਲਿਬਿਲਿਟੀ, ਗਲਤੀਆਂ ਜਾਂ ਕਮੀਆਂ ਪੇਸ਼ੀਆਂ। ਹਰਾਰੀ ਕਹਿੰਦਾ ਕਿ ਅਸੀਂ ਅਕਸਰ ਕਿਸੇ ਇਨਫੋਰਮੇਸ਼ਨ ਸਿਸਟਮ ਨੂੰ ਸਹੀ ਸਮਝਣ ਦੀ ਗਲਤੀ ਕਰ ਬੈਠਦੇ ਹਾਂ, ਪਰ ਸੱਚ ਇਹ ਹੈ ਕਿ ਕੋਈ ਵੀ ਸਿਸਟਮ ਕਿਸੇ ਵੀ ਕਮੀ ਪੇਸ਼ੀ ਜਾਂ ਗਲਤੀ ਤੋਂ ਸੱਖਣਾ ਨਹੀਂ ਹੋ ਸਕਦਾ। ਫਿਰ ਉਹ ਇਨਫੋਰਮੇਸ਼ਨ ਸਿਸਟਮ ਭਾਵੇਂ ਧਰਮ ਦਾ ਹੋਵੇ, ਕਿਸੇ ਰਾਜਸੀ ਪ੍ਰਬੰਧ ਦਾ ਹੋਵੇ, ਕਿਸੇ ਵਿਚਾਰਧਾਰਾ ਦਾ ਹੋਵੇ ਜਾਂ ਵਿਗਿਆਨਕ ਤਰਕ ਦਾ, ਸਾਰਿਆਂ ਦੇ ਵਿੱਚ ਕਦੇ ਨਾ ਕਦੇ ਕੋਈ ਨਾ ਕੋਈ ਕਮੀ ਪੇਸ਼ੀ ਰਹੀ ਹੀ ਹੁੰਦੀ ਹੈ ਤੇ ਇਹ ਕਮੀ ਪੇਸ਼ੀ ਉਸਦੇ ਢਾਂਚੇ ਦਾ ਹਿੱਸਾ ਹੁੰਦੀ ਹੈ, ਉਸਦੇ ਵਿਕਾਸ ਦਾ ਹਿੱਸਾ ਹੁੰਦੀ ਹੈ ਤੇ ਇਸ ਤੋਂ ਬਚਣਾ ਮੁਸ਼ਕਲ ਹੁੰਦਾ। ਹਰਾਰੇ ਇਹ ਸਮਝਾਉਂਦੇ ਨੇ ਕਿ ਦੁਨੀਆ ਦੇ ਵਿੱਚ ਕੋਈ ਵੀ ਸਿਸਟਮ ਪਰਫੈਕਟ ਨਹੀਂ। ਮਨੁੱਖ ਤੋਂ ਗਲਤੀ ਹੋਣਾ ਇੱਕ ਕੁਦਰਤੀ ਗੱਲ ਹੈ ਤੇ ਮਸ਼ੀਨਾਂ ਤੇ ਸਿਸਟਮ ਵੀ ਮਨੁੱਖ ਦੇ ਹੀ ਬਣਾਏ ਹੋਏ ਨੇ ਤੇ ਇਸ ਲਈ ਇਹਨਾਂ ਦੇ ਵਿੱਚ ਗਲਤੀਆਂ ਦਾ ਹੋਣਾ ਵੀ ਵੱਡੀ ਗੱਲ ਨਹੀਂ। ਹਰਾਰੇ ਕੈਥੋਲਿਕ ਚਰਚ ਦੀ ਮਿਸਾਲ ਦਿੰਦਾ। ਇਹ ਇੱਕ ਇਸ ਤਰ੍ਹਾਂ ਦਾ ਅਦਾਰਾ ਜਿਹੜਾ ਕਈ ਹਜ਼ਾਰਾਂ ਸਾਲਾਂ ਤੋਂ ਚੱਲਿਆ ਆ ਰਿਹਾ। ਆਪਣੇ ਇਤਿਹਾਸ ਦੇ ਵਿੱਚ ਇਸ ਨੇ ਸੰਸਾਰ ਪੱਧਰ ਤੇ ਵੱਡੇ ਵੱਡੇ ਪ੍ਰਭਾਵ ਗ੍ਰਹਿਣ ਕੀਤੇ ਨੇ, ਪਰ ਇਸ ਦੇ ਬਾਵਜੂਦ ਇਸ ਨੇ ਆਪਣੇ ਇਤਿਹਾਸ ਦੇ ਵਿੱਚ ਕਈ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਨੇ। ਕੋਈ ਸਮਾਂ ਸੀ ਜਦੋਂ ਇਸ ਚਰਚ ਨੇ ਗੈਲੀਲੀਓ ਜਿਹੇ ਵਿਸ਼ਵ ਚਿੰਤਕ ਨੂੰ ਵੀ ਰੱਦ ਕਰ ਦਿੱਤਾ ਤੇ ਸਿਰਫ ਇਸ ਬੁਨਿਆਦ ਤੇ ਕਿਉਂਕਿ ਉਹਨੇ ਇਹ ਕਿਹਾ ਸੀ ਕਿ ਧਰਤੀ ਗੋਲ ਹੈ ਤੇ ਸੂਰਜ ਦੇ ਆਲੇ ਦੁਆਲੇ ਘੁੰਮ ਰਹੀ ਹੈ। ਉਸ ਸਮੇਂ ਇੱਕ ਬਹੁਤ ਵੱਡੀ ਗਲਤੀ ਸੀ, ਕਿਉਂਕਿ ਚਰਚ ਆਪਣੇ ਧਰਮ ਦੀ ਕਹਾਣੀ ਦੇ ਨਾਲ ਹੀ ਦੁਨੀਆ ਨੂੰ ਸਮਝਣ ਤੇ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਸਮੇਂ ਤੇ ਵਿਗਿਆਨਕ ਤਰੱਕੀ ਦੇ ਨਾਲ ਇਹ ਸਾਬਤ ਹੋ ਗਿਆ ਕਿ ਚਰਚ ਦਾ ਇਹ ਵਿਚਾਰ ਗਲਤ ਸੀ। ਇਹ ਸਿਰਫ ਇੱਕ ਮਿਸਾਲ ਆ, ਪਰ ਜਿਹੜੀ ਗੱਲ ਅਸੀਂ ਇੱਥੋਂ ਸਮਝਣੀ ਆ ਉਹ ਇਹ ਹੈ ਕਿ ਕੋਈ ਵੀ ਪ੍ਰਬੰਧ ਜਿੰਨਾ ਮਰਜ਼ੀ ਤਾਕਤਵਰ ਹੋਵੇ ਉਹ ਗਲਤੀਆਂ ਤੋਂ ਨਿਰਲੇਪ ਨਹੀਂ ਰਹਿ ਸਕਿਆ ਤੇ ਉਸ ਨੇ ਆਪਣੇ ਢਾਂਚੇ ਦੇ ਅੰਦਰ ਹੀ ਇਸ ਤਰ੍ਹਾਂ ਦੇ ਬਹੁਤ ਗਲਤ ਫੈਸਲੇ ਲਏ ਜਿਹਦੇ ਨਾਲ ਉਹ ਸਿਸਟਮ ਵਿਕਾਸ ਕਰਨ ਦੀ ਥਾਂ ਖਤਮ ਹੋ ਗਿਆ।
ਇੱਥੇ ਸਮਝਣਾ ਜ਼ਰੂਰੀ ਹੈ ਕਿ ਕੋਈ ਸਿਸਟਮ ਗਲਤੀਆਂ ਤੋਂ ਪਰਾਂ ਨਹੀਂ ਹੋ ਸਕਦਾ। ਤੁਸੀਂ ਜਿੰਨੀ ਮਰਜ਼ੀ ਯੋਜਨਾ ਬਣਾ ਲਵੋ, ਉਸ ਵਿੱਚ ਕੋਈ ਨਾ ਕੋਈ ਕਮੀ ਪੇਸ਼ੀ ਰਹਿ ਹੀ ਜਾਵੇਗੀ। ਤੇ ਹਰਾਰੇ ਇਸ ਵਿਚਾਰ ਨੂੰ ਦਿਲਚਸਪ ਤਰੀਕੇ ਨਾਲ ਪੇਸ਼ ਕਰਦਿਆਂ ਇਹ ਕਹਿੰਦਾ ਕਿ ਗਲਤੀਆਂ ਸਿਰਫ ਪਾਸਾ ਵੱਟਣ ਲਈ ਨਹੀਂ ਹੁੰਦੀਆਂ, ਸਗੋਂ ਖੁਦ ਦੀ ਤਰੱਕੀ ਲਈ ਵੀ ਜ਼ਰੂਰੀ ਹੁੰਦੀਆਂ ਨੇ। ਗਲਤੀਆਂ ਤੋਂ ਬਿਨਾਂ ਸਿੱਖਣਾ ਮੁਸ਼ਕਲ ਹੈ। ਜੇਕਰ ਕਿਸੇ ਅਦਾਰੇ ਨੇ ਵਿਕਾਸ ਕਰਨਾ ਹੈ ਤਾਂ ਉਸ ਨੂੰ ਪਹਿਲਾਂ ਆਪਣੇ ਵਿਚਲੀਆਂ ਕਮੀਆਂ ਪੇਸ਼ੀਆਂ ਨੂੰ ਸਮਝਣਾ ਪਵੇਗਾ। ਜਦੋਂ ਅਸੀਂ ਆਪਣੀਆਂ ਕਮੀਆਂ ਪੇਸ਼ੀਆਂ ਨੂੰ ਸਮਝ ਲੈਂਦੇ ਹਾਂ ਤਾਂ ਅਸੀਂ ਆਪਣੇ ਸਿਸਟਮ ਨੂੰ ਸੁਧਾਰਨ ਦੀ ਦਿਸ਼ਾ ਵੱਲ ਵਧਣ ਲੱਗ ਜਾਂਦੇ ਹਾਂ। ਅਧਿਆਇ 5ਵਾਂ, ਡਿਸੀਜ਼ਨਸ, ਅ ਬਰੀਫ ਹਿਸਟਰੀ ਆਫ ਡੈਮੋਕ੍ਰੇਸੀ ਐਂਡ ਟੋਟਲਟੇਰੀਅਨਿਜ਼ਮ। ਫੈਸਲੇ ਤੇ ਲੋਕਤੰਤਰੀ ਤੇ ਤਾਨਾਸ਼ਾਹੀ ਵਿਵਸਥਾਵਾਂ ਦਾ ਇੱਕ ਸੰਖਿਪਤ ਇਤਿਹਾਸ। ਹਰਾਰੇ ਮੁਤਾਬਕ ਦੁਨੀਆ ਦੇ ਹਰ ਰਾਜਸੀ ਪ੍ਰਬੰਧ ਦੇ ਵਿੱਚ ਇਨਫੋਰਮੇਸ਼ਨ ਨੈਟਵਰਕਾਂ ਦਾ ਰੋਲ ਕੇਂਦਰੀ ਹੁੰਦਾ ਹੈ। ਪਰ ਇਹ ਨੈਟਵਰਕ ਕੰਮ ਕਿਵੇਂ ਕਰਦੇ ਨੇ, ਇਹ ਉਸ ਰਾਜਸੀ ਪ੍ਰਬੰਧ ਤੇ ਨਿਰਭਰ ਕਰਦਾ ਹੈ। ਡੈਮੋਕ੍ਰੇਸੀ ਤੇ ਕਿਸੇ ਟੋਟਲਟੇਰੀਅਨ ਸਿਸਟਮ ਭਾਵ ਲੋਕਤੰਤਰ ਤੇ ਕਿਸੇ ਤਾਨਾਸ਼ਾਹੀ ਵਿਵਸਥਾ ਦੇ ਵਿਚਲਾ ਸਭ ਤੋਂ ਵੱਡਾ ਫਰਕ ਇਹਨਾਂ ਨੈਟਵਰਕ ਇਨਫੋਰਮੇਸ਼ਨਾਂ ਦਾ ਹੀ ਹੁੰਦਾ ਹੈ। ਭਾਵ ਕਿ ਕੋਈ ਸੂਚਨਾ ਕਿਸ ਤਰ੍ਹਾਂ ਨਾਲ ਅੱਗੇ ਵੱਧਦੀ ਹੈ ਤੇ ਉਸ ਨੂੰ ਕਿਸ ਤਰ੍ਹਾਂ ਨਾਲ ਕੰਟਰੋਲ ਕੀਤਾ ਜਾਂਦਾ ਹੈ। ਡੈਮੋਕ੍ਰੇਸੀ ਦਾ ਲੋਕਤੰਤਰ ਇੱਕ ਐਸੇ ਪ੍ਰਬੰਧ ਤੇ ਆਧਾਰਿਤ ਹੁੰਦੀ ਹੈ ਜਿਸ ਵਿੱਚ ਸੂਚਨਾ ਦਾ ਪ੍ਰਵਾਹ, ਇਨਫੋਰਮੇਸ਼ਨ ਦਾ ਫਲੋ ਫ੍ਰੀ ਹੁੰਦਾ ਹੈ, ਭਾਵ ਪੂਰੀ ਤਰ੍ਹਾਂ ਨਾਲ ਮੁਕਤ। ਆਮ ਜਨਤਾ ਕੋਲ ਇਸ ਸੂਚਨਾ ਦਾ ਐਕਸੈਸ ਹੁੰਦਾ ਹੈ, ਪਹੁੰਚ ਹੁੰਦੀ ਹੈ। ਸਰਕਾਰ ਦੇ ਫੈਸਲੇ, ਨੀਤੀਆਂ ਤੇ ਸਾਰੀਆਂ ਪ੍ਰਕਿਰਿਆਵਾਂ ਦੇ ਵਿੱਚ ਪਾਰਦਰਸ਼ਤਾ ਹੁੰਦੀ ਹੈ ਤੇ ਨਾਗਰਿਕ ਆਪਣੇ ਆਗੂਆਂ ਤੋਂ ਕੋਈ ਵੀ ਸਵਾਲ ਪੁੱਛ ਸਕਦੇ ਨੇ। ਲੋਕਤੰਤਰ ਦੀ ਨੀਂਹ ਇਨਫੋਰਮੇਸ਼ਨ ਦਾ ਇੱਕ ਓਪਨ ਐਕਸਚੇਂਜ ਸਿਸਟਮ ਹੁੰਦਾ ਹੈ। ਜਿਸ ਤਰ੍ਹਾਂ ਇੱਕ ਵੱਡੇ ਟੋਭੇ ਦੇ ਵਿੱਚ ਪਾਣੀ ਆਜ਼ਾਦ ਘੁੰਮਦਾ ਰਹਿੰਦਾ ਹੈ ਬਿਨਾਂ ਕਿਸੇ ਰੋਕ ਟੋਕ ਤੋਂ, ਉਸੇ ਤਰ੍ਹਾਂ ਨਾਲ ਲੋਕਤੰਤਰ ਦੇ ਵਿੱਚ ਸੂਚਨਾ ਵੀ ਬਿਨਾਂ ਕਿਸੇ ਰੋਕ ਟੋਕ ਤੋਂ ਸਰਕੂਲੇਟ ਹੁੰਦੀ ਹੈ। ਲੋਕਤੰਤਰੀ ਵਿਵਸਥਾਵਾਂ ਦੇ ਵਿੱਚ ਨਿਊਜ਼ ਮੀਡੀਆ, ਸੋਸ਼ਲ ਮੀਡੀਆ ਤੇ ਇੰਡੀਪੈਂਡੈਂਟ ਆਰਗੇਨਾਈਜੇਸ਼ਨਾਂ ਬਿਨਾਂ ਕਿਸੇ ਦਬਾਅ ਤੋਂ ਕੰਮ ਕਰਦੀਆਂ ਨੇ ਤੇ ਸਰਕਾਰ ਤੋਂ ਆਪਣੇ ਕੰਮਾਂ ਲਈ ਜਵਾਬਦੇਹ ਹੋਣ ਲਈ ਦਬਾਅ ਬਣਾਉਂਦੀਆਂ ਨੇ। ਫਰੀਡਮ ਆਫ ਸਪੀਚ ਤੇ ਫਰੀਡਮ ਆਫ ਪ੍ਰੈਸ ਜਿਹੇ ਹਕੂਕ ਲੋਕਤੰਤਰ ਦੀ ਹੋਂਦ ਨੂੰ ਬਣਾਈ ਰੱਖਦੇ ਨੇ। ਇਸ ਸਿਸਟਮ ਦੇ ਵਿੱਚ ਰੋਲ ਤੇ ਫੀਡਬੈਕ ਦੀ ਇੱਕ ਲੂਪ ਹੁੰਦੀ ਹੈ ਕਿ ਸਰਕਾਰ ਦਾ ਇੱਕ ਖਾਸ ਰੋਲ ਹੈ ਤੇ ਉਸ ਰੋਲ ਦੇ ਪ੍ਰਤੀ ਉਹਨੂੰ ਲਗਾਤਾਰ ਫੀਡਬੈਕ ਮਿਲ ਰਿਹਾ ਹੁੰਦਾ ਹੈ। ਜਦੋਂ ਸਰਕਾਰ ਨੂੰ ਲੈ ਕੇ ਲੋਕਾਂ ਦੇ ਵਿੱਚ ਅਸੰਤੋਖ ਵਧਣ ਲੱਗੇ ਤੇ ਉਸ ਦਾ ਇੱਕ ਨਕਾਰਾਤਮਕ ਫੀਡਬੈਕ ਪੈਦਾ ਹੋਣ ਲੱਗੇ ਤਾਂ ਫਿਰ ਸੱਤਾ ਬਦਲ ਜਿਹੀ ਸਥਿਤੀ ਦੇਖਣ ਨੂੰ ਮਿਲਦੀ ਹੈ। ਇਸ ਤਰ੍ਹਾਂ ਨਾਲ ਇਹ ਫੀਡਬੈਕ ਮੈਕੈਨਿਜ਼ਮ ਕਿਸੇ ਵਿਵਸਥਾ ਨੂੰ, ਕਿਸੇ ਡੈਮੋਕ੍ਰੇਸਿਕ ਵਿਵਸਥਾ ਨੂੰ ਸਿਰਫ ਕਰੈਕਟਿੰਗ ਮੂਡ ਭਾਵ ਆਪ ਮੁਹਾਰੇ ਹੀ ਸਹੀ ਕਰਨ ਦੇ ਯੋਗ ਬਣਾਉਂਦਾ ਹੈ। ਇਸ ਸਾਰੇ ਨੁਕਤਿਆਂ ਦੀ ਤੁਲਨਾ ਦੇ ਵਿੱਚ ਇੱਕ ਟੋਟਲਟੇਰੀਅਨ ਸਿਸਟਮ ਭਾਵ ਇੱਕ ਤਾਨਾਸ਼ਾਹੀ ਸਮਾਜ ਦੇ ਵਿੱਚ, ਵਿਵਸਥਾ ਦੇ ਵਿੱਚ ਸੂਚਨਾ ਦੇ ਉੱਤੇ ਪੂਰੇ ਦਾ ਪੂਰਾ ਕੰਟਰੋਲ ਜਿਹੜਾ ਉਹ ਸਰਕਾਰ ਦੇ ਹੱਥ ਵਿੱਚ ਹੁੰਦਾ ਹੈ। ਭਾਵ ਸੂਚਨਾ ਟੋਭੇ ਵਿਚਲੇ ਪਾਣੀ ਵਾਂਗ ਆਮ ਨਹੀਂ ਫਿਰਦੀ। ਕਿਹੜੀ ਸੂਚਨਾ ਲੋਕਾਂ ਤੱਕ ਪਹੁੰਚਾਉਣੀ ਹੈ ਜਾਂ ਕਿਸ ਤਰ੍ਹਾਂ ਨਾਲ ਪਹੁੰਚਾਉਣੀ ਹੈ, ਇਹ ਸਭ ਫਿਲਟਰੇਸ਼ਨ ਹੁੰਦਾ ਹੈ। ਸੈਂਸਰਸ਼ਿਪ ਤੇ ਪ੍ਰੋਪੇਗੈਂਡਾ ਇਸ ਟੋਟਲਟੇਰੀਅਨ ਸਿਸਟਮ ਦੇ ਮੁੱਖ ਸੰਦ ਹੁੰਦੇ ਨੇ। ਆਮ ਜਨਤਾ ਨੂੰ ਜੋ ਸੂਚਨਾ ਮਿਲਦੀ ਹੈ ਉਹ ਸੂਚਨਾ ਹੁੰਦੀ ਹੈ ਜਿਹੜੀ ਸਰਕਾਰ ਚਾਹੁੰਦੀ ਹੈ ਕਿ ਲੋਕਾਂ ਨੂੰ ਮਿਲੇ। ਲੋਕ ਉਸ ਸੂਚਨਾ ਦੇ ਆਧਾਰ ਤੇ ਹੀ ਸਹੀ ਜਾਂ ਗਲਤ ਦੀ ਚੋਣ ਕਰਦੇ ਨੇ ਤੇ ਬਹੁਤੀ ਵਾਰ ਉਹਨਾਂ ਕੋਲ ਸਹੀ ਜਾਂ ਗਲਤ ਚੁਣਨ ਲਈ ਕੁਝ ਨਹੀਂ ਹੁੰਦਾ। ਇਸ ਪ੍ਰਸੰਗ ਦੇ ਵਿੱਚ ਇੱਕ ਬਹੁਤ ਚਰਚਿਤ ਮਿਸਾਲ ਜਿਹੜੀ ਹਰਾਰੇ ਦਿੰਦਾ ਹੈ ਉਹ ਹੈ ਨਾਜ਼ੀਵਾਦੀ ਆਗੂ ਅਡੋਲਫ ਹਿਟਲਰ ਦੀ। ਉਹਨੇ ਆਪਣੇ ਵਿਚਾਰਾਂ ਨੂੰ ਪ੍ਰਫੁੱਲਿਤ ਕਰਨ ਦੇ ਲਈ ਮੀਡੀਆ ਨੂੰ ਕੰਟਰੋਲ ਕੀਤਾ ਹੋਇਆ ਸੀ ਤੇ ਹਰ ਜਗ੍ਹਾ ਇਹ ਵਿਚਾਰ ਫੈਲਾਇਆ ਹੋਇਆ ਸੀ ਕਿ ਜਿਹੜੀ ਵੀ ਸੂਚਨਾ ਜਾਂ ਵਿਅਕਤੀ ਸਰਕਾਰ ਦੇ ਖਿਲਾਫ ਹੋਵੇਗਾ ਉਸ ਨੂੰ ਖਤਮ ਕੀਤਾ ਜਾ ਰਿਹਾ ਹੈ ਤੇ ਜਲਦੀ ਹੀ ਖਤਮ ਕਰ ਦਿੱਤਾ ਜਾਵੇਗਾ। ਇਹਨਾਂ ਹਾਲਾਤਾਂ ਦੇ ਵਿੱਚ ਇਨਫੋਰਮੇਸ਼ਨ ਨੈਟਵਰਕ ਕੁਝ ਲੋਕਾਂ ਦਾ ਇੱਕ ਬੰਦ ਸਮੂਹ ਬਣਾਉਣ ਦਾ ਕੰਮ ਕਰਦੇ ਨੇ, ਜਿਨ੍ਹਾਂ ਦੇ ਵਿੱਚ ਸਰਕਾਰ ਆਪਣੇ ਘੜੇ ਬਿਰਤਾਂਤ ਦੇ ਅਨੁਸਾਰ ਹੀ ਸੂਚਨਾਵਾਂ ਨੂੰ ਸਰਕੂਲੇਟ ਕਰਦੀ ਰਹਿੰਦੀ ਹੈ। ਹਰਾਰੇ ਕਹਿੰਦੇ ਨੇ ਕਿ ਅਸੀਂ ਬੀਤੇ ਸਮੇਂ ਦੀ ਲੋਕਤੰਤਰੀ ਤੇ ਤਾਨਾਸ਼ਾਹੀ ਵਿਵਸਥਾਵਾਂ ਤੋਂ ਇਹ ਸਬਕ ਸਿੱਖ ਸਕਦੇ ਹਾਂ ਕਿ ਪਾਰਦਰਸ਼ਤਾ ਤੇ ਜਵਾਬਦੇਹੀ ਕਿਸੇ ਰਾਜਸੀ ਪ੍ਰਬੰਧ ਦੇ ਲਈ ਬਹੁਤ ਜ਼ਰੂਰੀ ਹੈ। ਜਦੋਂ ਤੱਕ ਕੋਈ ਸੂਚਨਾ ਫ੍ਰੀ ਫਲੋ ਦੇ ਨਾਲ ਸਰਕੂਲੇਟ ਹੁੰਦੀ ਹੈ ਤਾਂ ਜਨਤਾ ਜਾਗਰੂਕ ਰਹਿੰਦੀ ਹੈ ਤੇ ਸਿਸਟਮ ਸੈਲਫ ਕਰੈਕਟ ਰਹਿੰਦਾ ਹੈ। ਹਰਾਰੇ ਇਸ ਗੱਲ ਤੇ ਵੀ ਧਿਆਨ ਦਿਵਾਉਂਦਾ ਹੈ ਕਿ ਲੋਕਤੰਤਰੀ ਵਿਵਸਥਾਵਾਂ ਅਕਸਰ ਉਦੋਂ ਫੇਲ ਹੁੰਦੀਆਂ ਨੇ ਜਦੋਂ ਸੂਚਨਾ ਦਾ ਪ੍ਰਵਾਹ ਰੁਕ ਜਾਂਦਾ ਹੈ ਜਾਂ ਮੁਕਤ ਨਹੀਂ ਰਹਿੰਦਾ।
ਸਰਕਾਰ ਆਪਣੀ ਕਿਸੇ ਜਵਾਬਦੇਹੀ ਤੋਂ ਬਚਣ ਦੇ ਲਈ ਸੂਚਨਾ ਨੂੰ ਲੁਕੋ ਲੈਂਦੀ ਹੈ ਜਾਂ ਉਸ ਨੂੰ ਤੋੜ ਮਰੋੜ ਕੇ ਅੱਗੇ ਭੇਜਦੀ ਹੈ। ਸੂਰਤ-ਏ-ਹਾਲ ਸਿਸਟਮ 'ਚ ਖੱਪੇ ਵਧਣ ਲੱਗਦੇ ਨੇ ਤੇ ਵਿਵਸਥਾ ਇੱਕ ਸਟੇਜ ਤੇ ਆ ਕੇ ਢਹਿ ਢੇਰੀ ਹੋ ਜਾਂਦੀ ਹੈ, ਜਿਸ ਤਰ੍ਹਾਂ ਐਥਨਸ ਦੀ ਵਿਵਸਥਾ ਨਾਲ ਵਾਪਰਿਆ ਸੀ। ਉੱਥੇ ਅੰਦਰੂਨੀ ਕਰਪਸ਼ਨ ਤੇ ਯੁੱਧਾਂ ਲੜਾਈਆਂ ਦੀ ਵਜ੍ਹਾ ਨਾਲ ਪਾਰਦਰਸ਼ਤਾ ਖਤਮ ਹੋਣ ਲੱਗੀ। ਇਹਨਾਂ ਟੋਟਲਟੇਰੀਅਨ ਸਿਸਟਮਾਂ ਤੋਂ ਸਾਨੂੰ ਸਬਕ ਇਹ ਵੀ ਮਿਲਦਾ ਹੈ ਕਿ ਕਿਸੇ ਸੂਚਨਾ ਨੂੰ ਆਪਣੇ ਵੱਸ 'ਚ ਰੱਖੀ ਛੱਡਣਾ ਇੱਕ ਨਿੱਕੀ ਜਿਹੀ ਮਿਆਦ ਦਾ ਹੱਲ ਤਾਂ ਹੋ ਸਕਦਾ ਹੈ, ਪਰ ਲੰਮੇ ਸਮੇਂ ਤੱਕ ਜੇ ਅਸੀਂ ਸੂਚਨਾ ਨੂੰ ਆਪਣੇ ਵੱਸ 'ਚ ਰੱਖੀਏ ਤਾਂ ਵਿਵਸਥਾ ਆਪ ਮੁਹਾਰੇ ਆਪਣਾ ਅਸਰ ਗਵਾ ਬੈਠਦੀ ਹੈ। ਸੋਵੀਅਤ ਯੂਨੀਅਨ ਇਸ ਦੀ ਇੱਕ ਮਿਸਾਲ ਹੈ। ਸਟਾਲਿਨ ਦੇ ਸਮੇਂ ਦੇ ਵਿੱਚ ਸੋਵੀਅਤ ਰਾਜ ਨੇ ਆਪਣੇ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਇੱਕ ਕੰਟਰੋਲਡ ਇਨਫੋਰਮੇਸ਼ਨ ਦਿੱਤੀ, ਸੈਂਸਰਸ਼ਿਪ ਦੀ ਵਰਤੋਂ ਕੀਤੀ ਤੇ ਆਪਣੇ ਵਿਰੋਧੀਆਂ ਨੂੰ ਖਤਮ ਕੀਤਾ। ਇਹ ਸਾਰਾ ਕੁਝ ਇੱਕ ਨਿੱਕੀ ਜਿਹੀ ਮਿਆਦ ਤੱਕ ਤਾਂ ਉਹਨਾਂ ਦੇ ਹੱਕ ਦੇ ਵਿੱਚ ਰਿਹਾ, ਪਰ ਲੰਮੇ ਸਮੇਂ ਤੱਕ ਇਹ ਕਾਮਯਾਬ ਨਾ ਹੋ ਸਕਿਆ। ਜਿਵੇਂ ਜਿਵੇਂ ਲੋਕਾਂ ਤੱਕ ਸਹੀ ਸੂਚਨਾ ਪਹੁੰਚਦੀ ਗਈ, ਲੋਕਾਂ ਦੇ ਵਿੱਚ ਸਰਕਾਰ ਨੂੰ ਲੈ ਕੇ ਅਸੰਤੋਖ ਵੱਧਦਾ ਗਿਆ ਤੇ ਅਖੀਰ ਦੇ ਵਿੱਚ USSR ਢਹਿ ਢੇਰੀ ਹੋ ਗਿਆ। ਹੁਣ ਇਹਨਾਂ ਦੋਵੇਂ ਪ੍ਰਬੰਧਾਂ ਤੋਂ ਅਸੀਂ ਸਿੱਖ ਸਕਦੇ ਹਾਂ ਕਿ ਕਿਸੇ ਵੀ ਅਦਾਰੇ ਦਾ ਲੋਕਾਂ ਦੇ ਵਿੱਚ ਭਰੋਸਾ ਸਥਾਪਿਤ ਕਰਨਾ ਕਿਸੇ ਪ੍ਰਬੰਧ ਦੇ ਲਈ ਕਿੰਨਾ ਜ਼ਰੂਰੀ ਹੈ। ਕਿਸੇ ਲੋਕਤੰਤਰੀ ਫਲਸਫੇ ਵਾਲੇ ਅਦਾਰੇ ਨੂੰ ਪਾਰਦਰਸ਼ਤਾ ਤੇ ਸੂਚਨਾ ਦੇ ਫ੍ਰੀ ਫਲੋ ਨੂੰ ਯਕੀਨੀ ਬਣਾਈ ਰੱਖਣਾ ਚਾਹੀਦਾ ਹੈ। ਤਾਨਾਸ਼ਾਹੀ ਪ੍ਰਬੰਧ ਦੇ ਵਿੱਚ ਕਿਸੇ ਸੂਚਨਾ ਜਾਂ ਜਾਣਕਾਰੀ ਪ੍ਰਤੀ ਲੋਕਾਂ ਦੇ ਭਰੋਸੇ ਨੂੰ ਤੋੜਿਆ ਮਰੋੜਿਆ ਜਾਂਦਾ ਹੈ। ਜਦੋਂ ਲੋਕਾਂ ਨੂੰ ਮਹਿਸੂਸ ਹੋਣ ਲੱਗਦਾ ਹੈ ਕਿ ਉਹਨਾਂ ਦੇ ਕੋਲ ਪਹੁੰਚਣ ਵਾਲੀ ਜਾਣਕਾਰੀ ਜਾਂ ਸੂਚਨਾ ਸਹੀ ਨਹੀਂ ਹੈ ਤਾਂ ਉਹਨਾਂ ਦਾ ਅਦਾਰੇ ਪ੍ਰਤੀ ਭਰੋਸਾ ਖਤਮ ਹੋਣ ਲੱਗਦਾ ਹੈ। ਇਹ ਉਸ ਅਦਾਰੇ ਦੇ ਢਹਿ ਢੇਰੀ ਹੋਣ ਦੀ ਪ੍ਰਕਿਰਿਆ ਦਾ ਸ਼ੁਰੂਆਤੀ ਬਿੰਦੂ ਹੁੰਦਾ ਹੈ। ਹਰਾਰੇ ਇਹ ਗੱਲ ਇਸ ਲਈ ਸਮਝਾਉਂਦਾ ਹੈ ਕਿ AI ਤੇ ਮਸ਼ੀਨ ਲਰਨਿੰਗ ਦੇ ਐਲਗੋਰਿਦਮ ਵੀ ਇਹਨਾਂ ਦੋਵਾਂ ਸਿਸਟਮਾਂ ਦੇ ਵਿਚਲੀ ਲੜਾਈ ਦੇ ਵਿੱਚ ਇੱਕ ਵੱਡਾ ਰੋਲ ਨਿਭਾ ਰਹੇ ਨੇ। ਲੋਕਤੰਤਰੀ ਸਿਸਟਮ ਦੇ AI ਇਨਫੋਰਮੇਸ਼ਨ ਦੇ ਫ੍ਰੀ ਫਲੋ ਤੇ ਪਬਲਿਕ ਫੀਡਬੈਕ ਨੂੰ ਐਕਸੈਸ ਕਰਨ ਲਈ ਕੰਮ ਕਰ ਰਹੇ ਨੇ, ਤੇ ਟੋਟਲਟੇਰੀਅਨ ਸਿਸਟਮਾਂ ਦੇ AI ਸੈਂਸਰਸ਼ਿਪ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕਰ ਰਹੇ ਨੇ। ਚੀਨ ਦਾ ਸੋਸ਼ਲ ਕ੍ਰੈਡਿਟ ਸਿਸਟਮ ਇਸ ਦੀ ਇੱਕ ਚਲੰਤ ਮਿਸਾਲ ਹੈ, ਜਿਸ ਦੀ ਗੱਲ ਅਸੀਂ ਅੱਗੇ ਜਾ ਕੇ ਕਰਾਂਗੇ। ਅਧਿਆਇ 6ਵਾਂ The new members. Computers are different from printing presses. How? ਨਵੇਂ ਸਦੱਸ ਜਾਂ ਨਵੀਆਂ ਵਿਵਸਥਾਵਾਂ ਤੇ ਕੰਪਿਊਟਰ ਪ੍ਰਿੰਟਿੰਗ ਪ੍ਰੈਸ ਵਾਲੀ ਪੁਰਾਣੀ ਵਿਵਸਥਾ ਤੋਂ ਵੱਖਰਾ ਕਿਵੇਂ ਹੈ? ਡਿਜੀਟਲ ਕ੍ਰਾਂਤੀ ਨੇ ਸਾਡੇ ਇਨਫੋਰਮੇਸ਼ਨ ਨੈਟਵਰਕ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ। ਹਰਾਰੇ ਮੁਤਾਬਕ ਕੰਪਿਊਟਰ ਤੇ AI ਜਿਸ ਹੱਦ ਤੱਕ ਅਸਰਦਾਰ ਹੋ ਰਿਹਾ ਹੈ, ਪਰੰਪਰਾਗਤ ਮੀਡੀਆ ਕਦੇ ਵੀ ਇਸ ਤਰ੍ਹਾਂ ਨਾਲ ਨਹੀਂ ਸੀ। ਬੇਸ਼ੱਕ ਪ੍ਰਿੰਟਿੰਗ ਪ੍ਰੈਸ ਦੇ ਆਉਣ ਨਾਲ ਵੀ ਸੂਚਨਾ ਕ੍ਰਾਂਤੀ ਆਈ ਸੀ, ਪਰ ਉਸ ਦਾ ਅਸਰ ਬਹੁਤ ਸੀਮਿਤ ਸੀ। ਕੰਪਿਊਟਰ ਤੇ AI ਨੇ ਇੱਕ ਐਸੇ ਯੁੱਗ ਨੂੰ ਜਨਮ ਦੇ ਦਿੱਤਾ ਹੈ ਜਿਸ ਵਿੱਚ ਸੂਚਨਾ ਸਿਰਫ ਸਰਕੂਲੇਟ ਨਹੀਂ ਹੁੰਦੀ, ਸਗੋਂ ਉਸ ਨੂੰ ਕੰਟਰੋਲ ਤੇ ਮੈਨੂਪੂਲੇਟ ਵੀ ਕੀਤਾ ਜਾਂਦਾ ਹੈ। ਹਰਾਰੇ ਦਾ ਕਹਿਣਾ ਹੈ ਕਿ ਜਦੋਂ ਪ੍ਰਿੰਟਿੰਗ ਪ੍ਰੈਸ ਦੀ ਸ਼ੁਰੂਆਤ ਹੋਈ ਸੀ ਤਾਂ ਉਹ ਆਪਣੇ ਸਮਿਆਂ ਦੇ ਵਿੱਚ ਇੱਕ ਬਹੁਤ ਵੱਡਾ ਪਲ ਸੀ। ਪ੍ਰਿੰਟਿੰਗ ਪ੍ਰੈਸ ਨੇ ਸੂਚਨਾ ਨੂੰ ਲੋਕਾਂ ਤੱਕ ਵੱਡੇ ਪੱਧਰ ਉੱਤੇ ਤੇ ਆਸਾਨ ਤਰੀਕੇ ਨਾਲ ਪਹੁੰਚਾਉਣ ਦਾ ਤਰੀਕਾ ਦੱਸ ਦਿੱਤਾ ਸੀ। ਇਸ ਤੋਂ ਪਹਿਲਾਂ ਸੂਚਨਾ ਦਾ ਦਾਇਰਾ ਬੜਾ ਸੀਮਿਤ ਹੁੰਦਾ ਸੀ। ਪ੍ਰਿੰਟਿੰਗ ਪ੍ਰੈਸ ਨੇ ਸੂਚਨਾ ਦੇ ਐਕਸੈਸ ਤੇ ਇਸ ਏਕਾਧਿਕਾਰ ਨੂੰ ਤੋੜ ਦਿੱਤਾ। ਹੁਣ ਕਿਤਾਬਾਂ ਤੇ ਕਿਤਾਬਚੇ ਆਮ ਲੋਕਾਂ ਦੀ ਪਹੁੰਚ 'ਚ ਆ ਗਏ। ਜਿਵੇਂ ਜਿਵੇਂ ਪ੍ਰਿੰਟਿੰਗ ਪ੍ਰੈਸ ਦਾ ਵਿਕਾਸ ਹੁੰਦਾ ਗਿਆ, ਇਨਫੋਰਮੇਸ਼ਨ ਦਾ ਫਲੋ ਉਨਾ ਜ਼ਿਆਦਾ ਲੋਕ ਪੱਖੀ ਤੇ ਲੋਕਤੰਤਰੀ ਸੁਰ ਵਾਲਾ ਹੁੰਦਾ ਗਿਆ, ਪਰ ਇਸ ਦੀ ਵੀ ਇੱਕ ਹੱਦ ਸੀ। ਪ੍ਰਿੰਟਿੰਗ ਪ੍ਰੈਸ ਇੱਕ ਜ਼ਰੀਆ ਸੀ ਜਿਸ ਰਾਹੀਂ ਸੂਚਨਾ ਪੈਦਾ ਹੁੰਦੀ ਸੀ। ਸੂਚਨਾ ਨੂੰ ਪੈਦਾ ਕਰਨ ਤੇ ਉਸ ਨੂੰ ਕੰਟਰੋਲ ਕਰਨ ਦੇ ਵਿੱਚ ਪ੍ਰਿੰਟਿੰਗ ਪ੍ਰੈਸ ਦਾ ਕੋਈ ਰੋਲ ਨਹੀਂ ਸੀ। ਇਸ ਦੀ ਤੁਲਨਾ ਦੇ ਵਿੱਚ ਕੰਪਿਊਟਰ ਤੇ ਇੰਟਰਨੈਟ ਦੇ ਆਉਣ ਦੇ ਨਾਲ ਸੂਚਨਾ ਦੀ ਪਹੁੰਚ ਦਾ ਖੇਤਰ ਤਾਂ ਵਧਿਆ ਹੀ ਹੈ, ਉਸ ਦਾ ਦਾਇਰਾ ਤਾਂ ਵਧਿਆ ਹੀ ਹੈ, ਪਰ ਉਸ ਨੂੰ ਸਿਰਜਣ ਤੇ ਨਿਯੰਤਰਣ ਵਿੱਚ ਲਿਆਉਣ ਦਾ ਕੰਮ ਵੀ ਵੱਧ ਗਿਆ ਹੈ। ਡਿਜੀਟਲ ਯੁੱਗ ਦੇ ਵਿੱਚ ਆਈ ਕ੍ਰਾਂਤੀ ਦਾ ਪਹਿਲਾਂ ਦੇ ਸਮਿਆਂ ਵਿੱਚ ਆਈ ਕ੍ਰਾਂਤੀ ਨਾਲੋਂ ਵੱਡਾ ਫਰਕ ਇਹ ਹੈ ਕਿ ਹੁਣ ਇਨਫੋਰਮੇਸ਼ਨ ਸਟੈਟਿਕ ਨਹੀਂ ਰਹੀ। ਪ੍ਰਿੰਟਿੰਗ ਪ੍ਰੈਸ ਦੇ ਵਿੱਚ ਕੋਈ ਇੱਕ ਕਿਤਾਬ ਜਾਂ ਕਿਤਾਬਚਾ ਇੱਕ ਵਾਰ ਪ੍ਰਿੰਟ ਹੋ ਜਾਂਦਾ ਸੀ ਤੇ ਫਿਰ ਉਹੀ ਸਰਕੂਲੇਟ ਹੁੰਦਾ ਸੀ, ਪਰ ਡਿਜੀਟਲ ਵਰਲਡ ਦੇ ਵਿੱਚ ਇਨਫੋਰਮੇਸ਼ਨ ਆਪਣੇ ਰੀਅਲ ਟਾਈਮ 'ਚ ਲਗਾਤਾਰ ਅਪਡੇਟ ਹੁੰਦੀ ਰਹਿੰਦੀ ਹੈ। ਵੈਬਸਾਈਟਾਂ, ਬਲੌਗ ਤੇ ਸੋਸ਼ਲ ਮੀਡੀਆ ਨੈਟਵਰਕ ਦੇ ਉੱਤੇ ਸੂਚਨਾ ਮਿੰਟਾਂ ਤੇ ਸਕਿੰਟਾਂ ਦੇ ਵਿੱਚ ਅਪਲੋਡ ਹੋ ਜਾਂਦੀ ਹੈ ਤੇ ਲਗਾਤਾਰ ਅਪਡੇਟ ਹੁੰਦੀ ਰਹਿੰਦੀ ਹੈ। ਕੋਈ ਵੀ ਯੂਜ਼ਰ ਉਸ ਸੂਚਨਾ ਨੂੰ ਐਡਿਟ ਜਾਂ ਸ਼ੇਅਰ ਕਰ ਸਕਦਾ ਹੈ। ਕਹਿਣ ਤੋਂ ਭਾਵ ਇਨਫੋਰਮੇਸ਼ਨ ਦਾ ਫਲੋ ਬੜਾ ਡਾਇਨਾਮਿਕ ਹੋ ਗਿਆ। ਇਸ ਡਾਇਨਾਮਿਕ ਸੁਭਾਅ ਦਾ ਸਭ ਤੋਂ ਵੱਡਾ ਅਸਰ ਅਸੀਂ ਸੋਸ਼ਲ ਮੀਡੀਆ ਦੇ ਉਥਾਨ ਦੇ ਨਾਲ ਦੇਖ ਸਕਦੇ ਹਾਂ। ਸੋਸ਼ਲ ਮੀਡੀਆ ਹੁਣ ਸਿਰਫ ਸੂਚਨਾ ਨੂੰ ਸਾਂਝਾ ਕਰਨ ਦਾ ਜ਼ਰੀਆ ਨਹੀਂ ਰਿਹਾ, ਸਗੋਂ ਉਸ ਖਾਸ ਕਿਸਮ ਦੇ ਬਿਰਤਾਂਤ ਨੂੰ ਘੜਨ ਦਾ ਕੰਮ ਵੀ ਕਰਨ ਲੱਗ ਪਿਆ। ਹਰ ਵਿਅਕਤੀ ਹੁਣ ਆਪਣੇ ਮਨ ਦੇ ਵਿੱਚ ਆ ਰਹੇ ਵਿਚਾਰਾਂ ਨੂੰ ਰੀਅਲ ਟਾਈਮ ਦੇ ਵਿੱਚ ਪੂਰੀ ਦੁਨੀਆ ਦੇ ਸਾਹਮਣੇ ਰੱਖਣ ਦੇ ਸਮਰੱਥ ਹੋ ਗਿਆ।
ਪ੍ਰਿੰਟਿੰਗ ਪ੍ਰੈਸ ਦੇ ਸਮਿਆਂ ਦੇ ਵਿੱਚ ਇਹ ਸੰਭਵ ਨਹੀਂ ਸੀ, ਕਿਉਂਕਿ ਉੱਥੇ ਇਨਫੋਰਮੇਸ਼ਨ ਬੜੀ ਕੇਂਦਰੀਕ੍ਰਿਤ ਰੂਪ ਦੇ ਵਿੱਚ ਸੀ। ਭਾਵ ਕਿਤਾਬਾਂ ਤੇ ਅਖਬਾਰਾਂ ਛਾਪਣ ਦਾ ਅਧਿਕਾਰ ਸਿਰਫ ਕੁਝ ਗਿਣਤੀ ਦੇ ਲੋਕਾਂ ਦੇ ਹੱਥਾਂ ਵਿੱਚ ਸੀ। ਪਰ ਅੱਜ ਡਿਜੀਟਲ ਮੀਡੀਆ ਦੇ ਵਿੱਚ ਸੂਚਨਾ ਦਾ ਵਿਕੇਂਦਰੀਕਰਨ ਹੋ ਗਿਆ। ਹੁਣ ਸੂਚਨਾ ਨੂੰ ਸਿਰਜਣ, ਘੜਨ ਤੇ ਨਿਯੰਤਰਣ ਵਿੱਚ ਕਰਨ ਦਾ ਅਧਿਕਾਰ ਕਿਸੇ ਇੱਕ ਕੋਲ ਨਹੀਂ, ਸਗੋਂ ਹਰ ਕਿਸੇ ਕੋਲ ਹੈ। ਤੁਹਾਡੇ ਹਰ ਇੱਕ ਦੇ ਕੋਲ ਆਪਣੀ ਇੱਕ ਫੇਸਬੁੱਕ ਪ੍ਰੋਫਾਈਲ, ਇੱਕ ਟਵਿੱਟਰ ਪ੍ਰੋਫਾਈਲ ਅਤੇ ਇੱਕ ਇੰਸਟਾਗ੍ਰਾਮ ਪ੍ਰੋਫਾਈਲ ਹੈ, ਤੇ ਜਿੰਨੇ ਵੀ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਨੇ ਉਹਨਾਂ ਸਾਰਿਆਂ ਦੇ ਉੱਤੇ ਤੁਹਾਡੇ ਕੋਲ ਇੱਕ ਆਪਣੀ ਪ੍ਰੋਫਾਈਲ ਤੁਹਾਡੇ ਕੋਲ ਆਪਣੀ ਹੈ। ਹੁਣ ਤੁਸੀਂ ਆਪਣੇ ਕਿਸੇ ਇੱਕ ਸਤਰ ਦੇ ਸਟੇਟਸ ਜਾਂ ਪੋਸਟ ਜਾਂ ਟਵੀਟ ਦੇ ਨਾਲ ਵੀ ਦੁਨੀਆ ਨੂੰ ਤਹਿਸ-ਨਹਿਸ ਕਰ ਸਕਦੇ ਹੋ। ਪਹਿਲਾਂ ਫੈਸਲੇ ਲੈਣ ਦਾ ਅਧਿਕਾਰ ਮਨੁੱਖਾਂ ਦੇ ਹੱਥ ਵਿੱਚ ਹੁੰਦਾ ਸੀ। ਫਿਰ ਉਹ ਫੈਸਲੇ ਚਾਹੇ ਆਰਥਿਕ ਨਿਵੇਸ਼ਾਂ ਨੂੰ ਲੈ ਕੇ ਹੋਣ, ਕਿਸੇ ਸਿਹਤ ਸੰਸਥਾਨ ਦੀ ਨਵੀਂ ਇਜਾਦ ਦੇ, ਜਾਂ ਫਿਰ ਕਿਸੇ ਕਲਾਕਿਰਤ ਦੇ ਲੋਕ-ਅਰਪਣ ਨੂੰ ਲੈ ਕੇ। ਪਰ ਅੱਜ ਇਹ ਸਾਰੇ ਫੈਸਲੇ AI ਐਲਗੋਰਿਦਮਾਂ ਦੀ ਮਦਦ ਨਾਲ ਲਏ ਜਾਂਦੇ ਨੇ। ਸ਼ੇਅਰ ਬਾਜ਼ਾਰਾਂ ਵਿੱਚ ਟ੍ਰੇਡਿੰਗ ਦਾ ਕੰਮ ਵੀ ਹੁਣ AI ਐਲਗੋਰਿਦਮ ਕਰਦੇ ਨੇ। ਇਹ ਐਲਗੋਰਿਦਮ ਇੰਨੇ ਤਾਕਤਵਰ ਹਨ ਕਿ ਇਹ ਰੀਅਲ ਟਾਈਮ ਦੇ ਵਿੱਚ ਵੱਡੀਆਂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਾਂ ਨੂੰ ਬੜੀ ਨੇੜਿਓਂ ਵਾਚਦੇ ਨੇ, ਉਹਨਾਂ ਦਾ ਐਨਾਲਿਸਿਸ ਕਰਦੇ ਨੇ, ਫਿਰ ਉਸੇ ਦੇ ਆਧਾਰ ਦੇ ਉੱਤੇ ਫੈਸਲੇ ਲੈਂਦੇ ਨੇ। ਮਨੁੱਖੀ ਸੋਚ ਸੀਮਤ ਹੈ, ਪਰ AI ਦੀ ਇਸ ਫੈਸਲਾ ਲੈਣ ਵਾਲੀ ਸਮਰੱਥਾ ਮਸ਼ੀਨੀ ਹੈ, ਤੇ ਇਸ ਲਈ ਉਸ ਤੇ ਫੈਸਲਾ ਲੈਣ ਦੀ ਸਮਰੱਥਾ ਦਾ ਵੀ ਕੋਈ ਅੰਤ ਨਹੀਂ। ਇਸ ਦਾ ਸਭ ਤੋਂ ਵੱਡਾ ਅਸਰ ਇਹ ਹੈ ਕਿ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਆਉਂਦੇ ਵਿਗਿਆਪਨਾਂ 'ਚ ਦੇਖ ਸਕਦੇ ਹਾਂ। ਇਹਨਾਂ AI ਸਿਸਟਮਾਂ ਵਿਚਲੇ ਐਲਗੋਰਿਦਮ ਸਾਡੀ ਬਰਾਊਜ਼ਿੰਗ ਹਿਸਟਰੀ ਤੇ ਇੰਟਰੈਕਸ਼ਨਾਂ ਦਾ ਐਨਾਲਿਸਿਸ ਕਰਦੇ ਨੇ, ਤੇ ਉਹਨਾਂ ਦੇ ਆਧਾਰ ਤੇ ਪਤਾ ਲਗਾਉਂਦੇ ਨੇ ਕਿ ਸਾਨੂੰ ਕਿਸ ਤਰ੍ਹਾਂ ਦੇ ਉਤਪਾਦਾਂ ਤੇ ਸੇਵਾਵਾਂ ਵਿੱਚ ਰੁਚੀ ਹੈ, ਤੇ ਅਜਿਹੇ ਵਿੱਚ ਇਹ ਸਾਨੂੰ ਉਹੀ ਦਿਖਾਉਂਦੇ ਨੇ। ਇਸ ਤਰ੍ਹਾਂ AI ਸਿਸਟਮ ਸੂਚਨਾ ਨੂੰ ਸਰਕੂਲੇਟ ਤਾਂ ਕਰ ਹੀ ਰਹੇ ਨੇ, ਪਰ ਉਸ ਦੇ ਨਾਲ ਇਹ ਸਾਡੇ ਵਤੀਰੇ ਨੂੰ ਵੀ ਕੰਟਰੋਲ ਕਰ ਰਹੇ ਨੇ। ਹਰਾਰੇ ਦੱਸਦੇ ਨੇ ਕਿ AI ਦੀ ਯੋਗਤਾ, ਖਾਸ ਫੈਸਲਾ ਲੈਣ ਵਾਲੀ ਯੋਗਤਾ, ਸਿਰਫ ਵਪਾਰਕ ਤੇ ਨਿੱਜੀ ਖੇਤਰਾਂ ਤੱਕ ਸੀਮਤ ਨਹੀਂ। ਹੁਣ ਸਰਕਾਰੀ ਨੀਤੀਆਂ ਦੇ ਵਿੱਚ ਵੀ AI ਦੀ ਵਰਤੋਂ ਹੋਣ ਲੱਗ ਪਈ ਹੈ। ਹਰਾਰੇ ਚੀਨ ਦੇ ਸੋਸ਼ਲ ਕ੍ਰੈਡਿਟ ਸਿਸਟਮ ਦੀ ਉਦਾਹਰਣ ਦਿੰਦਾ ਹੈ। ਇਸ ਦੇ ਵਿੱਚ AI ਐਲਗੋਰਿਦਮਾਂ ਦੀ ਮਦਦ ਦੇ ਨਾਲ ਚੀਨ ਆਪਣੇ ਨਾਗਰਿਕਾਂ ਦੇ ਵਿਵਹਾਰ ਨੂੰ ਲਗਾਤਾਰ ਵਾਚ ਰਿਹਾ ਹੈ। ਵਿਸ਼ਲੇਸ਼ਣ ਦੇ ਆਧਾਰ ਤੇ ਆਪਣੇ ਨਾਗਰਿਕਾਂ ਦਾ ਇੱਕ ਸੋਸ਼ਲ ਕ੍ਰੈਡਿਟ ਸਕੋਰ ਬਣਾਉਂਦਾ ਹੈ, ਤੇ ਫਿਰ ਇਸ ਸਕੋਰ ਦੇ ਰਾਹੀਂ ਸਰਕਾਰੀ ਨੀਤੀਆਂ ਪ੍ਰਭਾਵਿਤ ਹੁੰਦੀਆਂ ਨੇ, ਜਿਵੇਂ ਨਾਗਰਿਕ ਦੇ ਟੈਕਸਾਂ ਦੀਆਂ ਦਰਾਂ ਤੇ ਵੱਖ-ਵੱਖ ਖੇਤਰਾਂ ਵਿੱਚ ਨੌਕਰੀਆਂ ਦੀ ਗਿਣਤੀ ਆਦਿ। ਹਾਲਾਂਕਿ ਇਹਨਾਂ ਖੇਤਰਾਂ ਦੇ ਵਿੱਚ AI ਦਾ ਕੰਮ ਬਹੁਤ ਹੀ ਜ਼ਿਆਦਾ ਕੰਟਰੋਵਰਸ਼ੀਅਲ ਹੈ, ਤੇ ਇਸ ਦੇ ਨਾਲ ਪ੍ਰਾਈਵੇਸੀ ਦੇ ਇਨਵੇਡ ਹੋਣ ਦਾ ਡਰ ਵੀ ਵੱਧ ਗਿਆ। ਪਰ AI ਹੁਣ ਇੰਨੇ ਵੱਡੇ ਫੈਸਲੇ ਆਪ ਮੁਹਾਰੇ ਤੇ ਸਹਿਜਤਾ ਦੇ ਨਾਲ ਲੈਣ ਲੱਗ ਪਿਆ ਹੈ ਕਿ ਆਮ ਜਨਤਾ ਦੇ ਕੋਲ ਆਪਣੀ ਨਿੱਜਤਾ ਤੇ ਆਜ਼ਾਦੀ ਨੂੰ ਸੁਰੱਖਿਅਤ ਬਣਾਈ ਰੱਖਣ ਦੀ ਗੁੰਜਾਇਸ਼ ਬਹੁਤ ਘਟ ਗਈ ਹੈ। ਹਰਾਰੇ ਕਹਿੰਦਾ ਕਿ ਇਹ ਇੱਕ ਇਸ ਤਰ੍ਹਾਂ ਦੀ ਸਥਿਤੀ ਹੈ ਜਿਹਦੇ ਵਿੱਚ ਸਾਨੂੰ AI ਦਾ ਇਸਤੇਮਾਲ ਬੜਾ ਸੋਚ ਸਮਝ ਕੇ ਕਰਨਾ ਚਾਹੀਦਾ ਹੈ, ਕਿ ਜਿੱਥੇ AI ਨੇ ਸਾਨੂੰ ਆਪਣੇ ਆਲੇ ਦੁਆਲੇ ਦੀ ਸੂਚਨਾ ਦਾ ਪ੍ਰਬੰਧ ਕਰਨ ਦੇ ਵਿੱਚ ਮਦਦ ਕੀਤੀ ਹੈ, ਪਰ ਇਸ ਦੇ ਨਾਲ ਹੀ ਸਾਡੇ ਫੈਸਲਾ ਲੈਣ ਦੀ ਸਮਰੱਥਾ ਦਾ ਕੰਟਰੋਲ ਆਪਣੇ ਹੱਥਾਂ ਦੇ ਵਿੱਚ ਲੈਣ ਦਾ ਖਤਰਾ ਵੀ ਪੈਦਾ ਕਰ ਦਿੱਤਾ ਹੈ। ਅਧਿਆਇ 7ਵਾਂ, ਰਿਲੈਂਟਲੈਸ, ਦਾ ਨੈਟਵਰਕ ਇਜ਼ ਆਲਵੇਜ਼ ਔਨ। ਲਗਾਤਾਰਤਾ। ਨੈਟਵਰਕ ਤਾਂ ਹਮੇਸ਼ਾ ਚੱਲਦੇ ਰਹਿੰਦੇ ਨੇ। ਅੱਜ ਅਸੀਂ ਜਿਨ੍ਹਾਂ ਸਮਿਆਂ ਦੇ ਵਿੱਚ ਜੀ ਰਹੇ ਹਾਂ, ਉਹਨਾਂ ਦੇ ਵਿੱਚ ਇਨਫੋਰਮੇਸ਼ਨ ਦਾ ਫਲੋ ਕਦੇ ਵੀ ਨਹੀਂ ਰੁਕਦਾ। ਇਹ ਗੱਲ ਕਰਦਿਆਂ ਹਰਾਰੇ ਸਾਡਾ ਧਿਆਨ ਇਸ ਗੱਲ ਤੇ ਦਿਵਾਉਂਦਾ ਹੈ ਕਿ ਪਹਿਲਾਂ ਦੇ ਸਮਿਆਂ ਦੇ ਵਿੱਚ ਮਨੁੱਖੀ ਸਮਾਜ ਆਪਣੇ ਆਲੇ ਦੁਆਲੇ ਦੀ ਸੂਚਨਾ ਨੂੰ ਸਮੇਂ ਤੇ ਲੋੜ ਦੇ ਮੁਤਾਬਕ ਸੰਚਾਲਿਤ ਕਰਦਾ ਸੀ। ਉਹ ਦਿਨ ਨੂੰ ਕੰਮ ਕਰਦਾ ਤੇ ਰਾਤ ਨੂੰ ਆਰਾਮ। ਪਰ ਅੱਜ ਦੇ ਡਿਜੀਟਲ ਨੈਟਵਰਕ ਜਿਹੜੇ AI ਦੀ ਮਦਦ ਨਾਲ ਚੱਲਦੇ ਨੇ, ਇਹਨਾਂ ਦਾ ਸਰੂਪ ਤਾਂ ਅਸਲ 'ਚ ਮਸ਼ੀਨੀ ਹੈ, ਜੋ ਕਦੇ ਵੀ ਬੰਦ ਨਹੀਂ ਹੁੰਦੇ। ਇਹ 24 ਘੰਟੇ 7 ਦਿਨ ਕੰਮ ਕਰਦੇ ਨੇ। ਭਾਵ ਸੂਚਨਾ ਲਗਾਤਾਰ ਜਨਰੇਟ ਤੇ ਪ੍ਰੋਸੈਸ ਹੁੰਦੀ ਰਹਿੰਦੀ ਹੈ, ਤੇ ਇਸ ਦਾ ਅਸਰ ਵੀ ਪਲ-ਪਲ ਪੈ ਰਿਹਾ ਹੁੰਦਾ। ਭਾਵ ਸੌਖੀ ਜਿਹੀ ਮਿਸਾਲ ਵਜੋਂ ਇੱਕ ਘੜੀ ਜਿਹੜੀ ਦਿਨ ਰਾਤ ਬਿਨਾਂ ਰੁਕੇ ਚੱਲੀ ਜਾ ਰਹੀ ਹੈ। ਪਹਿਲਾਂ ਦੇ ਸਮੇਂ ਦੇ ਵਿੱਚ ਇਨਫੋਰਮੇਸ਼ਨ ਦਾ ਬਣਨਾ ਤੇ ਭੰਗ ਹੋਣਾ ਇੱਕ ਸੀਮਤ ਜਿਹਾ ਵਰਤਾਰਾ ਸੀ। ਭਾਵ ਅਖਬਾਰ ਦੇਰ ਰਾਤ ਇੱਕ ਖਾਸ ਸਮੇਂ ਤੇ ਛਪਦਾ ਸੀ, ਤੇ ਖਬਰਾਂ ਦਾ ਬੁਲੇਟਿਨ ਰਾਤ ਨੂੰ ਇੱਕ ਖਾਸ ਸਮੇਂ ਤੇ ਆਉਂਦਾ ਸੀ। ਰੇਡੀਓ ਤੇ ਖਬਰਾਂ ਵੀ ਆਪਣੇ ਟਾਈਮ ਟੇਬਲ ਤੇ ਹੀ ਆਉਂਦੀਆਂ। ਦਿਨ ਮੁੱਕ ਜਾਣ ਤੋਂ ਬਾਅਦ ਪਿਛਲੇ ਦਿਨ ਦੀ ਖਬਰਾਂ ਤੇ ਅਖਬਾਰ ਦੀ ਪ੍ਰਸੰਗਿਕਤਾ ਖਤਮ ਹੋ ਜਾਂਦੀ, ਪਰ ਅਗਲੀ ਅਖਬਾਰ ਜਾਂ ਬੁਲੇਟਿਨ ਦੇ ਆਉਣ ਤੱਕ ਉਸ ਦੀ ਪ੍ਰਸੰਗਿਕਤਾ ਬਣੀ ਰਹਿੰਦੀ। ਭਾਵ ਸੂਚਨਾ ਦੇ ਸਿਰਜੇ ਜਾਣ ਤੇ ਭੰਗ ਹੋਣ ਦੇ ਵਿਚਕਾਰ ਵੀ ਕੁਝ ਬ੍ਰੇਕ ਹੁੰਦੇ ਸਨ, ਪਰ ਅੱਜ ਇਹ ਬ੍ਰੇਕ ਖਤਮ ਹੋ ਗਏ ਨੇ। ਹੁਣ ਇਨਫੋਰਮੇਸ਼ਨ ਦਾ ਸਿਰਜਿਆ ਜਾਣਾ ਬੇਰੋਕ ਤੇ ਨਿਰੰਤਰ ਹੋ ਗਿਆ। ਹੁਣ ਉਹ ਦਿਨ ਰਾਤ ਨਹੀਂ ਦੇਖਦਾ,
ਤੇ ਕਿਸੇ ਸਥਾਨ ਵਿੱਚ ਕਿਸੇ ਖਾਸ ਸਮੇਂ ਤੇ ਪੈਦਾ ਹੋ ਰਹੀ ਸੂਚਨਾ ਕਿਸੇ ਹੋਰ ਸਥਾਨ ਉੱਤੇ ਉਸੇ ਪਲ ਅਪ੍ਰਸੰਗਿਕ ਵੀ ਹੋ ਸਕਦੀ ਹੈ। ਸਾਡੇ ਅੱਜ ਦੇ ਮੀਡੀਆ ਚੈਨਲ ਇੰਟਰਨੈਟ ਦੀ ਮਦਦ ਨਾਲ 24 ਘੰਟੇ ਸਟ੍ਰੀਮ ਹੁੰਦੇ ਨੇ, ਭਾਵ ਉਹ ਹਰ ਪਲ ਸੂਚਨਾ ਸਿਰਜ ਰਹੇ ਹੁੰਦੇ ਨੇ ਤੇ ਇਸ ਸਿਰਜਣਾ ਨੂੰ AI ਲਗਾਤਾਰ ਪ੍ਰੋਸੈਸ ਕਰ ਰਿਹਾ ਹੁੰਦਾ ਹੈ। AI ਹੀ ਇਹ ਡਿਸਾਈਡ ਕਰਦਾ ਕਿ ਕਿਸ ਤਰ੍ਹਾਂ ਦਾ ਕੰਟੈਂਟ ਕਿਹੜੇ ਦਰਸ਼ਕ ਵਰਗ ਨੂੰ ਦਿਖਾਉਣਾ ਤੇ ਕਿਹੜੇ ਕੰਟੈਂਟ ਦੀ ਵਿਊਵਰਸ਼ਿਪ ਨੂੰ ਵੱਡੇ ਦਾਇਰੇ ਵਿੱਚ ਪ੍ਰਚਾਰਨਾ ਹੈ। ਇਹ ਨਾਨ ਸਟਾਪ ਇਨਫੋਰਮੇਸ਼ਨ ਨੈਟਵਰਕ ਸਾਡੇ ਸੋਸ਼ਲ ਤੇ ਰਾਜਸੀ ਪ੍ਰਵਚਨਾਂ ਨੂੰ ਵੀ ਘੜਦੇ ਰਹਿੰਦੇ ਨੇ। ਹਰਾਰੇ ਮੁਤਾਬਕ ਜਦੋਂ ਸੂਚਨਾ 24 ਘੰਟੇ ਪ੍ਰਵਾਹ ਹੁੰਦੀ ਹੈ ਤਾਂ ਉਸ ਦਾ ਅਸਰ ਹੋਰ ਪ੍ਰਭਾਵੀ ਤੇ ਦੀਰਘਕਾਲੀ ਹੋ ਜਾਂਦਾ ਹੈ। ਇਸ ਦਾ ਇੱਕ ਬਹੁਤ ਵੱਡਾ ਅਸਰ ਇਹ ਹੈ ਕਿ ਸਾਡੇ ਨਜ਼ਰੀਏ ਤੇ ਕਿਸੇ ਘਟਨਾ ਪ੍ਰਤੀ ਵਿਚਾਰ ਵੀ ਲਗਾਤਾਰ ਸ਼ੇਪ ਹੁੰਦੇ ਰਹਿੰਦੇ ਨੇ, ਕਿਉਂਕਿ ਇਹ ਬਰੋਕ ਪ੍ਰਵਾਹ ਸਾਡੇ ਉੱਤੇ ਮਨੋਵਿਗਿਆਨਕ ਅਸਰ ਵੀ ਪਾਉਂਦਾ ਹੈ। ਅੱਜ ਦੇ ਸਮੇਂ ਦੇ ਵਿੱਚ ਸੂਚਨਾ ਨੂੰ ਜਜ਼ਬ ਕਰਨਾ ਵੀ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ, ਕਿਉਂਕਿ ਜਿਸ ਵੇਲੇ ਤੱਕ ਸਾਡਾ ਦਿਮਾਗ ਸੂਚਨਾ ਨੂੰ ਜਜ਼ਬ ਕਰ ਰਿਹਾ ਹੁੰਦਾ ਹੈ, ਨਵੀਂ ਸੂਚਨਾ ਆ ਕੇ ਕਤਾਰ ਵਿੱਚ ਲੱਗ ਜਾਂਦੀ ਹੈ। ਇਸ ਨਾਲ ਸਾਡਾ ਦਿਮਾਗ ਜਲਦੀ ਥੱਕ ਜਾਂਦਾ ਹੈ ਤੇ ਅਸੀਂ ਉਸ ਨੂੰ ਪ੍ਰੋਸੈਸ ਕਰਨ ਦੀ ਬਜਾਏ ਸਿੱਧਾ ਸੱਚ ਸਵੀਕਾਰ ਕਰ ਲੈਂਦੇ ਹਾਂ। ਹਰਾਰੇ ਕਹਿੰਦਾ ਕਿ ਅਸੀਂ ਇੱਕ ਐਸੀ ਲੂਪ ਦੇ ਵਿੱਚ ਫਸ ਗਏ ਹਾਂ ਜਿਸ ਵਿੱਚ ਲਗਾਤਾਰ ਨੋਟੀਫਿਕੇਸ਼ਨਾਂ ਤੇ ਅਪਡੇਟਾਂ ਸਾਡੇ ਧਿਆਨ ਦੀ ਮੰਗ ਕਰਨ ਲੱਗ ਜਾਂਦੀਆਂ ਨੇ, ਜਿਸ ਦਾ ਇੱਕ ਲੰਬੇ ਸਮੇਂ ਤੋਂ ਬਾਅਦ ਸਿੱਟਾ ਇਹ ਨਿਕਲਦਾ ਹੈ ਕਿ ਸਾਡੀ ਅਟੈਂਸ਼ਨ ਦੇਣ ਜਾਂ ਨਾ ਦੇਣ ਦੀ ਸਮਰੱਥਾ ਜਵਾਬ ਦੇ ਜਾਂਦੀ ਹੈ ਤੇ ਅਸੀਂ ਡਿਸਇਨਫੋਰਮੇਸ਼ਨ ਦੇ ਸ਼ਿਕਾਰ ਹੋ ਜਾਂਦੇ ਹਾਂ। ਤੇ ਇਹ ਉਹ ਸਥਿਤੀ ਹੁੰਦੀ ਹੈ ਜਿਹਦੇ ਵਿੱਚ AI ਸਿਸਟਮ ਸਾਡੀ ਮਾਨਸਿਕ ਸਿਹਤ ਤੇ ਹਮਲਾ ਕਰਨਾ ਸ਼ੁਰੂ ਕਰ ਚੁੱਕਿਆ ਹੁੰਦਾ। ਅਧਿਆਇ 8ਵਾਂ ਫਾਲੇਬਲ। ਦਾ ਨੈਟਵਰਕ ਇਜ਼ ਆਫਨ ਰੋਂਗ। ਭੁੱਲਣਹਾਰ। ਨੈਟਵਰਕ ਵੀ ਕਦੇ-ਕਦੇ ਗਲਤ ਹੋ ਸਕਦਾ ਹੈ। ਨੈਟਵਰਕ ਅਕਸਰ ਗਲਤ ਹੁੰਦੇ ਨੇ ਜਾਂ ਗਲਤ ਵੀ ਹੋ ਜਾਂਦੇ ਨੇ। ਇਸ ਪ੍ਰਸੰਗ ਦੇ ਵਿੱਚ ਗੱਲ ਸ਼ੁਰੂ ਕਰਦਿਆਂ ਹਰਾਰੇ ਕਹਿੰਦਾ ਹੈ ਕਿ AI ਤੇ ਇਸ ਦੇ ਐਲਗੋਰਿਦਮ ਸਾਨੂੰ ਲਗਾਤਾਰ ਬਿਹਤਰ ਫੈਸਲੇ ਲੈਣ 'ਚ ਮਦਦ ਕਰਦੇ ਨੇ, ਪਰ ਅਸੀਂ ਇਸ ਗੱਲ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਕਿ ਗਲਤੀ AI ਤੋਂ ਵੀ ਹੋ ਸਕਦੀ ਹੈ। ਜੇਕਰ ਸਾਰੀ ਦੁਨੀਆ ਫੈਸਲਾ ਲੈਣ ਦੀ ਇੱਕ ਆਟੋਮੈਟਿਡ ਪ੍ਰਕਿਰਿਆ ਤੇ ਚੱਲਣ ਲੱਗ ਜਾਵੇ ਤਾਂ ਯਕੀਨਨ ਬੜੇ ਖਤਰਨਾਕ ਦ੍ਰਿਸ਼ ਦੇਖਣ ਨੂੰ ਮਿਲਣਗੇ। ਅੱਜ ਅਸੀਂ ਜਿਵੇਂ ਆਪਣੇ ਕੰਮਾਂ ਨੂੰ ਇਨਫੋਰਮੇਸ਼ਨ ਨੈਟਵਰਕਾਂ ਤੇ AI ਦੇ ਹੱਥਾਂ ਵਿੱਚ ਦੇ ਰਹੇ ਹਾਂ, ਤਾਂ ਸਾਨੂੰ ਇਹ ਵੀ ਯਾਦ ਰੱਖਣਾ ਪਵੇਗਾ ਕਿ ਇਸ ਸਿਸਟਮ ਕੋਲੋਂ ਵੀ ਗਲਤੀ ਹੋ ਸਕਦੀ ਹੈ। ਬਿਨਾਂ ਸ਼ੱਕ ਇਹ ਸਿਸਟਮ ਬੜੀ ਤੇਜ਼ੀ ਨਾਲ ਕੰਮ ਕਰਦੇ ਨੇ, ਪਰ ਉਸ ਤੇਜ਼ੀ ਦਾ ਐਕੂਰੇਸੀ ਨਾਲ ਕੋਈ ਲਿੰਕ ਨਹੀਂ। ਤੇਜ਼ੀ ਨਾਲ ਕੰਮ ਕਰਨਾ ਸਹੀ ਕੰਮ ਕਰਨਾ ਨਹੀਂ ਹੁੰਦਾ। AI ਦੇ ਕੰਮ ਕਰਨ ਦੀ ਤਕਨੀਕ ਸਹੀ ਹੋ ਸਕਦੀ ਹੈ, ਪਰ ਜੇਕਰ ਅਸੀਂ ਉਸ ਨੂੰ ਜੋ ਡਾਟਾ ਜਾਂ ਸੂਚਨਾ ਦਿੱਤੀ ਹੈ, ਉਸ ਸੂਚਨਾ ਦੇ ਵਿੱਚ ਕੋਈ ਕਮੀ ਰਹਿ ਗਈ ਹੈ ਤਾਂ ਯਕੀਨਨ ਨਤੀਜੇ ਵਿੱਚ ਵੀ ਕਮੀ ਹੋਵੇਗੀ। AI ਦੇ ਕੋਲ ਕਮੀ ਨੂੰ ਦੂਰ ਕਰਨ ਦਾ ਕੋਈ ਤਰੀਕਾ ਨਹੀਂ, ਪਰ ਬੜੀ ਖਤਰਨਾਕ ਗੱਲ ਹੈ ਕਿ AI ਜਦੋਂ ਗਲਤੀ ਕਰਦਾ ਹੈ ਤਾਂ ਉਸ ਗਲਤੀ ਦੇ ਲੁਕੇ ਰਹਿਣ ਦੀ ਗੁੰਜਾਇਸ਼ ਵੀ ਬਹੁਤ ਜ਼ਿਆਦਾ ਹੁੰਦੀ ਹੈ, ਕਿਉਂਕਿ ਅਸੀਂ ਇਹੀ ਸੋਚ ਕੇ ਕੰਮ ਕਰ ਰਹੇ ਹੁੰਦੇ ਹਾਂ ਕਿ ਉਸਨੇ ਸਾਨੂੰ ਜਿਸ ਤਰ੍ਹਾਂ ਦੇ ਸੁੰਦਰ ਤੇ ਸਰਲ ਦਿਖਣ ਵਾਲੇ ਨਤੀਜੇ ਦਿੱਤੇ ਹਨ, ਇਹ ਸਹੀ ਹੀ ਹੋਣਗੇ। ਹਰਾਰੇ ਇਹਦੇ ਲਈ ਇੱਕ ਬੈਂਕ ਲੋਨ ਅਪਰੂਵਲ ਸਿਸਟਮ ਦੀ ਮਿਸਾਲ ਦਿੰਦਾ ਹੈ, ਜਿਸ ਦੇ ਵਿੱਚ AI ਦੀ ਵਰਤੋਂ ਹੁੰਦੀ ਹੈ। AI ਸਿਸਟਮ ਕਿਸੇ ਗਾਹਕ ਦੇ ਅਤੀਤ ਦੇ ਵਿਵਹਾਰ ਨੂੰ ਦੇਖ ਕੇ, ਉਸ ਦੇ ਕ੍ਰੈਡਿਟ ਸਕੋਰ ਨੂੰ ਦੇਖ ਕੇ ਉਸ ਦਾ ਲੋਨ ਅਪਰੂਵ ਕਰਨ ਦੀ ਸਿਫਾਰਿਸ਼ ਕਰਦਾ ਹੈ, ਪਰ ਜਦ ਕਿ ਉਸ ਦੀ ਅਰਜ਼ੀ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਹੋ ਸਕਦੀਆਂ ਨੇ ਜਾਂ ਕੋਈ ਇੱਕ ਵੱਡੀ ਕਮੀ ਐਸੀ ਹੋ ਸਕਦੀ ਹੈ ਜਿਸ ਦੇ ਕਰਕੇ ਉਸ ਦਾ ਲੋਨ ਰੱਦ ਕਰਨਾ ਬਣਦਾ ਹੁੰਦਾ ਹੈ। ਹੁਣ ਇਸ ਸਥਿਤੀ ਦਾ ਉਲਟ ਵੀ ਸੰਭਵ ਹੈ ਕਿ ਪੂਰੀ ਅਰਜ਼ੀ ਸਹੀ ਹੋਣ ਦੇ ਬਾਵਜੂਦ AI ਸਿਸਟਮ ਤੁਹਾਡਾ ਲੋਨ ਅਪਰੂਵ ਨਹੀਂ ਕਰਦਾ। ਉਹ ਇੱਕੋ ਸਮੇਂ ਦੇ ਉੱਤੇ ਬਹੁਤ ਪੱਖੀ ਹੋ ਕੇ ਨਹੀਂ ਸੋਚਦਾ। ਭਾਵ ਜੇਕਰ ਉਸ ਨੂੰ ਇਹ ਪਤਾ ਲੱਗ ਜਾਵੇ ਕਿ ਕਿਸੇ ਉਪਭੋਗਤਾ ਵੱਲੋਂ ਦਿੱਤੀ ਗਈ ਜਾਣਕਾਰੀ ਅਧੂਰੀ ਹੈ ਤਾਂ ਇਸ ਅਧੂਰੀ ਜਾਣਕਾਰੀ ਦੇ ਆਧਾਰ ਉੱਤੇ ਸਹੀ ਨਤੀਜਾ ਨਹੀਂ ਕਰ ਸਕਦਾ, ਤਾਂ ਉਹ ਤੁਹਾਨੂੰ ਪੂਰੀ ਜਾਣਕਾਰੀ ਦੇਣ ਦੀ ਮੰਗ ਨਹੀਂ ਕਰਦਾ ਜਾਂ ਫਿਰ ਇਹ ਨਹੀਂ ਦੱਸਦਾ ਕਿ ਉਸ ਨੂੰ ਦਿੱਤੀ ਗਈ ਜਾਣਕਾਰੀ ਅਧੂਰੀ ਹੈ, ਸਗੋਂ ਉਹ ਦਿੱਤੀ ਗਈ ਜਾਣਕਾਰੀ ਦੇ ਆਧਾਰ ਦੇ ਉੱਤੇ ਹੀ ਕੋਈ ਨਾ ਕੋਈ ਫੈਸਲਾ ਦੇ ਬੈਠਦਾ ਹੈ। ਜਦੋਂ ਇਹ ਜ਼ਿੰਮੇਵਾਰੀ ਮਨੁੱਖ ਕੋਲ ਹੁੰਦੀ ਹੈ ਤਾਂ ਉਹ ਦੂਜੇ ਮਨੁੱਖ ਦੀਆਂ ਮਜਬੂਰੀਆਂ ਜਾਂ ਉਸ ਨਾਲ ਆਪਣੀ ਭਾਵਕ ਸਾਂਝ ਨੂੰ ਵੀ ਅਜਿਹੇ ਫੈਸਲੇ ਲੈਣ ਲੱਗੇ ਧਿਆਨ 'ਚ ਰੱਖਦਾ ਹੈ, ਪਰ AI ਇਸ ਤਰ੍ਹਾਂ ਨਹੀਂ ਕਰਦਾ। ਜਿਵੇਂ ਕਿਸੇ ਵਿਅਕਤੀ ਦਾ ਮਜਬੂਰੀ ਕਾਰਨ ਅਤੀਤ ਵਿੱਚ ਕਰਜ਼ੇ ਸੰਬੰਧੀ ਰਿਕਾਰਡ ਖਰਾਬ ਹੋ ਗਿਆ, ਤਾਂ ਕੋਈ ਵਿਅਕਤੀ ਅਜਿਹਾ ਹੋਣ ਦਾ ਕਾਰਨ ਵੀ ਜਾਣਨ ਦੀ ਕੋਸ਼ਿਸ਼ ਕਰੇਗਾ ਕਿ ਕੀ ਉਸ ਵਕਤ ਉਸ ਵਿਅਕਤੀ ਨੇ ਕੋਈ ਮੈਡੀਕਲ ਐਮਰਜੈਂਸੀ ਤਾਂ ਨਹੀਂ ਸੀ, ਜਾਂ ਉਸ ਦਾ ਵਪਾਰ ਠੱਪ ਤਾਂ ਨਹੀਂ ਹੋ ਗਿਆ ਸੀ, ਜਾਂ ਉਸ ਦੇ ਕਿਸੇ ਬਹੁਤ ਨਜ਼ਦੀਕੀ ਵਿਅਕਤੀ ਦੀ ਮੌਤ ਤਾਂ ਨਹੀਂ ਹੋ ਗਈ ਸੀ।
ਇਸ ਤਰ੍ਹਾਂ ਦੇ ਹੋਰ ਕਾਰਨਾਂ ਨੂੰ ਵੀ ਧਿਆਨ ਵਿੱਚ ਰੱਖਦਿਆਂ ਮਨੁੱਖ ਭਾਵੁਕ ਫੈਸਲੇ ਲੈਣ ਦੀ ਸਮਰੱਥਾ ਰੱਖਦਾ ਹੈ। ਪਰ AI ਸਿਸਟਮ ਸਿਰਫ ਖਰਾਬ ਰਿਕਾਰਡ ਦੇ ਆਧਾਰ ਦੇ ਉੱਤੇ ਉਸ ਵਿਅਕਤੀ ਨੂੰ ਮੁੜ ਕਰਜ਼ਾ ਦੇਣ ਦੀ ਕਿਸੇ ਵੀ ਗੁੰਜਾਇਸ਼ ਨੂੰ ਸਿੱਧਾ ਰੱਦ ਕਰ ਦੇਵੇਗਾ। ਇਸ ਦਾ ਖਤਰਨਾਕ ਸਿੱਟਾ ਇਹ ਹੈ ਕਿ ਲੋਕਾਂ ਦਾ ਉਸ ਅਦਾਰੇ ਪ੍ਰਤੀ ਭਰੋਸਾ ਖਤਮ ਹੋ ਜਾਂਦਾ ਹੈ, ਕਿਉਂਕਿ ਉਹ ਇਹ ਨਹੀਂ ਜਾਣ ਪਾ ਰਹੇ ਹੁੰਦੇ ਕਿ ਇਸ ਤਰ੍ਹਾਂ ਦੇ ਫੈਸਲੇ ਕੰਪਨੀ ਜਾਂ ਅਦਾਰਾ ਖੁਦ ਲੈ ਰਿਹਾ ਹੈ ਜਾਂ ਕੋਈ AI ਸਿਸਟਮ। ਇਸ ਲਈ ਹਰਾਰੇ ਇੱਥੇ ਇੱਕ ਸੁਝਾਅ ਇਹ ਦਿੰਦਾ ਹੈ ਕਿ ਕੋਈ ਵੀ AI ਸਿਸਟਮ ਬਣਾਉਂਦਿਆਂ ਜਾਂ ਲਾਗੂ ਕਰਦਿਆਂ ਉਸ ਦੀ ਵੈਲੀਡੇਸ਼ਨ ਪ੍ਰਮਾਣਿਕਤਾ ਮਨੁੱਖ ਤੋਂ ਹੀ ਕਰਵਾਈ ਜਾਵੇ। ਇਸ ਨਾਲ ਉਹ ਸਿਸਟਮ ਦੀ ਗਲਤੀਆਂ ਕਰਨ ਦੀ ਗੁੰਜਾਇਸ਼ ਨੂੰ ਹੋਰ ਘੱਟ ਕੀਤਾ ਜਾ ਸਕਦਾ ਹੈ। ਦੂਜਾ ਸੁਝਾਅ ਇਹ ਹੈ ਕਿ AI ਸਿਸਟਮ ਦੇ ਉੱਪਰ ਲਗਾਤਾਰ ਕੰਮ ਕਰਕੇ ਉਸ ਨੂੰ ਸਿੱਖਿਅਤ ਕਰਦੇ ਰਹਿਣਾ ਚਾਹੀਦਾ ਹੈ। ਤੇ ਤੀਜਾ ਸੁਝਾਅ ਇਹ ਹੈ ਕਿ ਲੋਕਾਂ ਨੂੰ ਇਸ ਗੱਲ ਪ੍ਰਤੀ ਪੂਰੀ ਤਰ੍ਹਾਂ ਨਾਲ ਜਾਗਰੂਕ ਕਰਨਾ ਚਾਹੀਦਾ ਹੈ ਕਿ AI ਸਿਸਟਮ ਕਿਵੇਂ ਕੰਮ ਕਰਦੇ ਨੇ ਤੇ ਉਹ ਜਿਹੜੇ ਵੀ ਅਦਾਰਿਆਂ ਨਾਲ ਜੁੜੇ ਹੋਏ ਨੇ ਉਹਨਾਂ ਅਦਾਰਿਆਂ ਵਿੱਚ AI ਸਿਸਟਮ ਕਿਸ ਹੱਦ ਤੱਕ ਕੰਮ ਕਰ ਰਹੇ ਨੇ। ਹੁਣ ਜੇਕਰ ਅਸੀਂ AI ਨੂੰ ਵਿਕਸਿਤ ਕਰਨ ਤੇ ਜ਼ੋਰ ਦੇ ਰਹੇ ਹਾਂ ਤਾਂ ਸਾਨੂੰ ਇੱਕ ਅਜਿਹਾ ਸਿਸਟਮ ਵੀ ਤਿਆਰ ਕਰਨਾ ਚਾਹੀਦਾ ਹੈ ਜਿਹੜਾ ਇਸ AI ਸਿਸਟਮ ਦੀਆਂ ਗਲਤੀਆਂ ਨੂੰ ਫੜ ਸਕੇ। ਅਧਿਆਇ 9 ਡੈਮੋਕ੍ਰੇਸੀਜ਼ ਕੈਨ ਵੀ ਸਟਿਲ ਹੋਲਡ ਅ ਕਨਵਰਸੇਸ਼ਨ। ਲੋਕਤੰਤਰ ਕੀ ਹਾਲੇ ਵੀ ਗੱਲ ਕਰਨ ਨੂੰ ਕੁਝ ਬਚਿਆ। ਇਹ ਵਾਲਾ ਅਧਿਆਇ ਹਰਾਰੇ ਸਵਾਲ ਨਾਲ ਸ਼ੁਰੂ ਕਰਦਾ ਹੈ ਕਿ ਕੀ ਅੱਜ ਦੇ ਸਮੇਂ ਦੇ ਵਿੱਚ ਵੀ ਸਾਡੀਆਂ ਲੋਕਤੰਤਰੀ ਵਿਵਸਥਾਵਾਂ ਪ੍ਰਸੰਗਿਕ ਹਨ ਜਾਂ ਨਹੀਂ, ਕਿਉਂਕਿ ਇਹ ਉਹ ਸਥਿਤੀ ਹੈ ਜਿੱਥੇ ਇੱਕ ਪਾਸੇ ਸਾਡੇ AI ਤੇ ਡਿਜੀਟਲ ਪਲੇਟਫਾਰਮਾਂ ਨੇ ਸਾਡੇ ਸੰਚਾਰ ਨੂੰ ਬਹੁਤ ਐਕਸੈਸਿਬਲ ਬਣਾ ਦਿੱਤਾ ਹੈ ਤੇ ਦੂਜੇ ਪਾਸੇ ਤਕਨੀਕਾਂ ਰਾਹੀਂ ਜਨਮਤ ਨੂੰ ਘੜਨਾ ਤੇ ਤੋੜਨਾ ਮਰੋੜਨਾ ਹੋਰ ਸੌਖਾ ਹੋ ਗਿਆ। ਹਰਾਰੇ ਦਾ ਫਿਕਰ ਹੈ ਕਿ ਜੇਕਰ AI ਤੇ ਡਿਸਇਨਫੋਰਮੇਸ਼ਨ ਦੇ ਰਾਹੀਂ ਲੋਕ ਪ੍ਰਵਚਨ ਨੂੰ ਵੱਸ ਵਿੱਚ ਕੀਤਾ ਜਾਣ ਲੱਗ ਪਿਆ ਤਾਂ ਲੋਕਤੰਤਰੀ ਵਿਵਸਥਾਵਾਂ ਆਪਣੇ ਮੂਲ ਫਲਸਫੇ ਤੋਂ ਕੋਹਾਂ ਦੂਰ ਚਲੇ ਜਾਣਗੀਆਂ, ਕਿਉਂਕਿ ਕਿਸੇ ਵੀ ਲੋਕਤੰਤਰੀ ਵਿਵਸਥਾ ਦੀ ਅਸਲ ਨੀਂਹ ਜਨਮਤ ਤੇ ਖੁੱਲ੍ਹੇ ਸੰਚਾਰ ਵਾਲੀ ਵਿਵਸਥਾ ਹੁੰਦੀ ਹੈ। ਹੁਣ ਇਹ ਤਾਂ ਹੀ ਪੋਸੀਬਲ ਹੈ ਜੇਕਰ ਹਰ ਨਾਗਰਿਕ ਨੂੰ ਨਿਰਪੇਖ ਤੇ ਸਹੀ ਸੂਚਨਾ ਮਿਲੇ। ਪਰ ਅੱਜ ਦੇ ਯੁੱਗ ਦੇ ਵਿੱਚ AI ਐਲਗੋਰਿਦਮ ਇਸ ਵਿਵਸਥਾ ਨੂੰ ਵੀ ਬਦਲ ਰਹੇ ਨੇ। ਸੋਸ਼ਲ ਮੀਡੀਆ ਪਲੇਟਫਾਰਮ ਹੁਣ ਲੋਕਤੰਤਰੀ ਵਿਵਸਥਾਵਾਂ ਦੇ ਹੱਥਾਂ ਦਾ ਖਿਡੌਣਾ ਬਣ ਗਏ ਨੇ। ਸੋਸ਼ਲ ਮੀਡੀਆ ਦੇ ਉੱਤੇ ਨਾਗਰਿਕਾਂ ਨੂੰ ਜਿਸ ਤਰ੍ਹਾਂ ਦਾ ਕੰਟੈਂਟ ਦਿਖਾਇਆ ਜਾਂਦਾ ਹੈ ਉਹ ਕਈ ਥਾਵਾਂ ਤੋਂ ਫਿਲਟਰ ਤੇ ਪ੍ਰੋਸੈਸ ਹੋ ਕੇ ਆਇਆ ਹੁੰਦਾ। ਫਿਰ ਇਸ ਕੰਟੈਂਟ ਨੂੰ ਦੇਖਣ ਤੇ ਮੰਨਣ ਦੇ ਆਧਾਰ ਤੇ ਨਾਗਰਿਕਾਂ ਦੇ ਵਿਵਹਾਰ ਤੇ ਉਹਨਾਂ ਦੇ ਭਵਿੱਖੀ ਫੈਸਲਿਆਂ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ ਤੇ ਉਹਨਾਂ ਨੂੰ ਪ੍ਰਭਾਵਿਤ ਵੀ ਕੀਤਾ ਜਾਂਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਜਦੋਂ ਤੁਸੀਂ ਕੋਈ ਕੰਟੈਂਟ ਦੇਖ ਰਹੇ ਹੋ ਤਾਂ ਉਹ ਕੰਟੈਂਟ ਤੁਹਾਨੂੰ ਇਸ ਲਈ ਦਿਖਾਇਆ ਜਾ ਰਿਹਾ ਤਾਂ ਕਿ ਤੁਹਾਨੂੰ ਕੁਝ ਸਮੇਂ ਦੇ ਲਈ ਰੁੱਝਿਆ ਰੱਖਿਆ ਜਾ ਸਕੇ। ਹਰਾਰੇ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ AI ਦਾ ਵੱਧ ਪ੍ਰਭਾਵ ਲੋਕਤੰਤਰ ਦੇ ਲਈ ਕਿਵੇਂ ਸਮੱਸਿਆ ਬਣ ਸਕਦਾ ਹੈ। ਜਦੋਂ AI ਐਲਗੋਰਿਦਮ ਕਿਸੇ ਪੋਲੀਟੀਕਲ ਇਨਫੋਰਮੇਸ਼ਨ ਜਾਂ ਨਿਊਜ਼ ਨੂੰ ਕ੍ਰੀਏਟ ਕਰਦੇ ਨੇ ਤਾਂ ਉਹ ਉਪਭੋਗਤਾ ਦੇ ਆਲੇ ਦੁਆਲੇ ਇੱਕ ਬਬਲ ਬਣਾ ਦਿੰਦੇ ਨੇ ਤੇ ਫਿਰ ਉਸ ਉਪਭੋਗਤਾ ਨੂੰ ਉਸ ਬਬਲ ਦੇ ਅੰਦਰ ਇਹੀ ਸੂਚਨਾ ਜਾਂ ਇਸ ਸੂਚਨਾ ਦੇ ਨਾਲ ਮਿਲਦੀ ਜੁਲਦੀ ਸੂਚਨਾ ਬਹੁਤਾਤ ਵਿੱਚ ਦਿਖਾਈ ਜਾਂਦੀ ਹੈ। ਇਸ ਬਬਲ ਨੂੰ ਹਰਾਰੇ ਈਕੋ ਚੈਂਬਰ ਕਹਿੰਦਾ ਹੈ। ਈਕੋ ਚੈਂਬਰ ਤੋਂ ਭਾਵ ਉਸ ਸੀਮਿਤ ਦਾਇਰੇ ਵਾਲੇ ਖੇਤਰ ਤੋਂ ਹੈ ਜਿਹਦੇ ਵਿੱਚ ਤੁਹਾਨੂੰ ਤੁਹਾਡੇ ਵਿਚਾਰ ਨਾਲ ਹੀ ਮਿਲਦੇ ਜੁਲਦੇ ਵਿਚਾਰ ਦੇਖਣ ਸੁਣਨ ਨੂੰ ਮਿਲਦੇ ਨੇ। ਫਿਰ ਭਾਵੇਂ ਤੁਸੀਂ ਗਲਤ ਹੀ ਹੋਵੋ ਪਰ ਤੁਹਾਨੂੰ ਤੁਹਾਡੇ ਵਿਚਾਰ ਨਾਲ ਮਿਲਦਾ ਜੁਲਦਾ ਕੰਟੈਂਟ ਹੀ ਦਿਖਾਇਆ ਜਾਂਦਾ ਹੈ। ਇਸ ਤਰ੍ਹਾਂ ਤੁਸੀਂ ਹੌਲੀ ਹੌਲੀ ਵਿਰੋਧੀ ਭਾਵ ਵਾਲੇ ਕੰਟੈਂਟ ਨੂੰ ਅੱਖੋਂ ਪਰੋਖੇ ਕਰਨ ਲੱਗ ਜਾਂਦੇ ਹੋ। ਵੱਖ-ਵੱਖ ਤੇ ਸੋਸ਼ਲ ਮੀਡੀਆ ਤੇ YouTube ਦੇ ਉੱਤੇ ਚੱਲ ਰਹੇ ਐਲਗੋਰਿਦਮ ਵੀ ਇਸੇ ਨਿਯਮ ਦੀ ਪਾਲਣਾ ਕਰਦੇ ਨੇ। ਇਹ ਪੋਲਰਾਈਜੇਸ਼ਨ ਦੀ ਸਿਚੁਏਸ਼ਨ ਹੁੰਦੀ ਹੈ। ਪੋਲਰਾਈਜੇਸ਼ਨ ਤੋਂ ਮਤਲਬ ਕਿ ਤੁਹਾਡਾ ਕਿਸੇ ਖਾਸ ਵਿਚਾਰ ਪ੍ਰਤੀ ਸਮਝ ਜਾਂ ਨਜ਼ਰੀਆ ਬਣ ਹੀ ਨਹੀਂ ਪਾਉਂਦਾ, ਕਿਉਂਕਿ ਤੁਸੀਂ ਸਿਰਫ ਆਪਣੇ ਵਿਚਾਰਾਂ ਨੂੰ ਸੁਣ ਰਹੇ ਹੁੰਦੇ ਹੋ ਤੇ ਦੂਜੀ ਤਰ੍ਹਾਂ ਦੇ ਵਿਚਾਰਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹੁੰਦੇ ਹੋ। AI ਤੇ ਸੋਸ਼ਲ ਮੀਡੀਆ ਦੇ ਇਹਨਾਂ ਐਲਗੋਰਿਦਮਾਂ ਨੇ ਡੈਮੋਕ੍ਰੇਸੀ ਦੇ ਸੰਬੰਧ ਵਿੱਚ ਜਿਹੜਾ ਸਭ ਤੋਂ ਵੱਡਾ ਖਤਰਾ ਪੈਦਾ ਕੀਤਾ ਹੈ ਉਹ ਹੈ ਡਿਸਇਨਫੋਰਮੇਸ਼ਨ ਕੈਂਪੇਨ। ਡਿਸਇਨਫੋਰਮੇਸ਼ਨ ਦਾ ਮਤਲਬ ਹੁੰਦਾ ਹੈ ਕਿ ਕਿਸੇ ਝੂਠ ਜਾਂ ਗਲਤ ਸੂਚਨਾ ਨੂੰ ਜਾਣ-ਬੁੱਝ ਕੇ ਇਸ ਤਰ੍ਹਾਂ ਨਾਲ ਫੈਲਾਉਣਾ ਕਿ ਉਸ ਨਾਲ ਲੋਕ ਮਤ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਇਹ ਸਮੱਸਿਆ ਅੱਜ ਦੇ ਡਿਜੀਟਲ ਯੁੱਗ ਵਿੱਚ ਬਹੁਤ ਵੱਧ ਗਈ ਹੈ। ਅੱਜ ਇੱਕ ਡਿਸਇਨਫੋਰਮੇਸ਼ਨ ਜਾਂ ਪ੍ਰੋਪੇਗੰਡਾ ਨੂੰ ਵਾਇਰਲ ਹੋਣ ਵਿੱਚ ਕੁਝ ਹੀ ਸਕਿੰਟ ਲੱਗਦੇ ਨੇ। ਹਰਾਰੇ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਡਿਸਇਨਫੋਰਮੇਸ਼ਨ ਕੈਂਪੇਨ ਨੂੰ ਸਭ ਤੋਂ ਵੱਧ ਰਾਜਸੀ ਚੋਣਾਂ ਦੇ ਵਿੱਚ ਵਰਤਿਆ ਜਾਂਦਾ ਹੈ। ਉਸ ਵੇਲੇ ਫਰਜ਼ੀ ਖਬਰਾਂ, ਪੋਸਟਾਂ ਤੇ ਤੋੜੇ ਮਰੋੜੇ ਤੱਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਿ ਵੋਟਰਾਂ ਦੇ ਫੈਸਲੇ ਨੂੰ ਬਦਲਿਆ ਜਾ ਸਕੇ ਜਾਂ ਪ੍ਰਭਾਵਿਤ ਕੀਤਾ ਜਾ ਸਕੇ।
ਹਰਾਰੇ ਨੁਕਤਾ ਦਿੰਦਾ ਕਿ ਜੇਕਰ ਲੋਕਤੰਤਰੀ ਵਿਵਸਥਾਵਾਂ ਨੂੰ ਆਪਣੀ ਛਵੀ ਬਰਕਰਾਰ ਰੱਖਣੀ ਹੈ ਤਾਂ ਆਪਣੀਆਂ ਕਦਰਾਂ ਕੀਮਤਾਂ ਵਿੱਚ ਲੋਕਾਂ ਦਾ ਭਰੋਸਾ ਬਰਕਰਾਰ ਰੱਖਣਾ ਚਾਹੀਦਾ ਹੈ। ਇਸ ਲਈ ਉਹਨਾਂ ਨੂੰ AI ਤੇ ਡਿਸਇਨਫੋਰਮੇਸ਼ਨ ਦੇ ਪ੍ਰਤੀ ਕਰੜੇ ਕਦਮ ਚੁੱਕਣੇ ਪੈਣਗੇ। ਇੱਥੇ ਉਹੀ 3 ਮਿਲੇ ਜੁਲੇ ਹੱਲ ਦੁਬਾਰਾ ਦਿੰਦਾ ਹੈ ਜਿਹੜਾ ਉਸਨੇ ਪਿਛਲੇ ਅਧਿਆਇ ਦੇ ਵਿੱਚ ਕਾਰਪੋਰੇਸ਼ਨਾਂ ਦੇ ਕੰਟੈਕਸਟ ਦੇ ਵਿੱਚ ਦਿੱਤੇ ਸਨ। ਇੱਕ ਵੱਖਰੀ ਗੱਲ ਹਰਾਰੇ ਇੱਥੇ ਡਿਜੀਟਲ ਲਿਟਰੇਸੀ ਨੂੰ ਪ੍ਰਮੋਟ ਕਰਨ ਦੀ ਕਰਦਾ ਹੈ। ਜੇਕਰ ਆਮ ਜਨਤਾ ਡਿਜੀਟਲ ਲਿਟਰੇਟ ਹੋਵੇਗੀ, ਭਾਵ ਤਕਨੀਕ ਨੂੰ ਲੈ ਕੇ ਸਿੱਖਿਅਤ ਤੇ ਜਾਗਰੂਕ ਹੋਵੇਗੀ, ਤਾਂ ਉਸ ਦੇ ਲਈ ਡਿਸਇਨਫੋਰਮੇਸ਼ਨ ਕੈਂਪੇਨ ਤੋਂ ਬਚਣਾ ਆਸਾਨ ਹੋਵੇਗਾ। ਅਧਿਆਇ 10ਵਾਂ ਟੋਟਲਟੇਰੀਅਨਿਜ਼ਮ, ਆਲ ਪਾਵਰ ਟੂ ਦਾ ਐਲਗੋਰਿਦਮਸ। ਟੋਟਲਟੇਰੀਅਨ ਵਿਵਸਥਾਵਾਂ ਜਾਂ ਤਾਨਾਸ਼ਾਹੀ ਨਿਜ਼ਾਮ ਕੀ ਸਾਰੀ ਤਾਕਤ ਐਲਗੋਰਿਦਮਾਂ ਦੇ ਕੋਲ ਚਲੀ ਜਾਵੇਗੀ। ਇਸ ਅਧਿਆਇ ਦੇ ਵਿੱਚ ਹਰਾਰੇ ਇੱਕ ਬਹੁਤ ਜ਼ਰੂਰੀ ਮਸਲੇ 'ਤੇ ਧਿਆਨ ਦਿਵਾਉਂਦੇ ਨੇ ਕਿ AI ਦੀ ਵਰਤੋਂ ਜਾਂ ਬਹੁਤ ਜ਼ਿਆਦਾ ਵਰਤੋਂ ਇੱਕ ਨਵੇਂ ਕਿਸਮ ਦੇ ਟੋਟਲਟੇਰੀਅਨ ਸਿਸਟਮ ਨੂੰ ਜਨਮ ਦੇ ਸਕਦੀ ਹੈ। ਹਾਲਾਂਕਿ ਕਈ AI ਸਿਸਟਮ ਤੇ ਐਲਗੋਰਿਦਮ ਲੋਕਤੰਤਰੀ ਵਿਵਸਥਾਵਾਂ ਦੇ ਵਿੱਚ ਵੀ ਕੰਮ ਕਰ ਰਹੇ ਨੇ, ਪਰ ਟੋਟਲਟੇਰੀਅਨ ਸਿਸਟਮ ਦੇ ਪ੍ਰਸੰਗ ਦੇ ਵਿੱਚ AI ਦੀ ਵਰਤੋਂ ਇਸ ਨੂੰ ਇੱਕ ਐਕਸਟ੍ਰੀਮ ਲੈਵਲ ਤੱਕ ਲਿਜਾ ਸਕਦੀ ਹੈ। ਹਰਾਰੇ ਦਾ ਫਿਕਰ ਹੈ ਕਿ AI ਇੱਕ ਇਸ ਤਰ੍ਹਾਂ ਦਾ ਹਥਿਆਰ ਹੋ ਸਕਦਾ ਹੈ ਜਿਸ ਨਾਲ ਕਿਸੇ ਟੋਟਲਟੇਰੀਅਨ ਪ੍ਰਬੰਧ ਦੇ ਕੋਲ ਅੰਨ੍ਹੇਵਾਹ ਤਾਕਤ ਆ ਜਾਵੇ, ਤੇ ਇਹ ਤਾਕਤ ਕਿਸੇ ਖਾਸ ਵਿਅਕਤੀ ਦੇ ਹੱਥ 'ਚ ਨਹੀਂ ਸਗੋਂ ਕਿਸੇ ਐਲਗੋਰਿਦਮ ਦੇ ਹੱਥ ਵਿੱਚ ਹੋਵੇਗੀ। ਕਿਸੇ ਤਾਨਾਸ਼ਾਹੀ ਪ੍ਰਬੰਧ ਦਾ ਅਸਲ ਫਲਸਫਾ ਤਾਂ ਇਹੀ ਹੁੰਦਾ ਹੈ ਨਾ ਕਿ ਸਾਰੀ ਤਾਕਤ ਕਿੱਦਾਂ ਕਿਸੇ ਹੱਥ 'ਚ ਹੋਣਾ ਤੇ ਲੋਕਾਂ ਦੇ ਵਿਚਾਰਾਂ ਤੇ ਕਿਰਿਆਵਾਂ ਨੂੰ ਕੰਟਰੋਲ ਕਰਨਾ। ਇਹ AI ਪ੍ਰਬੰਧ ਵੀ ਇਹੀ ਸਭ ਕੁਝ ਕਰੇਗਾ, ਪਰ ਇਸ ਪ੍ਰਬੰਧ ਵਿੱਚ ਸੇ ਸਭ ਕੁਝ ਕਰਨ ਵਾਲਾ ਕੋਈ ਇੱਕ ਵਿਅਕਤੀ ਨਹੀਂ ਸਗੋਂ ਇੱਕ ਐਲਗੋਰਿਦਮ ਹੋਵੇਗਾ। ਹਰਾਰੇ ਮੁਤਾਬਕ ਕਿ ਕੋਈ ਅੱਜ ਦਾ ਡਰ ਜਾਂ ਮਹਿਜ਼ ਕੋਈ ਮਨੋ ਖਿਆਲ ਨਹੀਂ, ਸਗੋਂ ਇਹ ਸੱਚਮੁੱਚ ਹੀ ਆਪਣੇ ਆਲੇ ਦੁਆਲੇ ਦੇ ਹਾਲਾਤਾਂ 'ਚੋਂ ਉਪਜੀਆਂ ਸੰਭਾਵਨਾਵਾਂ ਤੇ ਫਿਕਰ ਹੈ। ਇਹ ਐਲਗੋਰਿਦਮ ਫਿਰ ਉਸੇ ਤਰ੍ਹਾਂ ਦੇ ਫੈਸਲੇ ਲਵੇਗਾ ਜਿਸ ਤਰ੍ਹਾਂ ਦੇ ਫੈਸਲਿਆਂ ਦੀ ਗੱਲ ਅਸੀਂ ਪਿਛਲੇ ਅਧਿਆਇ ਦੇ ਵਿੱਚ ਚੀਨ ਦੇ ਸੋਸ਼ਲ ਕ੍ਰੈਡਿਟ ਸਿਸਟਮ ਦੇ ਹਵਾਲੇ ਨਾਲ ਕੀਤੀ ਸੀ ਕਿ ਇੱਕ ਸਿਸਟਮ ਲੋਕਾਂ ਨਾਲ ਭਾਵੁਕ ਸਾਂਝ ਤੇ ਉਹਨਾਂ ਦੀਆਂ ਮਜਬੂਰੀਆਂ ਨੂੰ ਸਮਝੇ ਬਿਨਾਂ ਸਿਰਫ ਆਪਣੇ ਕੋਲ ਮੌਜੂਦ ਅੰਕੜਿਆਂ ਦੇ ਆਧਾਰ ਦੇ ਉੱਤੇ ਲੋਕਾਂ ਲਈ ਨੀਤੀਆਂ ਬਣਾਵੇਗਾ ਤੇ ਉਹਨਾਂ ਉੱਪਰ ਰਾਜ ਕਰੇਗਾ। ਹਰਾਰੇ AI ਸਿਸਟਮ ਦੀ ਮਿਸਾਲ ਦਿੰਦਿਆਂ ਹੋਏ ਕਹਿੰਦਾ ਕਿ ਫਰਜ਼ ਕਰੋ ਤੁਸੀਂ ਕਿਸੇ ਮਾਲ ਦੇ ਵਿੱਚ ਜਾ ਰਹੇ ਹੋ ਤਾਂ ਉੱਥੇ ਤੁਹਾਡੇ ਚਿਹਰੇ ਦੀ ਪਛਾਣ ਕਰਨ ਵਾਲੀ ਟੈਕਨੋਲੋਜੀ ਜਾਂ ਤੁਹਾਡੇ ਬਾਇਓਮੈਟ੍ਰਿਕ ਡਾਟੇ ਦੀ ਪਛਾਣ ਕਰਨ ਵਾਲੀ ਟੈਕਨੋਲੋਜੀ ਤੇ ਹੋਰ ਕਈ ਤਰ੍ਹਾਂ ਦੇ ਮੋਨੀਟਰ ਤੁਹਾਨੂੰ ਟਰੈਕ ਕਰ ਰਹੇ ਨੇ। ਇਸ ਸੂਰਤ-ਏ-ਹਾਲ ਦੇ ਵਿੱਚ ਤੁਹਾਡੀ ਸਿਰਫ ਲੋਕੇਸ਼ਨ ਹੀ ਟਰੈਕ ਨਹੀਂ ਹੋ ਰਹੀ, ਸਗੋਂ ਤੁਹਾਡੀ ਪਛਾਣ ਦੇ ਨਾਲ-ਨਾਲ ਤੁਹਾਡੇ ਇੱਕ ਖਾਸ ਸਮੇਂ ਦੇ ਵਿਚਲੇ ਵਿਵਹਾਰ ਨੂੰ ਵੀ ਦੇਖਿਆ ਪਰਖਿਆ ਜਾ ਰਿਹਾ। ਜਦੋਂ ਇਹ AI ਮੋਨੀਟਰ ਆਪਣੇ ਸਿਸਟਮਾਂ ਦੀ ਮਦਦ ਦੇ ਨਾਲ ਬਿਨਾਂ ਰੁਕੇ 24 ਘੰਟੇ ਤੁਹਾਨੂੰ ਟਰੈਕ ਕਰਨ ਲੱਗ ਜਾਂਦੇ ਹਨ ਤਾਂ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਕਦੋਂ ਟਰੈਕ ਹੋ ਰਹੇ ਹਾਂ ਤੇ ਕਦੋਂ ਨਹੀਂ। ਹਾਲਾਂਕਿ ਅਸੀਂ ਹਰ ਵੇਲੇ ਟਰੈਕ ਹੋ ਰਹੇ ਹੁੰਦੇ ਹਾਂ, ਪਰ ਅਸੀਂ ਭੁੱਲ ਜਾਂਦੇ ਹਾਂ ਕਿ ਕਿਸ ਵੇਲੇ ਸਾਡਾ ਵਿਵਹਾਰ ਪਰਖਿਆ ਜਾ ਰਿਹਾ ਤੇ ਕਿਸ ਵੇਲੇ ਅਸੀਂ ਇੱਕ ਖਾਸ ਕਿਸਮ ਦੇ ਇੰਟਰੈਕਸ਼ਨ ਰਾਹੀਂ ਵਿਸ਼ਵ ਮੰਡੀ ਦੇ ਵਿੱਚ ਵਰਤੇ ਜਾ ਰਹੇ ਹਾਂ। ਇਸ ਦਾ ਸੱਟਾ ਇਹ ਨਿਕਲਦਾ ਕਿ ਲੋਕ ਆਪਣੀ ਆਜ਼ਾਦੀ ਗਵਾ ਬੈਠਦੇ ਨੇ ਤੇ ਉਹ ਉਸੇ ਤਰ੍ਹਾਂ ਨਾਲ ਵਿਵਹਾਰ ਕਰਨ ਲੱਗ ਜਾਂਦੇ ਨੇ ਜਿਸ ਤਰ੍ਹਾਂ ਨਾਲ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਉਹਨਾਂ ਨੂੰ ਦੇਖ ਰਿਹਾ ਹੈ ਤੇ ਵਿਵਹਾਰ ਕਰਨਾ ਚਾਹੀਦਾ ਹੈ। ਜੇਕਰ ਇੱਕ ਟੋਟਲਟੇਰੀਅਨ ਸਿਸਟਮ ਆਪਣੀ ਸਾਰੀ ਪਾਵਰ ਨੂੰ AI ਸਿਸਟਮ ਦੇ ਨਾਲ ਕੰਟਰੋਲ ਕਰਦਾ ਹੈ ਤਾਂ ਉਸ ਦੇ ਨਾਲ ਇਹ ਹੋਵੇਗਾ ਕਿ ਇਸ ਸਿਸਟਮ ਦੇ ਵਿੱਚ ਹਰ ਸੈਕਿੰਡ ਨਵੇਂ-ਨਵੇਂ ਤੇ ਭਾਂਤ-ਭਾਂਤ ਦੇ ਫੈਸਲੇ ਲਏ ਜਾ ਸਕਣਗੇ ਤੇ ਉਹਨਾਂ ਦੀ ਇੰਪਲੀਮੈਂਟੇਸ਼ਨ ਵੀ ਰੀਅਲ ਟਾਈਮ ਦੇ ਵਿੱਚ ਤੁਰੰਤ ਹੋਵੇਗੀ। ਹਰਾਰੇ ਕਹਿੰਦਾ ਕਿ ਜਦੋਂ ਅਸੀਂ ਆਪਣੀ ਸ਼ਕਤੀ ਨੂੰ ਐਲਗੋਰਿਦਮ ਦੇ ਹੱਥ ਵਿੱਚ ਦੇ ਦਿੰਦੇ ਹਾਂ ਤਾਂ ਉਸ ਨਾਲ ਖਤਰਾ ਇਹੀ ਹੁੰਦਾ ਹੈ ਕਿ ਇਹ ਸਿਸਟਮ ਆਪਣੀ ਹੀ ਕਿਸਮ ਦੀ ਇੱਕ ਸੁਤੰਤਰ ਸ਼ਕਤੀ ਜਾਂ ਇੱਕ ਸੁਤੰਤਰ ਢਾਂਚਾ ਖੜਾ ਕਰ ਲੈਂਦਾ ਤੇ ਫਿਰ ਹੌਲੀ-ਹੌਲੀ ਮਨੁੱਖ ਉਸ ਸਿਸਟਮ ਦੇ ਉੱਤੇ ਆਪਣਾ ਕੰਟਰੋਲ ਗਵਾ ਬੈਠੇਗਾ, ਪਰ ਉਹ ਐਲਗੋਰਿਦਮ ਆਪਣੇ ਫੈਸਲੇ ਲਾਗੂ ਕਰਨਾ ਫਿਰ ਵੀ ਜਾਰੀ ਰੱਖੇਗਾ। ਇਸ ਸਾਰੀ ਚਰਚਾ ਦੇ ਵਿੱਚ ਹਰਾਰੇ ਦਾ ਸਭ ਤੋਂ ਵੱਡਾ ਫਿਕਰ ਇਹ ਹੈ ਕਿ ਜੇਕਰ AI ਦੀ ਸਿਸਟਮ ਮਦਦ ਵਾਲੇ ਟੋਟਲਟੇਰੀਅਨ ਪ੍ਰਬੰਧ ਹੋਂਦ 'ਚ ਆਉਂਦੇ ਨੇ ਤਾਂ ਅਸੀਂ ਇਸ ਤਰ੍ਹਾਂ ਦੇ ਭਵਿੱਖ ਵੱਲ ਵੱਧ ਜਾਵਾਂਗੇ ਜਿੱਥੇ ਮਨੁੱਖੀ ਆਜ਼ਾਦੀ ਦਾ ਸੰਕਲਪ ਖਤਮ ਹੋ ਜਾਵੇਗਾ। ਉੱਥੇ ਮਨੁੱਖ ਦੀਆਂ ਆਦਤਾਂ, ਚਾਹਤਾਂ ਤੇ ਭਰੋਸਾ ਸਿਰਫ ਅੰਕੜੇ ਬਣ ਕੇ ਰਹਿ ਜਾਣਗੇ ਤੇ ਉਹਨਾਂ ਦੀਆਂ ਕਿਰਿਆਵਾਂ ਉਸ ਹਿਸਾਬ ਨਾਲ ਹੋਣਗੀਆਂ ਜਿਵੇਂ AI ਸਿਸਟਮ ਉਹਨਾਂ ਨੂੰ ਦੱਸੇਗਾ। ਹਰਾਰੇ ਦੇ ਕਹਿਣ ਮੁਤਾਬਕ ਸਾਨੂੰ ਅੱਜ ਦੇ ਸਮੇਂ ਦੇ ਵਿੱਚ AI ਦੀ ਸਮਰੱਥਾ ਨੂੰ ਸਮਝਣਾ ਪਵੇਗਾ। ਉਸ ਦੀ ਵਰਤੋਂ ਯਕੀਨਨ ਕਰਨੀ ਚਾਹੀਦੀ ਹੈ, ਪਰ ਇਸ ਦੀ ਵਰਤੋਂ ਨਾਲ ਪੈਦਾ ਹੋ ਰਹੇ ਖਤਰਿਆਂ ਨੂੰ ਨਜ਼ਰਅੰਦਾਜ਼ ਕਰਨਾ ਵੀ ਸਾਡੀ ਭੁੱਲ ਹੈ। ਇੱਕ ਬਿਹਤਰ ਸਰਕਾਰ ਚਲਾਉਣ ਦੇ ਲਈ AI ਸਾਡੀ ਮਦਦਗਾਰ
ਹੋ ਸਕਦਾ ਹੈ, ਪਰ ਜੇਕਰ ਅਸੀਂ ਇਸ ਨੂੰ ਗਲਤ ਤਰੀਕੇ ਨਾਲ ਵਰਤਾਂਗੇ ਜਾਂ ਇਸ ਨੂੰ ਗਲਤ ਹੱਥਾਂ ਦੇ ਵਿੱਚ ਦੇ ਦੇਵਾਂਗੇ ਤਾਂ ਇਸ ਨਾਲ ਅਸੀਂ ਇੱਕ ਅਜਿਹੇ ਸਿਸਟਮ ਦੇ ਵਿੱਚ ਪਹੁੰਚ ਜਾਵਾਂਗੇ ਜਿੱਥੇ ਮਨੁੱਖੀ ਆਜ਼ਾਦੀ ਇੱਕ ਅਤੀਤ ਦੀ ਕਹਾਣੀ ਦਾ ਨਾਂ ਹੋਵੇਗਾ। ਆਖਰੀ ਤੇ 11ਵਾਂ ਅਧਿਆਇ ਦ ਸਿਲੀਕਨ ਕਰਟਨ, ਗਲੋਬਲ ਅੰਪਾਇਰ ਔਰ ਗਲੋਬਲ ਸਪਲਿਟ, ਵਿਸ਼ਵ ਮੰਡੀ ਜਾਂ ਫਿਰ ਵਿਸ਼ਵ ਦਫਾੜ। ਆਪਣੇ ਅਖੀਰਲੇ ਅਧਿਆਇ ਦੇ ਵਿੱਚ ਹਰਾਰੇ ਇਹ ਸਵਾਲ ਉਠਾਉਂਦੇ ਨੇ ਕਿ AI ਤੇ ਇਨਫੋਰਮੇਸ਼ਨ ਟੈਕਨੋਲੋਜੀ ਕੀ ਸਾਨੂੰ ਇੱਕ ਗਲੋਬਲ ਅੰਪਾਇਰ ਵੱਲ ਲੈ ਜਾਵੇਗੀ ਜਾਂ ਫਿਰ ਅਸੀਂ ਇੱਕ ਅਜਿਹੀ ਦਫਾੜ ਸਥਿਤੀ ਵੱਲ ਵੱਧਦੇ ਜਾ ਰਹੇ ਹਾਂ ਜਿੱਥੇ ਦੁਨੀਆ ਦੋ ਅਲੱਗ-ਅਲੱਗ ਧਿਰਾਂ ਦੇ ਵਿੱਚ ਵੰਡੀ ਹੋਵੇਗੀ। ਇਹ ਫਿਕਰ ਭਵਿੱਖ ਦੇ ਇਨਫੋਰਮੇਸ਼ਨ ਨੈਟਵਰਕਾਂ ਦੇ ਬਾਰੇ ਹੈ ਕਿ ਕਿਵੇਂ ਨੈਟਵਰਕ ਜਾਂ ਤਾਂ ਮਨੁੱਖਤਾ ਨੂੰ ਆਪਸ ਦੇ ਵਿੱਚ ਜੋੜ ਦੇਣਗੇ ਜਾਂ ਫਿਰ ਉਸ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰ ਦੇਣਗੇ। ਬਹਿਸ ਦੇ ਲਈ ਇੱਕ ਵਿਚਾਰ ਇਹ ਵੀ ਹੈ ਕਿ AI ਆਪਣੇ ਸੁਭਾਅ ਦੇ ਕਰਕੇ ਦੁਨੀਆ ਨੂੰ ਇੱਕੋ ਤਰ੍ਹਾਂ ਦਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਇਨਫੋਰਮੇਸ਼ਨ ਤਕਨੀਕ ਨੇ ਪਹਿਲਾਂ ਹੀ ਭੂਗੋਲਿਕ ਹੱਦਾਂ ਦੀ ਔਖਿਆਈ ਨੂੰ ਘੱਟ ਕਰ ਦਿੱਤਾ ਹੈ ਤੇ ਅੱਜ ਅਸੀਂ ਜਿਸ ਤਰ੍ਹਾਂ ਦੇ ਤਰੀਕੇ ਨਾਲ ਆਪਸ ਦੇ ਵਿੱਚ ਗੱਲਬਾਤ ਕਰ ਪਾ ਰਹੇ ਹਾਂ ਤਾਂ ਕੁਝ ਦਹਾਕੇ ਪਹਿਲਾਂ ਇਹ ਸੋਚ ਪਾਉਣਾ ਵੀ ਮੁਸ਼ਕਲ ਸੀ। ਹਰਾਰੇ ਕਹਿੰਦੇ ਨੇ ਕਿ ਜਿਵੇਂ ਕਿਸੇ ਸਮੇਂ ਰੇਲ ਦੀਆਂ ਪਟੜੀਆਂ ਨੇ ਜਾਂ ਟੈਲੀਗ੍ਰਾਫ ਨੇ ਜਾਂ ਇੰਟਰਨੈਟ ਨੇ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਆਪਸ 'ਚ ਜੋੜ ਦਿੱਤਾ ਸੀ, ਉਸੇ ਤਰ੍ਹਾਂ ਨਾਲ AI ਵੀ ਇਸ ਲੜੀ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਿਹਾ। ਸੰਭਾਵਨਾ ਵੱਧਦੀ ਹੈ ਕਿ ਇਸ ਨਾਲ ਇੱਕ ਐਸਾ ਗਲੋਬਲ ਅੰਪਾਇਰ ਬਣ ਸਕਦਾ ਹੈ ਜਿੱਥੇ ਟੈਕਨੋਲੋਜੀ ਤੇ ਇਨਫੋਰਮੇਸ਼ਨ ਪੂਰੀ ਤਰ੍ਹਾਂ ਮੁਕਤ ਹੋਵੇਗੀ। ਪਰ ਨਾਲ ਹੀ ਹਰਾਰੇ ਇੱਕ ਖਤਰੇ ਵੱਲ ਇਸ਼ਾਰਾ ਕਰਦਿਆਂ ਕਹਿੰਦੇ ਨੇ ਕਿ ਸਿਲੀਕਨ ਕਰਟਨ, ਜਿਸ ਵਿੱਚ AI ਤੇ ਇਨਫੋਰਮੇਸ਼ਨ ਟੈਕਨੋਲੋਜੀ ਪੂਰੀ ਦੁਨੀਆ ਨੂੰ ਦੋ ਹਿੱਸਿਆਂ ਵਿੱਚ ਵੰਡ ਸਕਦੀ ਹੈ। ਇਸ ਟੁੱਟ ਭੱਜ ਭਾਵ ਫਰੈਗਮੈਂਟੇਸ਼ਨ ਦੇ ਦੋ ਵੱਡੇ ਰੂਪ ਹੋ ਸਕਦੇ ਨੇ। ਪਹਿਲਾ, ਇੱਕ ਜੀਓਪੋਲੀਟੀਕਲ ਸ਼ਿਫਟ, ਜਿਸ ਤਰ੍ਹਾਂ ਦਾ ਕੋਲਡ ਵਾਰ ਦੇ ਸਮਿਆਂ ਦੇ ਵਿੱਚ ਹੁੰਦਾ ਸੀ, ਉਵੇਂ ਹੀ ਹੁਣ ਇੱਕ ਟਾਈਮ ਆ ਸਕਦਾ ਹੈ ਕਿ ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਅਲੱਗ-ਅਲੱਗ ਸਿਸਟਮ ਭਾਵ AI ਸਿਸਟਮ ਕੰਮ ਕਰਨ। ਜਿਵੇਂ ਚੀਨ, ਅਮਰੀਕਾ ਤੇ ਯੂਰਪੀਅਨ ਯੂਨੀਅਨ ਆਪੋ ਆਪਣੇ AI ਸਿਸਟਮ ਤਿਆਰ ਕਰ ਰਹੇ ਨੇ। ਹੁਣ AI ਸਿਸਟਮ ਇੰਨੇ ਸੰਕੁਚਿਤ ਵੀ ਹੋ ਸਕਦੇ ਨੇ ਕਿ ਕਦੇ ਇਹਨਾਂ ਦਾ ਆਪਸ ਦੇ ਵਿੱਚ ਮੇਲ ਵੀ ਮੁਸ਼ਕਲ ਹੋ ਜਾਵੇ ਤੇ ਇਹ ਵੀ ਹੋ ਸਕਦਾ ਹੈ ਕਿ ਇਹਨਾਂ ਦਾ ਆਪਸ ਦੇ ਵਿੱਚ ਇੱਕ ਨਵਾਂ ਮੁਕਾਬਲਾ ਸ਼ੁਰੂ ਹੋ ਜਾਵੇ। ਉਸ ਸਥਿਤੀ ਦੇ ਵਿੱਚ ਮਨੁੱਖ ਅਤੇ AI ਦੇ ਵਿਚਲੀ ਇਹ ਵਿੱਥ ਹੋਰ ਖਤਰਨਾਕ ਹੋ ਸਕਦੀ ਹੈ। ਜੇਕਰ AI ਸਿਸਟਮ ਇੰਨੇ ਤਾਕਤਵਰ ਹੋ ਗਏ ਕਿ ਉਹਨਾਂ ਨੇ ਸਮਾਜਿਕ, ਰਾਜਸੀ ਤੇ ਆਰਥਿਕ ਢਾਂਚਿਆਂ ਨੂੰ ਪੂਰੀ ਤਰ੍ਹਾਂ ਨਾਲ ਆਪਣੇ ਵੱਸ ਵਿੱਚ ਕਰ ਲਿਆ ਤੇ ਆਪਣੇ ਅਨੁਸਾਰ ਢਾਲ ਲਿਆ, ਤਾਂ ਮਨੁੱਖ ਦੇ ਕੋਲ ਆਪਣੀ ਕੋਈ ਖੁਦ ਮੁਖਤਿਆਰੀ ਨਹੀਂ ਬਚੇਗੀ। ਉਸ ਹਾਲਤ ਦੇ ਵਿੱਚ AI ਸਾਡੀ ਮਦਦ ਕਰਨ ਵਾਲਾ ਇੱਕ ਸੰਦ ਨਹੀਂ ਰਹੇਗਾ, ਸਗੋਂ ਇਹ ਸਾਡਾ ਮਾਲਕ ਹੋਵੇਗਾ। ਇੱਕ ਮਸ਼ੀਨ ਦਾ ਮਨੁੱਖ ਉੱਪਰ ਇਹ ਦਾਅਵਾ ਕਿਸੇ ਮਨੁੱਖ ਵੱਲੋਂ ਮਨੁੱਖ ਉੱਪਰ ਕੀਤੇ ਗਏ ਦਾਅਵੇ ਤੋਂ ਵੀ ਵੱਧ ਖਤਰਨਾਕ ਹੋ ਸਕਦਾ ਹੈ। ਚੀਨ ਦੇ ਸੋਸ਼ਲ ਕ੍ਰੈਡਿਟ ਸਿਸਟਮ ਦੀ ਮਿਸਾਲ ਇੱਕ ਵਾਰ ਫਿਰ ਸਾਨੂੰ ਦੇਖਣ ਨੂੰ ਮਿਲਦੀ ਹੈ। ਅਧਿਆਇ ਦੇ ਅਖੀਰ ਦੇ ਵਿੱਚ ਹਰਾਰੇ ਪੁੱਛਦਾ ਹੈ ਕਿ ਕੀ ਹਾਲੇ ਵੀ ਸਮਾਂ ਬਚਿਆ ਕਿ ਅਸੀਂ ਇੱਕ ਗਲੋਬਲ ਦਫਾੜ ਦੀ ਸਥਿਤੀ ਵੱਲ ਜਾਂਦੇ ਹੋਏ ਖੁਦ ਨੂੰ ਰੋਕ ਲਈਏ। ਹਾਲਾਂਕਿ ਉਸ ਦਾ ਕਹਿਣਾ ਕਿ ਫਿਊਚਰ ਹਾਲੇ ਡਿਸਾਈਡ ਨਹੀਂ ਹੋਇਆ। AI ਤੇ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿਕਾਸ ਦੇ ਖੇਤਰ ਵਿੱਚ ਹਾਲੇ ਵੀ ਬੜਾ ਕੁਝ ਕਰਨ ਨੂੰ ਪਿਆ ਕਿ ਜਿਸ ਨਾਲ ਅਸੀਂ ਇਸ ਨੂੰ ਸਮਾਂ ਰਹਿੰਦੇ ਘੜ ਸਕਦੇ ਹਾਂ, ਸ਼ੇਪ ਦੇ ਸਕਦੇ ਹਾਂ, ਤਾਂ ਜੋ ਸੰਸਾਰ ਪੱਧਰ ਦੇ ਉੱਤੇ ਏਕੇ ਦੇ ਸਹਿਯੋਗ ਦੀ ਭਾਵਨਾਵਾਂ ਨੂੰ ਵਧਾਵਾ ਮਿਲੇ, ਨਾ ਕਿ ਤਕਸੀਮ ਹੋਣ ਦੀ ਭਾਵਨਾ ਨੂੰ। ਇਸ ਦਾ ਮਤਲਬ ਇਹ ਹੈ ਕਿ ਪੂਰੀ ਦੁਨੀਆ ਦੇ ਆਗੂਆਂ ਤੋਂ ਲੈ ਕੇ ਆਮ ਲੋਕਾਂ ਤੱਕ ਦੀ ਹੁਣ ਇਹ ਜ਼ਿੰਮੇਵਾਰੀ ਹੈ ਕਿ AI ਨੂੰ ਲੈ ਕੇ ਖਾਸ ਕਿਸਮ ਦੀਆਂ ਰੈਗੂਲੇਸ਼ਨਾਂ ਬਣਾਈਆਂ ਜਾਣ, ਜਿਹੜੀਆਂ ਵਿਅਕਤੀਗਤ ਆਜ਼ਾਦੀ ਨੂੰ ਸੁਰੱਖਿਅਤ ਬਣਾਉਂਦੇ ਹੋਏ ਗਲੋਬਲ ਕੋਲੈਬੋਰੇਸ਼ਨ ਨੂੰ ਪ੍ਰਫੁੱਲਿਤ ਕਰੇ। ਤਾਂ ਹੋ ਸਕਦਾ ਹੈ ਕਿ ਅਸੀਂ ਇੱਕ ਸਾਂਝੇ ਗਲੋਬਲ ਅੰਪਾਇਰ ਨੂੰ ਬਣਾਉਣ ਦੇ ਵਿੱਚ ਸਫਲ ਹੋ ਜਾਈਏ ਤੇ ਕਿਸੇ ਕਿਸਮ ਦੀ ਵਿਸ਼ਵ ਵੰਡ ਤੋਂ ਵੀ ਬਚ ਜਾਈਏ। ਪਰ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਅਸੀਂ ਲਗਾਤਾਰ ਦੁਸ਼ਮਣੀ, ਇਕਲਾਪੇ ਤੇ ਤਾਕਤ ਨੂੰ ਬਿਨਾਂ ਜਾਂਚੇ ਪਰਖੇ ਅੱਗੇ ਵਧਦੇ ਜਾਵਾਂਗੇ ਤੇ ਅਖੀਰ ਦੇ ਵਿੱਚ ਅਸੀਂ ਸਿਲੀਕਨ ਕਰਟਨ ਦੀ ਸਥਿਤੀ ਵਿੱਚ ਹੋਵਾਂਗੇ, ਜਿੱਥੇ AI ਸਾਨੂੰ ਜੋੜਨ ਦੀ ਬਜਾਏ ਤਕਸੀਮ ਕਰਨ ਦਾ ਕੰਮ ਕਰੇਗਾ। ਇਸ ਤਰ੍ਹਾਂ ਇਸ ਪੋਡਕਾਸਟ ਦੇ ਵਿੱਚ ਅਸੀਂ ਜਾਣਿਆ ਕਿ ਯੁਵਾਲ ਨੋਹ ਹਰਾਰੇ ਦੀ ਕਿਤਾਬ ਨੈਕਸਸ ਕਿਸ ਤਰ੍ਹਾਂ ਨਾਲ ਸਾਡੇ ਸਮਕਾਲ ਦੇ ਇੰਟਰਨੈਟ, ਟੈਕਨੋਲੋਜੀ ਤੇ ਬੜੇ ਬਾਰੀਕ ਜਿਹੇ ਐਲਗੋਰਿਦਮਾਂ ਦੇ ਨਾਲ ਲੈਸ ਪ੍ਰਬੰਧ ਦੇ ਵਿੱਚ ਮਨੁੱਖ ਦੀ ਹੋਣੀ ਨੂੰ ਬਿਆਨ ਕਰਦੀ ਹੈ। ਸਾਡੇ ਸਮਾਨਾਂਤਰ ਵਾਪਰੇ ਸੰਕਟਾਂ ਨੂੰ ਤੇ ਆਉਣ ਵਾਲੇ ਭਵਿੱਖ ਦੇ ਸੰਕਟਾਂ ਨਾਲ ਨਜਿੱਠਣ ਦੀ ਸਾਡੀ ਸੋਝੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਤੇ ਸਾਨੂੰ ਕਿਹਨਾਂ ਗੱਲਾਂ ਪ੍ਰਤੀ ਡਿਜੀਟਲ ਲਿਟਰੇਟ ਹੋਣ ਦੀ ਸਖਤ ਲੋੜ ਹੈ। ਅੱਜ ਦੇ ਸਮੇਂ ਦੇ ਵਿੱਚ ਅਸੀਂ ਜਿੱਥੇ ਖੜ੍ਹੇ ਹਾਂ,
ਇਸ ਗੱਲ ਨੂੰ ਬਿਲਕੁਲ ਵੀ ਅੱਖੋਂ ਪਰੋਖੇ ਨਹੀਂ ਕਰ ਸਕਦੇ ਕਿ AI ਸਾਡਾ ਮਦਦਗਾਰ ਹੈ ਤੇ ਸਾਨੂੰ ਉਸ ਦੀ ਮਦਦ ਲੈਣੀ ਚਾਹੀਦੀ ਹੈ। ਪਰ ਇਹ ਮਦਦ ਲੈਂਦਿਆਂ ਅਸੀਂ ਕਿਸ ਤਰ੍ਹਾਂ ਦੇ ਖਤਰਿਆਂ ਨੂੰ ਜਾਣੇ ਅਣਜਾਣੇ ਸਹੇੜ ਰਹੇ ਹਾਂ, ਉਹਨਾਂ ਤੋਂ ਵੀ ਸਾਡਾ ਜਾਣੂ ਹੋਣਾ ਬਣਦਾ ਹੈ। ਇਸ ਸਾਰੇ ਪ੍ਰਸੰਗ ਦੇ ਵਿੱਚ ਅਸੀਂ ਜਾਣਿਆ ਯੁਵਾਲ ਨੋਹ ਹਰਾਰੇ ਤੋਂ ਉਸ ਦੀ ਕਿਤਾਬ ਨੈਕਸਸ ਦੇ ਹਵਾਲੇ ਨਾਲ। ਇਸ ਕਿਤਾਬ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ, ਜਾਂ ਕਿਤਾਬ ਦਾ ਇਹ ਸੰਖੇਪ ਸਾਰ ਸੁਣਨ ਤੋਂ ਬਾਅਦ ਤੁਹਾਨੂੰ ਜੋ ਵੀ ਲੱਗਿਆ ਹੋਵੇ ਤੁਸੀਂ ਹੇਠਾਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ। ਬਹੁਤ ਬਹੁਤ ਧੰਨਵਾਦ।